ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਬਾਈਨਰੀ ਸੈਕਟਰ ਤੇ। ਜਿਵੇਂ ਆਪਾਂ ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ ਕਿ ਜਿਹੜਾ 29 ਜੂਨ ਨੂੰ ਪੇਪਰ ਹੋਇਆ ਹੈ ਉਸ ਪੇਪਰ ਦੇ ਆਪਾਂ ਕੁਐਸਚਨ ਦਾ ਡੀਪ ਐਨਾਲਿਸਿਸ ਲੈ ਕੇ ਆਵਾਂਗੇ। ਸੋ ਉਹੀ ਕਮਿਟਮੈਂਟ ਪੂਰੀ ਕਰਨ ਦੇ ਲਈ ਆਪਾਂ ਤੁਹਾਡੇ ਨਾਲ ਲੈ ਕੇ ਆਏ ਹਾਂ ਕੰਪਿਊਟਰ ਦੇ ਕੁਐਸਚਨ, ਜਿਹਦੇ ਵਿੱਚ ਆਪਾਂ 29 ਜੂਨ ਸ਼ਿਫਟ 3 ਜਿਹਦੇ ਵਿੱਚ ਟੋਟਲ 30 ਕੁਐਸਚਨ ਆਉਂਦੇ ਨੇ ਕੰਪਿਊਟਰ ਦੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਿੰਨੇ ਕਿ ਸਾਨੂੰ ਬੱਚਿਆਂ ਨੇ ਭੇਜੇ ਨੇ ਉਹਨਾਂ ਦੇ ਬੇਸ ਤੇ ਆਪਾਂ ਡੀਪ ਐਨਾਲਿਸਿਸ ਕਰਾਂਗੇ ਕੁਐਸਚਨ ਦਾ। ਪਲੱਸ ਕੁਐਸਚਨ ਦੇ ਨਾਲ ਲੱਗਦੇ ਹੋਰ ਕਿਹੜਾ ਕੁਝ ਪੁੱਛਿਆ ਜਾ ਸਕਦਾ ਹੈ ਉਹ ਸਾਰਾ ਆਪਾਂ ਵਨ ਬਾਏ ਵਨ ਕਰਕੇ ਦੇਖਦੇ ਹਾਂ। ਸੋ ਦੇਖਦੇ ਹਾਂ ਕਿ ਪਹਿਲਾ ਸਵਾਲ ਕਿਵੇਂ ਦਾ ਪੁੱਛਿਆ ਸੀ। ਕਹਿੰਦਾ what would be the output of is equal to n ਬ੍ਰੈਕਟ ਓਪਨ ਹੈਲੋ ਇਨ ਐਕਸਲ 2010। ਇਹ ਜਿਹੜੇ ਸਾਰੇ ਸਵਾਲ ਨੇ ਇਹ ਸਾਨੂੰ ਬੱਚਿਆਂ ਨੇ ਹੀ ਭੇਜੇ ਨੇ। ਬੱਚਿਆਂ ਦੇ ਭੇਜੇ ਹੋਏ ਸਵਾਲ ਦੇ ਬੇਸਿਸ ਤੇ ਅਸੀਂ ਤੁਹਾਡੇ ਨਾਲ ਡਿਸਕਸ਼ਨ ਕਰ ਰਹੇ ਹਾਂ। ਤਾਂ ਹੋ ਸਕਦਾ ਥੋੜਾ ਬਹੁਤ ਆਸੇ-ਪਾਸੇ ਹੋ ਗਈਆਂ ਹੁਣ ਆਪਸ਼ਨਾਂ, ਹਨਾ। ਤਾਂ ਜੇਕਰ ਤੁਸੀਂ ਪੇਪਰ ਦੇ ਕੇ ਆਏ ਹੋ, ਤੁਹਾਨੂੰ ਪਤਾ ਹੈ ਕਿ ਇਹ ਸਵਾਲ ਕਿਵੇਂ ਦਾ ਸੀ, ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਕੋਈ ਗੱਲ ਨਹੀਂ, ਜੇ ਇੱਕ ਅੱਧੀ ਚੀਜ਼ ਗਲਤ ਵੀ ਹੋ ਜੂਗੀ ਤਾਂ ਆਪਾਂ ਠੀਕ ਕਰ ਲਾਂਗੇ, ਕਿਉਂਕਿ ਆਪਣਾ ਮੇਨ ਮੋਟਿਵ ਕੀ ਹੈ ਕਿ ਜਿਹੜੇ ਬੱਚਿਆਂ ਨੇ ਪੇਪਰ ਦੇਣ ਜਾਣਾ ਵੀ ਐਟਲੀਸਟ ਉਹਨਾਂ ਨੂੰ ਪਤਾ ਲੱਗ ਜੇ ਵੀ ਆਪਾਂ ਨੂੰ ਕੀ ਹੋਰ ਪੜ੍ਹਨਾ ਚਾਹੀਦਾ, ਜਿਹਦੇ ਨਾਲ ਲੱਗਦੀਆਂ ਚੀਜ਼ਾਂ ਹੈਲਪ ਹੋ ਸਕਦੀ ਹੈ, ਹਨਾ। ਸੋ ਪਹਿਲੇ ਸਵਾਲ ਦੇ ਵਿੱਚੋਂ ਆਪਾਂ ਨੂੰ ਪੁੱਛ ਰਿਹਾ ਵੀ n ਫੰਕਸ਼ਨ ਹੈ ਜਿਹੜਾ ਐਕਸਲ ਦੇ ਵਿੱਚ, ਇਹਦੀ ਆਊਟਪੁੱਟ ਕੀ ਆਊਗੀ। ਬੜਾ ਹੀ ਰੇਅਰੈਸਟ ਯੂਜ਼ ਹੋਣ ਵਾਲਾ ਫੰਕਸ਼ਨ ਹੈ ਇਹ। ਜਦੋਂ ਇੱਕੋ ਹੀ ਸਪਰੈਡਸ਼ੀਟ ਜਾਂ ਐਕਸਲ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਤਾਂ ਫਿਰ ਇਹ ਫੰਕਸ਼ਨ ਯੂਜ਼ ਨਹੀਂ ਹੁੰਦਾ। ਜਦੋਂ ਇੱਕ ਸਪਰੈਡਸ਼ੀਟ ਦਾ ਡੇਟਾ ਯਾਨੀ ਕਿ ਐਕਸਲ ਦਾ ਕਿਸੇ ਹੋਰ ਸਪਰੈਡਸ਼ੀਟ ਦੇ ਵਿੱਚ ਅਸੀਂ ਕਹਿ ਲਓ ਵੀ ਟ੍ਰਾਂਸਫਰ ਕਰਨਾ ਹੈ, ਉੱਥੇ ਇਹ ਕਹਿ ਲਓ ਵੀ ਫੰਕਸ਼ਨ ਯੂਜ਼ ਕੀਤਾ ਜਾਂਦਾ ਹੈ। ਸੋ ਇਹਦੀ ਆਊਟਪੁੱਟ ਪੁੱਛਦਾ ਹੈ, ਕਹਿੰਦਾ 0 1 5 ਤੇ ਹੈਲੋ ਆਉਣੀ ਸੀ, ਹਨਾ। ਸੋ ਮੈਨੂੰ ਲੱਗਦਾ ਵੀ ਆਪਾਂ ਪ੍ਰੈਕਟੀਕਲੀ ਪਹਿਲਾਂ ਪਰਫਾਰਮ ਕਰਕੇ ਦੇਖ ਲੈਂਦੇ ਹਾਂ। ਸੋ n ਫੰਕਸ਼ਨ ਇਨ ਐਕਸਲ ਕਹਿੰਦਾ ਰਿਟਰਨਸ ਏ ਵੈਲਿਊ ਕਨਵਰਟਡ ਟੂ ਏ ਨੰਬਰ। ਕੋਈ ਵੀ ਵੈਲਿਊ ਆਪਾਂ ਦਿੰਨੇ ਆ ਇਹ ਨੰਬਰ ਦੇ ਵਿੱਚ ਆਪਾਂ ਨੂੰ ਰਿਟਰਨ ਕਰਦਾ। ਸਿੰਟੈਕਸ ਇਹਦਾ ਕੀ ਹੈ, n is equal to value, ਠੀਕ ਹੈ। ਦੀ n ਫੰਕਸ਼ਨ ਸਿੰਟੈਕਸ ਹੈਜ਼ ਦੀ ਫੋਲੋਇੰਗ ਆਰਗੂਮੈਂਟਸ। ਇਹਦੇ ਵਿੱਚ ਹੇਠ ਲਿਖੇ ਆਰਗੂਮੈਂਟ ਹੁੰਦੇ ਨੇ। ਵੈਲਿਊ ਕੀ ਰਿਕੁਆਇਰਡ ਹੈ, ਦੀ ਵੈਲਿਊ ਯੂ ਵਾਂਟ ਟੂ ਕਨਵਰਟਡ, ਉਹੀ ਚਾਹੀਦਾ ਜਿਹੜੀ ਵੈਲਿਊ ਅਸੀਂ ਇਹਦੇ ਵਿੱਚ ਭਰਨੀ ਹੈ ਉਹੀ ਸਾਨੂੰ ਚਾਹੀਦੀ ਹੁੰਦੀ ਹੈ। ਐਂਡ ਕਨਵਰਟਸ ਵੈਲਿਊ ਲਿਸਟਡ ਇਨ ਦੀ ਟੇਬਲ ਗਿਵਨ ਇਨ ਦੀ ਨੈਕਸਟ ਸਲਾਈਡ। ਹੁਣ ਜੇਕਰ ਕਹਿੰਦਾ ਇਫ ਦਾ ਵੈਲਿਊ ਇਜ਼ ਔਰ ਰੈਫਰਸ ਟੂ, ਜੇਕਰ ਇਹ ਨੰਬਰ ਆ ਹਨਾ, ਦੈਨ ਇਹ ਨੰਬਰ ਰਿਟਰਨ ਕਰੂਗਾ। ਇਹ ਜਿਹੜਾ ਆਪਾਂ ਭਰ ਰਹੇ ਹਾਂ ਇੱਥੇ ਵੈਲਿਊ ਦੀ ਜਗ੍ਹਾ ਤੇ, ਇੱਥੇ ਮੰਨ ਲਓ n a ਦੀ ਗੱਲ ਕਰਦਾ ਇਹ। ਜੇਕਰ ਇਹ ਨੰਬਰ ਹੈ ਤਾਂ ਕਹਿੰਦਾ ਇਹ ਆਊਟਪੁੱਟ n ਰਿਟਰਨ ਕੀ ਕਰੂਗਾ, ਇੱਕ ਨੰਬਰ ਹੀ ਰਿਟਰਨ ਕਰੂਗਾ। ਇਹ ਡੇਟ ਇਹ ਦੂਸਰਾ a ਵਾਲਾ ਨੰਬਰ ਨਹੀਂ ਹੈ, ਇਹ ਦੂਸਰੇ ਨੰਬਰ ਆ ਵੀ ਇਹ ਦਿਸ ਇਜ਼ a ਜਾਂ ਦਾ an ਦਾ ਵਾਲਾ, ਹਨਾ, ਇੰਗਲਿਸ਼ ਵਾਲਾ। ਚਲੋ ਇਹਨੂੰ ਆਪਾਂ ਐਵੇਂ ਲੈਣੇ ਵੈਲਿਊ ਕਹਿ ਲਓ ਇੱਥੇ, ਚਲੋ ਆਹ ਨੂੰ ਕੱਟ ਦਿੰਦੇ ਆਪਾਂ, n ਵੈਲਿਊ ਹੀ ਰੱਖੋ। ਤਾਂ ਵੈਲਿਊ ਜੇਕਰ ਆਪਣੇ ਕੋਲ a ਨੰਬਰ ਇੱਕ ਨੰਬਰ ਹੈ ਤਾਂ ਉਹੀ ਨੰਬਰ ਉਹਨੇ ਰਿਟਰਨ ਕਰ ਦੇਣਾ। ਜੇ ਉਹ ਡੇਟ ਆ in the built date format available in Microsoft Excel then serial number of the date, ਉਹ ਡੇਟ ਦਾ ਸੀਰੀਅਲ ਨੰਬਰ ਆਪਾਂ ਨੂੰ ਦੇ ਦਿੰਦਾ, ਠੀਕ ਆ। ਤੇ ਜੇਕਰ ਟਰੂ ਆਪਾਂ ਐਂਟਰ ਕਰਾਂਗੇ ਤਾਂ 1 ਦੇ ਦੂਗਾ, ਜੇਕਰ ਆਪਾਂ ਫਾਲਸ ਦੇਵਾਂਗੇ ਤਾਂ 0 ਦੇ ਦੂਗਾ। ਜੇ ਆਪਾਂ ਐਰਰ ਵੈਲਿਊ ਦੇਤੀ ਕੋਈ, ਜਿਵੇਂ ਹੈਸ਼ ਡਿਵਾਈਡ ਬਾਈ 0, ਤਾਂ ਐਰਰ ਵੈਲਿਊ ਆ ਜੂਗੀ। ਜਾਂ ਕੋਈ ਨੇਮ ਵਗੈਰਾ ਪਾਤਾ ਤਾਂ ਨੇਮ ਸਪੇਸ ਦਾ ਐਰਰ ਆ ਜਾਊਗਾ। ਐਨੀਥਿੰਗ ਐਲਸ ਇਹਦੇ ਤੋਂ ਬਿਨਾ ਆਪਾਂ ਨੂੰ 0 ਦੇਊਗਾ। ਸੋ ਆਪਾਂ ਕਰਕੇ ਦੇਖ ਲੈਂਦੇ ਆ ਵੀ ਇਹ ਬਣੂਗਾ ਕਿਵੇਂ। ਐਕਸਲ ਦੇ ਵਿੱਚ ਕੋਈ ਵੀ ਆਪਾਂ ਫਾਰਮੂਲਾ ਪਾਉਣਾ ਹੋਵੇ ਤਾਂ ਇਕੁਅਲ ਟੂ ਇੱਥੇ ਲਿਖਾਂਗੇ ਆਪਾਂ n, ਫਿਰ ਬ੍ਰੈਕਟ ਸਟਾਰਟ, ਤੇ ਜੇ ਆਪਾਂ ਲਿਖ ਦਾਂਗੇ ਸਪੋਜ਼ ਕਰੋ ਮੈਂ 1 ਲਿਖਦਾ, ਹਨਾ, 1 ਲਿਖੂੰਗਾ ਤਾਂ ਇਹਨੇ ਕੀ ਕਰ ਦੇਣਾ, ਦੈਟ ਨੰਬਰ ਦੇ ਦੇਣਾ ਆਪਾਂ ਨੂੰ। ਜੇ ਆਪਾਂ 2 ਪਾ ਦਈਏ, ਹਨਾ, 2 ਪਾ ਕੇ ਦੇਖ ਲਈਏ ਤਾਂ ਇਹਨੇ ਜਿਹੜਾ ਵੀ ਵੈਲਿਊ ਪੁੱਟ ਕਰਾਂਗੇ ਉਹੀ ਨੰਬਰ ਦੇ ਦੇਣਾ। ਜੇ ਆਪਾਂ ਇੱਥੇ ਵੈਲਿਊ ਪੁੱਟ ਕਰਦੇ ਹਾਂ, ਸਪੋਜ਼ ਕਰੋ ਜਿਵੇਂ ਉਹਨੇ ਪਾਈ ਹੈ ਹੈਲੋ, ਹਨਾ, ਹੈਲੋ ਹੀ ਆਪਾਂ ਪਾ ਕੇ ਦੇਖ ਲੈਂਦੇ ਹਾਂ ਤਾਂ ਇਹ ਇਸ ਤੋਂ ਬਾਅਦ ਆਪਾਂ ਐਂਟਰ ਕਰਾਂਗੇ ਤਾਂ ਇਹਨੇ 0 ਦੇਤਾ। ਆਪਾਂ ਨੂੰ ਉਹਨੇ ਦੱਸਿਆ ਸੀ ਨਾ ਵੀ ਐਨੀਥਿੰਗ ਐਲਸ ਜਿਹੜਾ 0 ਦੇਊਗਾ। ਜੇ ਆਪਾਂ ਦੁਬਾਰੇ ਲਿਖ ਲਈਏ ਇਜ਼ ਇਕੁਅਲ ਟੂ n ਬ੍ਰੈਕਟ ਸਟਾਰਟ, ਜੇ ਆਪਾਂ ਟਰੂ ਪਾ ਦਈਏ ਤਾਂ ਟਰੂ ਤੇ ਇਹ 1 ਵੈਲਿਊ ਦੂਗਾ। 1 ਮੈਨੇ ਟਰੂ ਹੁੰਦਾ ਪ੍ਰੋਗਰਾਮਿੰਗ ਦੇ ਵਿੱਚ। ਜੇ ਤੁਹਾਡੇ ਚੋਂ ਕੰਪਿਊਟਰ ਸਾਇੰਸ ਵਾਲੇ ਬੱਚੇ ਹੈ, MCA BCA ਵਾਲੇ, ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਟਰੂ ਤੇ 1 ਹੁੰਦਾ। ਜਿਵੇਂ ਆਪਾਂ ਪ੍ਰੋਗਰਾਮਿੰਗ ਕਰਦੇ ਹਾਂ ਉਹਦਾ ਜੇ 1 ਆ ਜਾਂਦਾ ਇਟ ਮੀਨਸ ਟਰੂ, ਤੇ ਜੇ ਅਸੀਂ ਫਾਲਸ ਦੇ ਦਈਏ ਤਾਂ ਉਹ ਵੈਲਿਊ 0 ਰਿਟਰਨ ਕਰੂਗਾ। ਤਾਂ ਇਹ ਯਾਦ ਰੱਖਣਾ ਹੈ, ਫਾਲਸ ਤੇ ਕਿੰਨੀ ਵੈਲਿਊ ਆਉਂਦੀ ਹੈ, 0 ਰਿਟਰਨ ਕਰਦਾ, ਹਨਾ। ਤੇ ਜੇ ਅਸੀਂ ਕੋਈ ਵੀ ਵੈਲਿਊ, ਜਿਵੇਂ ਆਪਾਂ ਇੱਥੇ ਹੈਲੋ ਦਿੱਤਾ ਸੀ, ਐਨੀਥਿੰਗ ਐਲਸ ਜਿਹੜੀ ਵੈਲਿਊ ਆਊਗੀ ਉਹ ਕੀ ਕਰ ਦੂਗਾ, 0 ਕਰ ਦੂਗਾ। ਤੇ ਜੇ ਅਸੀਂ ਦੇ ਦਈਏ n ਵੈਲਿਊ ਬਿਨਾ ਸੈਮੀਕੋਲਨ ਤੋਂ ਦੇ ਦਈਏ, ਫਿਰ ਨੇਮ ਦਾ ਐਰਰ ਦੇ ਦਿੰਦਾ, ਕਿਉਂਕਿ ਟੈਕਸਟ ਨਹੀਂ
ਕੋਰਸ ਦੇ ਵਿੱਚ ਨਹੀਂ ਆਪਾਂ ਪਾ ਰਹੇ, ਤਾਂ ਕੋਰਸ ਦੇ ਵਿੱਚ ਪਾਵਾਂਗੇ ਫੇਰ ਹੀ ਉਸ ਨੂੰ ਪ੍ਰੋਪਰ ਰੀਡ ਕਰਦਾ, ਕਿਉਂਕਿ ਸਟ੍ਰਿੰਗਸ ਨੇ ਜਿਹੜੀਆਂ ਉਹ ਸਿੰਗਲ ਕੋਰਸ ਜਾਂ ਡਬਲ ਕੋਰਸ ਦੇ ਨਾਲ ਆਪਾਂ ਪ੍ਰੋਗਰਾਮਿੰਗ ਦੇ ਵਿੱਚ ਡੀਲ ਕਰਦੇ ਆ। ਸੋ ਇੱਥੇ ਜੇ ਆਪਾਂ ਦੇਖੀਏ ਤਾਂ ਇਹ ਜਿਹੜਾ ਹੈ ਆਪਾਂ ਨੂੰ ਫੰਕਸ਼ਨ ਹੈਗਾ, ਇਹਦੇ ਵਿੱਚ ਹੈਲੋ ਭਰਾਂਗੇ ਤਾਂ ਆਪਾਂ ਆਪਣੇ ਕੋਲੇ 0 ਆ ਜਾਣਾ। ਕਲੀਅਰ ਹੋਈ ਗੱਲ? ਸੋ ਮੈਨੂੰ ਲੱਗਦਾ ਕਿ ਸਵਾਲ ਜਿਹੜਾ ਹੈ ਕਲੀਅਰ ਹੋ ਗਿਆ ਹੋਣਾ। ਹੁਣ ਆਪਾਂ ਗੱਲ ਕਰੀਏ ਵੀ ਰਿਮਾਰਕਸ ਵੀ ਨੇ ਇਹਦੇ ਵੀ it is not generally necessary to use n function in formula because excel automatically converts value as necessary। ਕਹਿੰਦਾ excel ਆਪਣੇ ਆਪ ਹੀ ਵੈਲਿਊਜ਼ ਨੂੰ ਕਨਵਰਟ ਕਰ ਦਿੰਦਾ ਹੈ, ਸਟ੍ਰਿੰਗ ਨਹੀਂ ਲੈਂਦਾ ਉਹ ਬਾਈ ਡਿਫਾਲਟ। ਉਹ ਜੇ ਨੰਬਰ ਪਾਵਾਂਗੇ ਤਾਂ ਉਹਨੂੰ ਨੰਬਰ ਦੇ ਵਿੱਚ ਲੈਂਦਾ, ਜੇ ਅਸੀਂ ਪਾਵਾਂਗੇ ਟੈਕਸਟ ਤਾਂ ਉਹਨੂੰ ਐਜ਼ ਏ ਟੈਕਸਟ ਲੈਂਦਾ। ਠੀਕ ਹੈ, ਡਾਟਾਬੇਸ ਦੀ ਪ੍ਰੋਬਲਮ ਹੈ। ਡਾਟਾ ਅਸੀਂ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਪੜ੍ਹਦੇ ਹਾਂ ਵੀ ਉਸਦੇ ਡੇਟਾ ਟਾਈਪ ਕਿਹੜੇ ਕਿਹੜੇ ਹੁੰਦੇ ਨੇ, ਜਿਵੇਂ ਪ੍ਰੋਗਰਾਮਿੰਗ ਵਾਲਿਆਂ ਨੂੰ ਪਤਾ ਹੋਣਾ ਇੰਟ ਹੋ ਗਿਆ, ਕਰੈਕਟਰ ਹੋ ਗਿਆ, ਹਨਾ, ਇਹ ਸਾਰੇ ਕੀ ਹੁੰਦੇ ਨੇ, ਡੇਟਾ ਟਾਈਪ ਹੁੰਦੇ ਨੇ ਕਿਸੇ ਵੀ ਲੈਂਗੁਏਜ ਦੇ। ਤਾਂ ਡੇਟਾ ਟਾਈਪ ਜਿਵੇਂ ਆਪਣੇ ਕੋਲ ਕਰੈਕਟਰ ਇੱਕ ਡੇਟਾ ਟਾਈਪ ਹੈ, ਇੰਟੀਜਰ ਇੱਕ ਡੇਟਾ ਟਾਈਪ ਹੈ। ਸੋ ਇਹਨੇ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਵੀ ਘੁਮਾ ਕੇ ਸਵਾਲ ਪੁੱਛਿਆ, ਪਰ ਇੰਨਾ ਔਖਾ ਵੀ ਨਹੀਂ ਹੈ। ਹੁਣ ਤੁਹਾਨੂੰ ਕਲੀਅਰ ਹੋ ਗਈ ਹੋਣੀ ਹੈ ਗੱਲ, ਤਾਂ ਤੁਸੀਂ ਦੱਸ ਸਕਦੇ ਹੋ। ਦਾ ਫੰਕਸ਼ਨ ਇਜ਼ ਪ੍ਰੋਵਾਈਡਡ ਫॉर ਕੰਪੈਟੀਬਿਲਿਟੀ ਵਿਦ ਅਦਰ ਸਪਰੈਡਸ਼ੀਟ ਪ੍ਰੋਗਰਾਮਸ। ਜੇ ਬਾਕੀਆਂ ਦੇ ਨਾਲ ਕੰਪੈਟੀਬਿਲਿਟੀ ਕਰਨੀ ਹੈ ਤਾਂ ਫਿਰ ਇਹ ਯੂਜ਼ ਕੀਤਾ ਜਾਂਦਾ। ਤਾਂ ਇਸ ਦਾ ਸਵਾਲ ਦਾ ਆਨਸਰ ਸੀਗਾ ਏ। ਤਾਂ ਤੁਸੀਂ ਦੱਸਿਓ ਕਿੰਨੇ ਬੱਚਿਆਂ ਦਾ ਇਹ ਸਵਾਲ ਸਹੀ ਹੋਇਆ। ਤੁੱਕਾ ਕਿਹੜੇ ਕਿਹੜੇ ਲਾ ਕੇ ਆਏ, ਤੁੱਕੇ ਨੇ ਲਾਇਆ ਕਿ ਤੁਹਾਨੂੰ ਇਹ ਸਵਾਲ ਆਉਂਦਾ ਸੀ। ਅਗਲਾ ਵੀ ਬੜਾ ਵਧੀਆ ਸਵਾਲ ਹੈ, ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਕਲਾਊਡ ਸਰਵਿਸ ਪ੍ਰੋਵਾਈਡਰ। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਲਾਊਡ ਸਰਵਿਸ ਪ੍ਰੋਵਾਈਡਰ ਨਹੀਂ ਹੈ। ਇਹ ਆਪਾਂ ਚੰਗੀ ਤਰ੍ਹਾਂ ਕਰਾਇਆ ਹੋਇਆ, ਜੇਕਰ ਤੁਸੀਂ ਡੇ 1 ਤੋਂ ਲੈ ਕੇ ਸਾਰੀਆਂ ਵੀਡੀਓ ਦੇਖ ਰਹੇ ਹੋ ਫਿਰ ਤੁਹਾਨੂੰ ਇਹ ਸਵਾਲ ਲੱਗਿਆ ਹੋਣਾ ਬੜਾ ਸੌਖਾ। ਤੇ ਜੇਕਰ ਤੁਸੀਂ ਜੁੜੇ ਹਜੇ ਹੋਣੋ ਤਾਂ ਫਿਰ ਤੁਹਾਨੂੰ ਇਹ ਹੋ ਸਕਦਾ ਸਵਾਲ ਨੇ ਤੰਗ ਕਰਿਆ ਹੋਵੇ, ਜਾਂ ਕਿਤੋਂ ਹੋਰ ਪੜਿਆ ਹੋਵੇ, ਹੋ ਸਕਦਾ ਤੁਹਾਡਾ ਸੋਲਵ ਹੋ ਗਿਆ ਹੋਵੇ। ਤਾਂ ਆਪਾਂ ਇਹਨਾਂ ਚੀਜ਼ਾਂ ਤੇ ਆਉਣੇ ਆ। ਪਹਿਲਾਂ ਮੈਂ ਥੋੜੀ ਜਿਹੀ ਦੱਸਣਾ ਚਾਹੂੰਗਾ, ਥਿਊਰੀ ਆਪਾਂ ਬਣਾਉਣੀ ਚਾਹਾਂਗੇ, ਇੱਥੇ ਪੂਰਾ ਬੇਸ ਡਿਵੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਲੱਗਦਾ ਵੀ ਇਸ ਤੇ ਸਵਾਲ ਉਹ ਪੁੱਛੂਗਾ ਕਲਾਊਡ ਤੇ, ਕਿਉਂਕਿ ਹੁਣ ਤੱਕ ਪੁੱਛਿਆ ਨਹੀਂ ਸੀ। ਤਾਂ ਮੈਨੂੰ ਥੋੜਾ ਜਿਹਾ ਉਸ ਹਿਸਾਬ ਨਾਲ ਕਰਾਇਆ ਸੀਗਾ ਵੀ ਜ਼ਿਆਦਾ ਖੁੱਲ ਕੇ, ਜਿਵੇਂ ਆਪਾਂ ਕਹਿੰਦੇ ਆ ਵੀ ਮਗਰ ਨਹੀਂ ਪਏ ਸੀ ਇਸ ਟੌਪਿਕ ਦੇ। ਤਾਂ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਇਹਦੇ ਵਿੱਚੋਂ ਜੇ ਕੋਈ ਹੋਰ ਸਵਾਲ ਬਣੂਗਾ ਤਾਂ ਆਪਣਾ ਫਸੂਗਾ ਨਹੀਂ। AWS ਹੁੰਦਾ, ਐਮਾਜ਼ਨ ਵੈਬ ਸਰਵਿਸ, ਗੂਗਲ ਕਲਾਊਡ, ਮਾਈਕਰੋਸਾਫਟ ਅਜ਼ਿਓਰ, MS ਵਿੰਡੋ। ਵਿੰਡੋ ਆਪਾਂ ਨੂੰ ਪਤਾ ਆਨਸਰ ਇਹਦਾ ਕਲਾਊਡ ਨਹੀਂ ਹੈ, ਕਲਾਊਡ ਸਰਵਿਸ ਪ੍ਰੋਵਾਈਡਰ ਨਹੀਂ ਹੈ। ਇੱਥੇ ਆਪਸ਼ਨ ਕੋਈ ਹੋਰ ਸੀ, ਉਹ ਬੱਚੇ ਨੂੰ ਯਾਦ ਨਹੀਂ ਸੀ, ਸੋ ਆਪਾਂ MS ਵਿੰਡੋ ਹੀ ਭਰਿਆ, ਹਨਾ। ਸੋ ਸਭ ਤੋਂ ਪਹਿਲਾਂ ਕਲਾਊਡ ਸਰਵਿਸ ਕੀ ਹੁੰਦੀ ਹੈ? ਕਲਾਊਡ ਸਰਵਿਸ ਰੈਫਰਸ ਟੂ ਅ ਬ੍ਰੌਡ ਰੇਂਜ ਆਫ ਔਨ ਡਿਮਾਂਡ ਕੰਪਿਊਟਿੰਗ ਰਿਸੋਰਸ। ਜਿਹੜੀ ਔਨ ਡਿਮਾਂਡ ਤੇ ਅਸੀਂ ਕੋਈ ਸਰਵਿਸ ਲੈਂਦੇ ਆ, ਜਾਂ ਤਾਂ ਕੋਈ ਕੰਪਿਊਟਿੰਗ ਰਿਸੋਰਸ ਨੇ ਜਾਂ ਐਪਲੀਕੇਸ਼ਨ ਡਿਲੀਵਰ ਓਵਰ ਦੀ ਨੈਟਵਰਕ, ਡਿਲੀਵਰਡ ਓਵਰ ਦੀ ਨੈਟਵਰਕ। ਜਿਵੇਂ ਆਪਾਂ ਕਹਿ ਲਈਏ ਵੀ ਔਨ ਡਿਮਾਂਡ ਆਪਾਂ ਨੈਟਫਲਿਕਸ ਨਹੀਂ ਲੈਂਦੇ, OTT ਪਲੇਟਫਾਰਮ ਹੈ, ਬਟ ਉਹ ਕਲਾਊਡ ਸਰਵਿਸਿਜ਼ ਤਾਂ ਹੈਗੀ ਹੈ ਨਾ। ਉਹ ਆਪ ਸਰਵਿਸ ਪ੍ਰੋਵਾਈਡ ਨਹੀਂ ਕਰਦੇ, ਬਟ ਉਹ ਇੱਕ ਕਲਾਊਡ ਤੇ ਪਈ ਹੈ ਸਰਵਿਸ। ਇਹ ਤਾਂ ਨਹੀਂ ਹੈਗਾ ਸਾਡੇ ਟੀਵੀ ਦੇ ਵਿੱਚ ਜਾਂ ਸਾਡੇ ਲੈਪਟਾਪ ਫੋਨ ਦੇ ਵਿੱਚ ਮੂਵੀ ਪਈ ਅਸੀਂ ਦੇਖ ਰਹੇ ਹਾਂ, ਉਹ ਕਲਾਊਡ ਤੇ ਪਏ ਆ, ਕਿਤੇ ਹੋਰ ਜਗ੍ਹਾ ਤੇ ਸਾਨੂੰ ਮਿਲ ਰਿਹਾ। ਉਹ ਤਾਂ ਅਸੀਂ ਸਰਵਿਸ ਨੂੰ ਯੂਜ਼ ਕਰ ਰਹੇ ਹਾਂ। ਕੁਝ ਕੰਪਨੀਆਂ ਐਵੇਂ ਦੀਆਂ ਨੇ ਜਿਹੜੀਆਂ ਸਰਵਿਸਿਜ਼ ਨੂੰ ਹੀ ਪ੍ਰੋਵਾਈਡ ਕਰਦੀਆਂ ਨੇ ਵੀ ਤੁਸੀਂ ਆਹ ਵਰਤ ਕੇ ਆਪਦਾ ਕੰਮ ਕਰ ਲਓ। ਦੀ ਸਰਵਿਸਿਜ਼ ਆਰ ਪ੍ਰੋਵਾਈਡਡ ਬਾਈ ਕਲਾਊਡ ਸਰਵਿਸ ਪ੍ਰੋਵਾਈਡਰ। ਜਿਹੜੇ ਇਹ ਸਰਵਿਸ ਪ੍ਰੋਵਾਈਡ ਕਰਦੇ ਨੇ ਉਹਨਾਂ ਨੂੰ ਕਲਾਊਡ ਸਰਵਿਸ ਪ੍ਰੋਵਾਈਡਰ ਕਹਿ ਦਿੰਦੇ ਆ। ਜਿਵੇਂ ਆਪਾਂ ਆਨਲਾਈਨ ਟੀਚਿੰਗ ਕੋਈ ਤੁਹਾਨੂੰ ਘਰੇ ਬੈਠਿਆਂ ਨੂੰ, ਹਨਾ, ਤਾਂ ਉਹ ਆਨਲਾਈਨ ਟਿਊਟਰ ਆਪਾਂ ਕਹਿ ਸਕਦੇ ਉਹਨਾਂ ਨੂੰ। ਐਂਡ ਟਿਪੀਕਲੀ ਅਵੇਲੇਬਲ ਟੂ ਯੂਜ਼ਰ ਔਨ ਸਬਸਕ੍ਰਿਪਸ਼ਨ ਔਰ ਪੇ ਐਜ਼ ਯੂ ਗੋ ਬੇਸਿਸ। ਤੁਸੀਂ ਜਿੰਨਾ ਟਾਈਮ ਵਰਤਣਾ ਉਹਨਾਂ ਟਾਈਮ ਵਰਤ ਸਕਦੇ ਹੋ। ਜਿਵੇਂ ਆਪਾਂ ਫੋਟੋਸ਼ਾਪ ਵਰਤਣਾ, ਫੋਟੋਸ਼ਾਪ ਹੁਣ ਮਹਿੰਗਾ ਸੌਫਟਵੇਅਰ ਆ, ਤੁਹਾਨੂੰ 15 ਦਿਨ ਚਾਹੀਦਾ, ਤੁਸੀਂ 15 ਦਿਨਾਂ ਦੇ ਪੈਸੇ ਦੇ ਦਿਓ, ਹਨਾ। ਇਵੇਂ ਤਰ੍ਹਾਂ ਹੀ ਆਪਾਂ ਗੂਗਲ ਫ੍ਰੀ 15 GB ਆਪਾਂ ਨੂੰ ਸਪੇਸ ਗੂਗਲ ਦਿੰਦਾ ਗੂਗਲ ਡਰਾਈਵ ਦੇ ਵਿੱਚ। ਤੇ ਜੇਕਰ ਅਸੀਂ ਚਾਹੁੰਦੇ ਹਾਂ ਜ਼ਿਆਦਾ ਸਪੇਸ ਆ ਤਾਂ ਗੂਗਲ ਵਨ ਲੈ ਲਓ। ਗੂਗਲ ਵਨ ਦੇ ਵਿੱਚ ਜ਼ਿਆਦਾ ਸਪੇਸ ਮਿਲਦੀ ਹੈ, 1 TB ਤੁਹਾਨੂੰ ਸਾਲ ਦੀ ਸਬਸਕ੍ਰਿਪਸ਼ਨ ਹੁੰਦੀ ਹੈ 1200-1300 ਦੀ, ਹਨਾ, ਤੁਸੀਂ ਉਹ ਲੈ ਸਕਦੇ ਹੋ। ਇਹ ਸਾਰੇ ਕੀ ਨੇ? ਕਲਾਊਡ ਨੇ। ਡੇਟਾਬੇਸ ਲੈ ਸਕਦੇ ਹੋ, ਕੋਈ ਸੌਫਟਵੇਅਰ ਲੈ ਸਕਦੇ ਹੋ, ਕੁਝ ਵੀ। ਅਗਰ ਤੁਸੀਂ ਮੈਟਲੈਬ, ਜਿਵੇਂ ਕੋਡਿੰਗ ਵਾਲੇ ਬੱਚੇ ਆ ਜਿਹੜੇ, ਉਹਨਾਂ ਨੂੰ ਪਤਾ ਹੋਊਗਾ, ਹਨਾ। ਸੋ ਇਹਨਾਂ ਨੂੰ ਆਪਾਂ ਬੋਲਦੇ ਨਾ ਕਲਾਊਡ ਸਰਵਿਸਿਜ਼। ਤੇ ਜਿਹੜਾ ਇਹਨਾਂ ਨੂੰ ਪ੍ਰੋਵਾਈਡ ਕਰਦਾ ਉਹ ਹੁੰਦਾ ਕਲਾਊਡ ਸਰਵਿਸ ਪ੍ਰੋਵਾਈਡਰ। ਤਾਂ ਹੁਣ ਕਾਮਨ ਟਾਈਪਸ ਆਫ ਕਲਾਊਡ ਸਰਵਿਸਿਜ਼ ਕਿਹੜੀਆਂ ਹੁੰਦੀਆਂ ਨੇ? ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ। ਜਦੋਂ ਇੱਕ ਸਵਾਲ ਪੁੱਛ ਲਿਆ, ਐਬਰੀਵੇਸ਼ਨ ਪੁੱਛ ਸਕਦਾ, IaaS, ਇਨਫਰਾਸਟ੍ਰਕਚਰ ਐਜ਼ ਏ ਸਰਵਿਸ। ਇਨਫਰਾਸਟ੍ਰਕਚਰ ਕਿਵੇਂ ਹੁੰਦਾ? ਜਿਵੇਂ ਆਪਾਂ ਕਹਿ ਲਈਏ ਵੀ ਆਪਾਂ, ਤੁਸੀਂ ਲੋਕਲੀ ਪੜ੍ਹਦੇ ਹੋਵੋਗੇ ਵੀ ਯਾਰ ਇੰਡੀਆ ਦੇ ਵਿੱਚ ਇਨਫਰਾਸਟ੍ਰਕਚਰ ਦੀ ਬਹੁਤ ਲੋੜ ਹੈ। ਇਨਫਰਾਸਟ੍ਰਕਚਰ ਕੀ ਹੁੰਦਾ? ਜਿਵੇਂ ਆਪਣਾ ਬੱਸ ਸਟੈਂਡ ਬਣ ਗਿਆ, ਕੋਈ ਹੋਰ ਫੈਸਿਲਿਟੀ, ਹਸਪੀਟਲ ਬਣ ਗਏ, ਇਹ ਸਾਰਾ ਕੀ ਹੈ? ਇਨਫਰਾਸਟ੍ਰਕਚਰ, ਜਿਹਦੇ ਵਿੱਚ ਆਪਾਂ ਕੰਮ ਕਰਨਾ। ਉਵੇਂ ਹੀ ਕੰਪਿਊਟਰ ਦੇ ਵਿੱਚ ਇਨਫਰਾਸਟ੍ਰਕਚਰ ਕੀ ਹੋ ਗਿਆ? ਵਰਚੁਅਲ ਮਸ਼ੀਨ, ਆਪਰੇਟਿੰਗ ਸਿਸਟਮ ਜਿਹੜਾ ਕਿ ਕੰਪਿਊਟਰ ਦੇ ਵਿੱਚ ਇੰਸਟਾਲਡ ਹੁੰਦਾ ਉਹਨੂੰ ਵਰਚੁਅਲ ਮਸ਼ੀਨ ਨਹੀਂ ਕਹਿੰਦੇ। ਜਿਹੜਾ ਕੰਪਿਊਟਰ ਦੇ ਵਿੱਚ ਇੱਕ ਸੌਫਟਵੇਅਰ ਚੱਲੇ, ਸੌਫਟਵੇਅਰ ਦੇ ਵਿੱਚ ਮਲਟੀਪਲ ਆਪਰੇਟਿੰਗ ਸਿਸਟਮ ਆਪਾਂ ਇੰਸਟਾਲ ਕਰ ਲਈਏ, ਦੈਟ ਇਜ਼ ਨੋਨ ਐਜ਼ ਵਰਚੁਅਲ ਮਸ਼ੀਨਸ, ਹਨਾ। ਵੀ ਮਸ਼ੀਨਾਂ ਅਸਲ ਦੇ ਵਿੱਚ ਐਗਜ਼ਿਸਟ ਨਹੀਂ ਕਰਦੀਆਂ ਉਹ,
ਜਿਵੇਂ ਹੁਣ ਆਪਣੇ ਕੰਪਿਊਟਰ ਤੇ ਵਿੰਡੋ 7 ਚੱਲਦੀ ਆ, ਆਪਾਂ ਕਹਿੰਦੇ ਮਸ਼ੀਨ ਆ, ਹੁਣ ਵਿੰਡੋ 7 ਪੁਰਾਣੀ ਹੋ ਗਈ, ਮੈਂ ਵਿੰਡੋ 10 ਕਰਾ ਲਈ ਤੇ ਬਟ ਮੈਨੂੰ ਵਿੰਡੋ 7 ਤੇ ਵਿੰਡੋ XP ਦੀ ਲੋੜ ਆ, ਤਾਂ ਮੈਂ ਆਪਣੇ ਕੰਪਿਊਟਰ ਦੇ ਵਿੱਚ ਵਰਚੁਅਲ ਮਸ਼ੀਨ ਨੂੰ ਇੰਸਟਾਲ ਕਰੂੰਗਾ, ਉਹਦੇ ਵਿੱਚ 7 ਤੇ XP ਆਪਾਂ ਚਲਾ ਲਾਂਗੇ, ਲਿਨਕਸ ਵੀ ਚਲਾ ਲਾਂਗੇ, ਤਾਂ ਉਹ ਕੀ ਹੋ ਗਿਆ ਵਰਚੁਅਲ ਮਸ਼ੀਨ। ਨਕਲੀ ਨੇ ਉਹ, ਅਸਲ ਦੇ ਵਿੱਚ ਮਸ਼ੀਨ ਨਹੀਂ ਹੈਗੀਆਂ, ਬਟ ਉਹ ਬਿਹੇਵ ਹੀ ਕਰਦੀਆਂ ਵੀ ਦੇ ਹੈਵ ਓਨ ਹਾਰਡ ਡਿਸਕ, ਓਨ ਰੈਮ, ਓਨ ਸਾਰੇ ਇਨਪੁਟ ਆਊਟਪੁੱਟ ਡਿਵਾਈਸ, ਬਟ ਅਸਲ ਦੇ ਵਿੱਚ ਤਾਂ ਹੈ ਨਹੀਂ ਉਹ, ਤਾਂ ਉਹਨਾਂ ਨੂੰ ਵਰਚੁਅਲ ਮਸ਼ੀਨ ਬੋਲਦੇ ਆ। ਸਟੋਰੇਜ ਹੋ ਗਈ, ਨੈਟਵਰਕਿੰਗ ਹੋ ਗਈ, ਇਹ ਸਾਰੇ ਹੀ ਓਨ ਸੌਫਟਵੇਅਰ ਇਨਫਰਾਸਟ੍ਰਕਚਰ ਐਜ਼ ਏ ਸਰਵਿਸ। ਦੂਸਰਾ ਹੁੰਦਾ ਪਲੇਟਫਾਰਮ ਐਜ਼ ਏ ਸਰਵਿਸ। ਅਗਰ ਤੁਸੀਂ ਕੁਝ ਲੈਂਗੁਏਜ ਨੂੰ ਯੂਜ਼ ਕਰਕੇ, ਜਿਵੇਂ ਮੈਟਲੈਬ ਹੋ ਗਿਆ, ਪਾਈਥਨ ਹੋ ਗਿਆ, ਇਹ ਸਾਰੀਆਂ ਲੈਂਗੁਏਜ ਦੇ ਨਾਲ ਤੁਸੀਂ ਇਹਨਾਂ ਨੂੰ ਯੂਜ਼ ਕਰਕੇ ਟੂਲਸ ਨੂੰ ਕੁਝ ਨਵੀਆਂ ਐਪਲੀਕੇਸ਼ਨ ਬਣਾਉਣੀਆਂ ਚਾਹੁੰਦੇ ਹੋ, ਜਾਂ ਜਿਵੇਂ ਮੋਬਾਈਲ ਐਪਸ ਬਣਦੀਆਂ ਨੇ ਉਹਨਾਂ ਦੇ ਲਈ ਪਲੇਟਫਾਰਮ ਲੈਣਾ ਚਾਹੁੰਦੇ ਹੋ, ਤਾਂ ਇਹਨੂੰ ਆਪਾਂ ਬੋਲਾਂਗੇ ਪਲੇਟਫਾਰਮ ਐਜ਼ ਏ ਸਰਵਿਸ, ਪਾਸ। ਇੱਕ ਹੁੰਦਾ ਸਾਸ ਵੀ ਕभी बहू थी, है ना, ਉਹ ਵਾਲਾ, ਉਹ ਨਹੀਂ ਹੁੰਦਾ। ਸੌਫਟਵੇਅਰ ਐਜ਼ ਏ ਸਰਵਿਸ, ਸੌਫਟਵੇਅਰ ਐਜ਼ ਏ ਸਰਵਿਸ ਡਿਲੀਵਰ ਸੌਫਟਵੇਅਰ ਐਪਲੀਕੇਸ਼ਨ ਓਵਰ ਦੀ ਇੰਟਰਨੈਟ। ਕੋਈ ਵੀ ਸੌਫਟਵੇਅਰ ਲੈਣਾ, ਜਿਵੇਂ ਆਪਾਂ ਫੋਟੋਸ਼ਾਪ ਦੀ ਗੱਲ ਕੀਤੀ, ਜਾਂ ਆਪਾਂ ਅੱਜ ਕੱਲ੍ਹ ਕੋਰਲ ਡਰਾ ਬੜਾ ਚੱਲਦਾ ਹੈ, ਇਲਸਟ੍ਰੇਸ਼ਨ ਦੇ ਲਈ ਕੋਰਲ ਡਰਾ, ਤੇ ਸਵਾਲ ਵੀ ਪੁੱਛਿਆ ਗਿਆ ਕੋਰਲ ਡਰਾ ਕਾਹਦੇ ਲਈ, ਐਡੀਟਿੰਗ ਦੇ ਲਈ, ਸੋ ਉਹ ਵਾਲੇ ਤੁਸੀਂ ਸੌਫਟਵੇਅਰ ਐਜ਼ ਏ ਸਰਵਿਸ ਦੇ ਵਿੱਚ ਲੈ ਸਕਦੇ ਹੋ। ਫਿਰ ਸਟੋਰੇਜ ਐਜ਼ ਏ ਸਰਵਿਸ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗੂਗਲ ਕਲਾਊਡ ਹੈ, ਬਹੁਤ ਸਾਰੇ ਡਰੋਪਬਾਕਸ ਹੈ, ਕੀ ਕਰਦੇ ਨੇ, ਸਟੋਰੇਜ ਪ੍ਰੋਵਾਈਡ ਕਰਦੇ ਨੇ। ਡਾਟਾਬੇਸ ਐਜ਼ ਏ ਸਰਵਿਸ, ਡਾਟਾਬੇਸ ਕੀ ਹੁੰਦਾ, ਜਿਵੇਂ ਬਹੁਤ ਸਾਰਾ, ਜਿਵੇਂ ਆਪਾਂ ਨਹੀਂ, ਬਹੁਤ ਸਾਰੇ ਸੈਂਟਰ ਕੀ ਕਰਦੇ ਨੇ, ਉਹ ਕਰਦੇ ਨੇ ਕਲਾਸ ਪਲੱਸ ਤੋਂ ਐਪ ਲੈ ਲੈਂਦੇ ਨੇ। ਕਲਾਸ ਪਲੱਸ ਵਾਲਿਆਂ ਕੀ ਕਰਦੇ ਨੇ, ਆਪਾਂ ਨੂੰ ਇੱਕ ਪਿੱਛੇ ਜਿੱਥੇ ਸਾਡਾ ਸਾਰਾ ਡਾਟਾ ਸਟੋਰ ਹੁੰਦਾ, ਉਸ ਸੈਂਟਰ ਦਾ, ਉਸ ਇੰਸਟੀਚਿਊਟ ਦਾ, ਜਿੰਨੇ ਵੀ ਉਹਨੇ ਟੈਸਟ ਸੀਰੀਜ਼ ਬਣਾਈ, ਉਹਨੇ ਵੀਡੀਓ ਲੈਕਚਰ ਬਣਾਏ, ਉਹ ਪਿੱਛੇ ਕਿੱਥੇ ਪਏ ਹੁੰਦੇ ਨੇ, ਕਲਾਸ ਪਲੱਸ ਦੇ ਡਾਟਾਬੇਸ ਤੇ ਪਏ ਹੁੰਦੇ ਨੇ। ਕਲਾਸ ਪਲੱਸ ਨੇ ਵੀ ਕੀ ਕੀਤਾ, ਡਾਟਾਬੇਸ ਲੈ ਕੇ ਫਰੰਟ ਐਂਡ ਇੱਕ ਐਪਲੀਕੇਸ਼ਨ ਬਣਾ ਲਈ ਕਲਾਸ ਪਲੱਸ। ਉਹ ਕੀ ਕਰ ਰਹੇ ਨੇ, ਡਾਟਾਬੇਸ ਨੂੰ ਮੈਨੇਜ ਕਰ ਰਹੇ ਨੇ, ਹੈਂਡਲ ਕਰ ਰਹੇ ਨੇ, ਹੋਰ ਕੁਝ ਵੀ ਨਹੀਂ ਹੈ, ਬਸ ਉਹ ਐਪਲੀਕੇਸ਼ਨ ਬਣਾ ਕੇ ਅੱਗੇ ਜਾ ਕੇ ਲੋਕਾਂ ਨੂੰ ਦੇ ਰਹੇ ਨੇ, ਲੋਕਾਂ ਨੂੰ ਕਹਿੰਦੇ ਵਰਤੋ ਤੁਸੀਂ ਸਾਡਾ। ਤਾਂ ਪਿੱਛੇ ਕੀ ਚੱਲ ਰਿਹਾ, ਡਾਟਾਬੇਸ। ਡਾਟਾਬੇਸ ਕੌਣ ਪ੍ਰੋਵਾਈਡ ਕਰਦਾ, ਉਹੀ ਜਿਹੜੇ ਕਲਾਊਡ ਸਰਵਿਸ ਪ੍ਰੋਵਾਈਡਰ ਨੇ। ਸੋ ਡਾਟਾਬੇਸ ਲੈ ਕੇ ਕਨੈਕਟ ਕਰਕੇ ਕਲਾਸ ਪਲੱਸ ਦੇ ਥਰੂ ਆਪਾਂ ਯੂਜ਼ ਕਰ ਰਹੇ ਹਾਂ, ਠੀਕ ਹੈ। ਸੋ ਡਾਟਾਬੇਸ ਐਜ਼ ਏ ਸਰਵਿਸ। ਬੈਕਅਪ ਐਂਡ ਡਿਜ਼ਾਸਟਰ ਰਿਕਵਰੀ ਐਜ਼ ਏ ਸਰਵਿਸ, ਜਦੋਂ ਹੁਣ ਫੇਸਬੁੱਕ, ਐਮਾਜ਼ੋਨ, ਵਟਸਐਪ, ਗੂਗਲ, ਯਾਹੂ, ਇਹ ਵੱਡੀਆਂ ਕੰਪਨੀਆਂ ਨੇ, ਹੁਣ ਮੰਨ ਲਓ ਇਹਨਾਂ ਦੇ ਡਾਟਾ ਸੈਂਟਰ ਬਣੇ ਹੁੰਦੇ ਨੇ, ਡਾਟਾ ਸੈਂਟਰ ਜਿੱਥੇ ਡੇਟਾ ਸਟੋਰ ਹੁੰਦਾ। ਇੱਕ ਡੇਟਾ ਸੈਂਟਰ ਤੇ ਹਮਲਾ ਹੋ ਗਿਆ, ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੈਲਥ ਕੀ ਹੈ, ਇਨਫੋਰਮੇਸ਼ਨ ਹੈ, ਡੇਟਾ। ਜੇ ਗੂਗਲ ਦਾ ਸਪੋਜ਼ ਕਰੋ, ਗੂਗਲ ਦਾ ਡੇਟਾ ਸੈਂਟਰ ਹੀ ਉੱਡ ਗਿਆ, ਤਾਂ ਕੀ ਹੋ ਜਾਊਗਾ, ਦੁਨੀਆ ਖੜ ਜੂਗੀ। ਤਾਂ ਉਹ ਇੱਕ ਜਗ੍ਹਾ ਤੇ ਡੇਟਾ ਸੈਂਟਰ ਥੋੜੀ ਰੱਖਦਾ। ਟੈਰਰਿਸਟ ਅਟੈਕ ਜਿਹੜੇ ਇਹੀ ਹੁੰਦੇ ਨੇ, ਤਾਂ ਗੂਗਲ ਤੋਂ ਫਰੌਤੀ ਮੰਗੇ, ਜੀ ਤੁਹਾਡਾ ਮੈਨੂੰ ਡੇਟਾ ਸੈਂਟਰ ਪਤਾ ਲੱਗ ਗਿਆ, ਦੱਸੋ, 3 ਮਿੰਟ ਚੱਕ ਦੇਣੇ ਆ, ਤੁਹਾਡਾ ਉਡਾ ਦੇਣਾ, ਜੀ ਮੈਨੂੰ ਪੈਸੇ ਦਿਓ। ਤਾਂ ਉਹਨਾਂ ਦੇ ਮਲਟੀਪਲ ਜਗ੍ਹਾ ਤੇ ਉਹਨਾਂ ਦੇ ਕਹਿ ਲਓ ਵੀ ਡੁਪਲੀਕੇਟ ਸਰਵਰ ਬਣੇ ਹੁੰਦੇ ਨੇ, ਜਿਨ੍ਹਾਂ ਤੇ, ਜਿਵੇਂ ਆਪਾਂ ਰੇਡ ਦਾ ਇੱਕ ਸਵਾਲ ਆਇਆ ਸੀਗਾ, ਰੇਡ, ਇਹ ਮੈਨੂੰ ਹੁਣ ਪ੍ਰੋਪਰ ਯਾਦ ਨਹੀਂ, ਰਿਡੰਡੈਂਟ ਐਰੇ ਐਵੇਂ ਕਰਕੇ ਕੁਛ, ਇਹਦੀ ਐਬਰੀਵੇਸ਼ਨ ਚੈੱਕ ਕਰ ਲਓ, ਕਮੈਂਟ ਕਰਿਓ ਰੇਡ ਕੀ ਹੁੰਦਾ, ਹੈ ਨਾ, ਐਬਰੀਵੇਸ਼ਨ ਆ ਸਕਦੀ ਹੈ। ਉਹਦੇ ਵਿੱਚ ਕੀ ਹੁੰਦਾ, ਮਲਟੀਪਲ ਡਿਸਕ ਦੇ ਵਿੱਚ ਡੇਟਾ ਸਟੋਰ ਹੁੰਦਾ ਰਹਿੰਦਾ, ਉਹਨੂੰ ਆਪਾਂ ਰੇਡ ਬੋਲਦੇ ਹਾਂ। ਇਹਦੇ ਕਈ ਲੈਵਲ ਹੈ, ਰੇਡ 0 1 2 3 4 5। ਤਾਂ ਉੱਥੇ ਕੀ ਹੈਗਾ, ਇੱਕ ਸਰਵਰ ਦੀ ਬਜਾਏ ਆਪਾਂ ਮਲਟੀਪਲ ਸਰਵਰਸ ਤੇ ਡੇਟਾ ਰੱਖ ਲੈਂਦੇ ਹਾਂ, ਤਾਂ ਕਰਕੇ ਕੋਈ ਡਿਜ਼ਾਸਟਰ ਹੋ ਗਿਆ, ਕੋਈ ਵੈਸੇ ਹੀ ਬੈਕਅਪ ਦੀ ਲੋੜ ਪੈ ਗਈ, ਤਾਂ ਉਹ ਵੀ ਇੱਕ ਸਰਵਿਸ ਪ੍ਰੋਵਾਈਡਰ ਆਪਾਂ ਨੂੰ ਮਿਲਦਾ। ਕੰਟੈਂਟ ਡਿਲੀਵਰੀ ਨੈਟਵਰਕ, CDN ਕੀ ਹੁੰਦਾ, ਕੰਟੈਂਟ ਡਿਲੀਵਰੀ ਦੇ ਵਿੱਚ, ਜਿਵੇਂ ਅਸੀਂ ਆਨਲਾਈਨ ਵੈਬ ਪੇਜ, ਇਮੇਜ, ਫੋਟੋ, ਵੀਡੀਓ, ਜਿਓਗ੍ਰਾਫਿਕਲੀ ਡਿਸਪਰਜਨ ਹੈ, ਡਿਸਪਰਸ ਸਰਵਰ ਨੇ। ਹੁਣ ਬਹੁਤ ਸਾਰੇ, ਕੋਈ ਕੈਨੇਡਾ ਦੇ ਵਿੱਚ ਲੋਕ ਫੇਸਬੁੱਕ ਯੂਜ਼ ਕਰਦੇ ਨੇ, ਇੰਡੀਆ ਦੇ ਵਿੱਚ ਯੂਜ਼ ਕਰਦੇ ਨੇ। ਤਾਂ ਜੇ ਸਰਵਰ ਇੱਕੋ ਹੀ ਹੋਵੇ, ਬਹੁਤ ਸਾਰੀ ਜਗ੍ਹਾ ਤੋਂ ਦੂਰ ਹੋਵੇ, ਤਾਂ ਉੱਥੋਂ ਡੇਟਾ ਲੈ ਕੇ ਆਉਣ ਦੇ ਵਿੱਚ ਟਾਈਮ ਲੱਗ ਜੂਗਾ। ਲੇਟੈਂਸੀ ਟਾਈਮ, ਲੇਟੈਂਸੀ ਕੀ ਹੁੰਦਾ, ਇੱਥੋਂ ਇੱਥੇ ਜਾ ਕੇ ਵਾਪਸ ਆਉਣਾ, ਉਹਨੂੰ ਲੇਟੈਂਸੀ ਬੋਲਦੇ ਨੇ ਟਾਈਮ। ਤਾਂ ਲੇਟੈਂਸੀ ਟਾਈਮ ਨੂੰ ਘਟਾਉਣ ਦੇ ਲਈ ਬਹੁਤ ਸਾਰੇ ਜਗ੍ਹਾ ਤੇ ਕੰਟੈਂਟ ਡਿਲੀਵਰੀ ਨੈਟਵਰਕ ਇੱਕ ਕਲਾਊਡ ਸਰਵਿਸ ਹੁੰਦੀ ਹੈ, ਜਿੱਥੇ ਮਲਟੀਪਲ ਜਿਓਗ੍ਰਾਫੀਕਲ ਲੋਕੇਸ਼ਨ ਤੇ ਆਪਾਂ ਡੇਟਾ ਰੱਖ ਸਕਦੇ ਹਾਂ ਤੇ ਰਿਡਿਊਸ ਕਰ ਸਕਦੇ ਹਾਂ ਆਪਾਂ ਲੇਟੈਂਸੀ। ਸਿੰਪਲ ਜੀ ਉਦਾਹਰਨ ਲੈ ਲਓ ਯਾਰ, ਐਵੇਂ ਕਿਉਂ ਔਖੇ ਹੁੰਦੇ ਹੋ। ਜੇ ਹੁਣ ਮੰਨ ਲਓ ਤੁਸੀਂ ਪੰਜਾਬ ਦੇ, ਤੁਸੀਂ ਕੱਦੂ ਬੀਜ ਲਏ, ਪੂਰੇ ਪੰਜਾਬ 'ਚ ਕੱਦੂ ਬੀਜਣੇ ਆ, ਕੱਦੂ ਵੇਚਣੇ ਆ, ਤੁਸੀਂ ਕਹਿ ਲਓ ਕੱਦੂ, ਕਹਿ ਲਓ ਅੱਲਾਂ, ਕਹਿ ਲਓ ਲੌਕੀ, ਕਹਿ ਲਓ ਚਲੋ ਇੱਕੋ ਹੀ ਗੱਲ ਆ, ਉਹਦੇ ਨੂੰ ਸਮਝ ਨਹੀਂ ਆਉਂਦਾ। ਤੇ ਹੁਣ ਪੂਰੇ ਪੰਜਾਬ 'ਚ ਤੁਸੀਂ ਇੱਕ ਜਗ੍ਹਾ ਤੋਂ, ਬਠਿੰਡੇ, ਚਲੋ ਮਤਲਬ ਮੇਰੇ ਵਾਲਾ ਡਿਸਟ੍ਰਿਕਟ ਲਾ ਲਓ, ਬਠਿੰਡੇ ਤੋਂ ਤੁਸੀਂ ਸਾਰੇ ਪੰਜਾਬ 'ਚ ਪਹੁੰਚਾਉਣੇ ਔਖੇ ਆ। ਜੇ ਤੁਸੀਂ ਐਂ ਕਰੋ, ਬਠਿੰਡੇ ਤੋਂ ਜਲੰਧਰ ਸਾਰੇ ਡਿਸਟ੍ਰਿਕਾਂ ਦੇ ਵਿੱਚ ਰੱਖ ਲਓ, ਤਾਂ ਸਮਾਂ ਘੱਟ ਜਾਊਗਾ ਨਾ। ਜਿਵੇਂ ਅਖਬਾਰ ਜਾਂਦੇ ਨੇ, ਛਪ ਕੇ ਤਾਂ ਇੱਕ ਜਗ੍ਹਾ ਤੋਂ ਹੀ ਜਾਂਦੇ ਨੇ, ਉਹ ਵੱਖੋ ਵੱਖਰੀ ਜਗ੍ਹਾ ਤੇ ਬਸ ਰੱਖੇ ਜਾਂਦੇ ਨੇ, ਉੱਥੋਂ ਡਿਲੀਵਰ ਕਰਨੇ ਸੌਖੇ ਹੋ ਜਾਂਦੇ ਨੇ। ਉਵੇਂ ਹੀ ਇਹ ਕੰਟੈਂਟ ਡਿਲੀਵਰੀ ਨੈਟਵਰਕ ਆ। ਫਿਰ ਹੋ ਗਿਆ ਅਗਲਾ, ਆਰਟੀਫਿਸ਼ੀਅਲ ਇੰਟੈਲੀਜੈਂਸ ਐਜ਼ ਏ ਸਰਵਿਸ। ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਮਸ਼ੀਨ ਲਰਨਿੰਗ ਦੇ ਰਿਲੇਟਡ ਜਿੰਨੀਆਂ ਵੀ ਐਪਲੀਕੇਸ਼ਨਾਂ ਨੇ, ਉਹਨਾਂ ਨੂੰ ਆਪਾਂ
ਐਜ਼ ਏ ਕਲਾਊਡ ਸਰਵਿਸਿਜ਼ ਲੈ ਸਕਦੇ ਆ ਤੇ ਯੂਜ਼ ਕਰ ਸਕਦੇ ਆ। ਇਹ ਸੀਗੇ ਕਾਮਨ ਟਾਈਪਸ ਆਫ ਦੀਆਂ ਕਲਾਊਡ ਸਰਵਿਸਿਜ਼। ਹੁਣ ਆਗੇ ਜਿਹੜੇ ਆਪਾਂ ਨੂੰ ਉਹਨੇ ਸਵਾਲ ਪੁੱਛਿਆ ਸੀ ਕਲਾਊਡ ਸਰਵਿਸ ਪ੍ਰੋਵਾਈਡਰ ਕਿਹੜੇ ਨੇ, ਜਿਵੇਂ ਐਮਾਜ਼ੋਨ ਵੈਬ ਸਰਵਿਸ ਹੈ, ਇਹ ਲੀਡਿੰਗ ਚੱਲ ਰਿਹਾ, ਬਹੁਤ ਜ਼ਿਆਦਾ ਵੱਡੇ ਲੈਵਲ ਤੇ ਇਹ ਸਰਵਿਸ ਪ੍ਰੋਵਾਈਡਰ ਹੈ। ਇਹ ਫ੍ਰੀ ਵੀ ਦਿੰਦੇ 1 ਮਹੀਨਾ, ਤੁਸੀਂ ਅਗਰ ਤੁਹਾਡੀ ਟੈਕਨੀਕਲ ਲਾਈਨ ਹੈ ਤਾਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਫਿਰ ਮਾਈਕਰੋਸੌਫਟ ਅਜ਼ਿਓਰ ਹੈ, ਮਾਈਕਰੋਸੌਫਟ ਦਾ ਅਜ਼ਿਓਰ ਕਲਾਊਡ ਹੈ। ਫਿਰ ਗੂਗਲ ਕਲਾਊਡ ਪਲੇਟਫਾਰਮ ਹੈ GCP, ਹੈ ਨਾ, ਤੇ IBM ਕਲਾਊਡ ਹੈ। ਇਹ ਬਸ ਵਿੱਚੋਂ ਪੜ੍ਹਨ ਦੀ ਲੋੜ ਨਹੀਂ, ਜੇ ਤੁਸੀਂ ਪੜ੍ਹਨਾ ਤੁਹਾਡਾ ਸ਼ੌਂਕ ਹੈ ਤਾਂ ਪੜ੍ਹ ਲਿਓ ਮਾੜਾ ਮੋਟਾ, ਨਹੀਂ ਮੈਂ ਵੈਸੇ ਦੱਸਿਆ। ਔਰੈਕਲ ਕਲਾਊਡ ਇਨਫਰਾਸਟਰਕਚਰ OCI ਹੈ, ਅਲੀਬਾਬਾ ਕਲਾਊਡ ਹੈਗਾ, ਸੇਲਫੋਰਸ ਕਲਾਊਡ ਹੈ, ਜਿਵੇਂ VMware ਕਲਾਊਡ ਹੈ, ਹਨਾ। ਸੋ ਉਵੇਂ ਹੀ ਡਿਜੀਟਲ ਓਸ਼ਨ ਕਲਾਊਡ ਹੈ, ਟੈਨਸੈਂਟ ਕਲਾਊਡ ਆਪਣੇ ਕੋਲੇ ਹੈ, OVH ਕਲਾਊਡ ਹੈ, ਰੈਕ ਸਪੇਸ ਕਲਾਊਡ, ਇਹ ਸਾਰੇ ਨਾਮ ਨੇਗੇ। ਤਾਂ ਜੇ ਆਪਾਂ ਗੱਲ ਕਰੀਏ AWS, ਗੂਗਲ ਕਲਾਊਡ, ਮਾਈਕਰੋਸੌਫਟ ਅਜ਼ਿਓਰ, ਇਹ ਸਾਰੇ ਆ ਗਏ ਤੇ ਲਾਸਟ ਵਾਲਾ ਨਹੀਂ, ਇਹਦੀ ਆਪਸ਼ਨ ਹੋਰ ਸੀ, ਮੈਂ ਫੇਰ ਦੱਸ ਰਿਹਾ। ਸੋ ਵੈਸੇ ਹੀ ਆਪਾਂ ਲਾਈ ਆ। ਅਗਲਾ ਬਹੁਤ ਵਧੀਆ ਸਵਾਲ ਹੈ, ਆਪਾਂ ਬੜਾ ਕਰਾਇਆ ਹੋਇਆ ਸੀ ਤੁਹਾਨੂੰ, ਇਹ 2-3 ਵਾਰੀ ਕਰਾਇਆ ਸੀ, ਅਗਰ ਤੁਸੀਂ ਸਾਰੀਆਂ ਵੀਡੀਓ ਦੇਖੇ ਹੋਣ। ਵਿਚ ਉਹਦੀ ਫੋਲੋਇੰਗ ਇਜ਼ ਨਾਟ ਏ ਫਾਊਂਡਰ ਆਫ ਟਵਿੱਟਰ। ਦੇਖੋ ਬੜਾ ਉਹਦੇ 3-4 ਨਾਮ ਸੀਗੇ ਟਵਿੱਟਰ ਦੇ, ਤੇ ਪੁੱਛ ਵੀ ਉਹੀ ਜਿਹੀ ਲਿਆ ਉਹਨੇ, ਕਹਿੰਦਾ ਵੀ ਫਸਾਉਣਾ, ਡੀਪ ਦੇ ਵਿੱਚ ਪੁੱਛਿਆ ਬੰਦੇ ਨੇ। ਤਾਂ ਹੁਣ ਇੱਥੋਂ ਇਹ ਗੱਲ ਕਲੀਅਰ ਹੁੰਦੀ ਹੈ ਵੀ ਜਿਵੇਂ ਆਪਣੇ ਕਹਿ ਲਓ ਵੀ YouTube ਦੇ 3 ਫਾਊਂਡਰ ਨੇ, ਲੈਰੀ, ਉਹ ਆਪਣਾ ਕੀ ਨਾਮ ਆ ਉਹਨਾਂ ਬੰਦਿਆਂ ਦਾ, ਦੇਖਦੇ ਹਾਂ ਚਲੋ ਅੱਗੇ, ਮੈਂ ਭੁੱਲ ਗਿਆ ਹੁਣ। ਸੋ ਲੈਰੀ ਪੇਜ ਹੈ ਇੱਕ ਸ਼ਾਇਦ, ਹੈ ਨਾ, ਐਵੇਂ ਜਿਹਾ ਕਰਕੇ ਨਾ, ਅਗਲੇ ਪੇਜ ਤੇ ਹੈਗਾ, ਆਪਾਂ ਦੇਖਦੇ ਹਾਂ। ਸੋ ਉਹ ਤਿੰਨਾਂ ਨੂੰ ਹੀ ਯਾਦ ਕਰਨਾ ਪੈਣਾ। ਚੈਡ ਹਾਰਲੇ ਹੈਗਾ ਜਿਵੇਂ, ਉਹ ਤਿੰਨੇ ਹੀ ਯਾਦ ਕਰਨੇ ਪੈਣੇ ਆ ਸਾਨੂੰ। ਤਾਂ ਹੁਣ ਅਸੀਂ ਛੱਡ ਨਹੀਂ ਸਕਦੇ। ਦੇਖੋ ਕਿਵੇਂ ਦਾ ਸਵਾਲ ਪੁੱਛਿਆ, ਬਿਜਸਟੋਨ ਹੋ ਗਿਆ, ਨੋ ਗਲਾਸ ਹੋ ਗਿਆ, ਸਰਜੀ ਹੋ ਗਿਆ, ਇਵਾਨ ਵਿਲੀਅਮ, ਪਹਿਲੇ 3 ਹੈਗੇ, ਤੀਜਾ ਨਹੀਂ ਹੈਗਾ ਸਰਜੀ। ਦੇਖੋ ਇਹ ਸਾਰੀਆਂ ਲਿਸਟ ਹੈ, ਜਿਵੇਂ ਗੂਗਲ ਦੇ ਲੈਰੀ, ਸੌਰੀ ਮੈਂ ਗਲਤ ਬੋਲ ਗਿਆ ਸੀ, ਗੂਗਲ ਦਾ ਲੈਰੀ ਪੇਜ। ਫਿਰ YouTube ਦਾ ਕੌਣ ਹੈ, ਸਟੀਵ ਚੈਨ, ਚੈਡ ਹਾਰਲੇ ਤੇ ਜਾਵੇਦ ਕਰੀਮ, ਇਹ 3 ਬੰਦੇ ਹੈਗੇ ਨੇ YouTube ਦੇ। YouTube ਇਹਨਾਂ ਨੇ ਬਣਾਇਆ ਸੀ ਬਾਅਦ ਦੇ ਵਿੱਚ 2006 ਦੇ ਵਿੱਚ ਗੂਗਲ ਨੇ ਓਨ ਕੀਤਾ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਹੈ, ਪੁੱਛਿਆ ਜਾ ਸਕਦਾ ਹੈ। ਗੂਗਲ ਦਾ ਓਨਰ ਲੈਰੀ ਪੇਜ ਤੇ ਸਰਜੀ ਬ੍ਰਿਨ। ਹੁਣ ਇਹਨਾਂ ਦਾ CEO ਕਰੰਟ ਜਿਹੜਾ ਹੈ ਉਹ ਦੇਖ ਲਿਓ ਇੱਕ ਵਾਰੀ, ਉਹ ਨਹੀਂ ਮੈਨੂੰ ਪਤਾ। BSNL ਗਵਰਨਮੈਂਟ ਆਫ ਇੰਡੀਆ ਦਾ। ਫੇਸਬੁੱਕ ਦਾ ਮਾਰਕ ਜ਼ੁਕਰਬਰਗ 2004 ਦੇ ਵਿੱਚ ਸੀਗਾ। ਫੇਸਬੁੱਕ ਨੇ 2014 ਦੇ ਵਿੱਚ ਕਹਿੰਦੇ ਮਿੱਤਰੋ WhatsApp ਖਰੀਦ ਲਿਆ, ਤੇ ਇੰਸਟਾਗ੍ਰਾਮ ਕਹਿੰਦਾ 2012 ਚ ਖਰੀਦ ਲਿਆ, ਵੀ ਪੁੱਛਿਆ ਜਾ ਸਕਦਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਟਵਿੱਟਰ ਦਾ ਹੈਗਾ ਜੈਕ ਡੋਰਸੀ, ਨੋ ਗਲਾਸ, ਬਿਜਸਟੋਨ ਐਂਡ ਇਵਾਨ ਵਿਲੀਅਮ। ਤਾਂ ਆਪਾਂ ਨੂੰ ਨੋ ਗਲਾਸ, ਬਿਜਸਟੋਨ ਤੇ ਇਵਾਨ ਵਿਲੀਅਮ ਦੇਤਾ, ਜੈਕ ਡੋਰਸੀ ਨਹੀਂ ਦਿੱਤਾ, ਤਾਂ ਕਰਕੇ ਆਨਸਰ ਫਿਰ ਸੀਗਾ ਜਿਹੜਾ ਸਰਜੀ ਹੋ ਜਾਣਾ ਸੀ। ਸਰਜੀ ਜਿਹੜਾ ਹੈਗਾ ਗੂਗਲ ਦਾ, ਯਾਦ ਰੱਖਣੀਆਂ ਗੱਲਾਂ, ਠੀਕ ਆ। ਸੋ ਟਵਿੱਟਰ ਬਾਰੇ ਆਪਾਂ ਦੱਸਿਆ ਸੀ ਤੁਹਾਨੂੰ ਆਲਰੇਡੀ ਵੀ ਇਹਦੇ ਬੰਦੇ ਸੀ, ਇਹਦਾ 280 ਕਰੈਕਟਰ ਦਾ ਹੁੰਦਾ ਹੈ, 2006 ਚ ਸਟਾਰਟ ਹੋਇਆ। ਬਾਕੀ ਹੈਸ਼ਟੈਗ ਹੁੰਦੇ ਨੇ ਬਿਜ਼ਨਸ, ਪੋਲਿਟਿਕਸ ਤੇ ਸੈਲੀਬ੍ਰਿਟੀਜ਼ ਇਹਨੂੰ ਇੰਡੀਵਿਜੂਅਲ ਤੇ ਲੁਕਿੰਗ ਦੇ ਲਈ ਯੂਜ਼ ਕਰਦੇ ਨੇ। ਸੋ ਇਹਦਾ ਆਨਸਰ ਡੀ ਹੈ। ਸਰਜੀ ਜਿਹੜਾ ਸੀਗਾ ਇਹ ਗੂਗਲ ਦਾ ਸੀ, ਗੂਗਲ ਦਾ ਹੀ ਸੀ ਨਾ, ਗਲਤ ਤਾਂ ਨਹੀਂ ਬੋਲ ਰਿਹਾ ਕਿਤੇ ਦੁਬਾਰੇ। ਹਾਂ ਗੂਗਲ, ਉਹ ਸੌਰੀ ਸਰਜੀ ਗੂਗਲ ਦਾ ਹੀ ਸੀ, ਹਾਂ ਠੀਕ ਹੈ। ਲੈਰੀ ਪੇਜ ਤੇ ਸਰਜੀ। ਤੀਸਰਾ ਆ ਗਿਆ, ਉਹੀ ਹੈ ਸੌਰੀ, ਹਾਂ ਡੀ। ਚੌਥਾ ਸਵਾਲ ਆ ਗਿਆ, ਸ਼ਾਰਟਕਟ ਕੀ ਟੂ ਐਕਸਪੈਂਡ ਰਿਬਨ ਇਨ ਪਾਵਰਪੁਆਇੰਟ 2010। ਜਿਹੜਾ ਮਰਜੀ ਪੁੱਛ ਲੇ, ਆਲਮੋਸਟ 90% ਸਿਮਿਲੈਰਿਟੀ ਹੈ, ਥੋੜੀਆਂ ਬਹੁਤ ਚੀਜ਼ਾਂ 'ਚ ਫਰਕ ਹੈ। ਐਵੇਂ ਨਹੀਂ ਡਰੀ ਜਾਣਾ ਵੀ ਕੀ ਪੁੱਛ ਲਿਆ ਸਾਨੂੰ ਨਹੀਂ ਆਉਂਦਾ। ਪਹਿਲਾਂ ਤਾਂ ਰਿਬਨ ਬਾਰੇ ਆਪਾਂ ਗੱਲ ਕਰਦੇ ਹਾਂ ਵੀ ਰਿਬਨ ਹੈਗਾ ਕੀ ਆ, ਠੀਕ ਆ। ਸੋ ਆਪਾਂ ਜਿਵੇਂ ਕਰ ਰਹੇ ਹਾਂ, ਆ ਦੇਖੋ ਇੱਥੇ ਆਪਾਂ ਫੜਾਂਗੇ, ਆ ਗਈ ਕਲੈਪਸ ਦੀ ਰਿਬਨ, ਆਪਣੇ ਕੋਲੇ ਐਬਰੀਵੇਸ਼ਨ ਆ ਗਈ Ctrl+F1, ਇਹਨੂੰ ਆਹ ਰਿਬਨ ਬੋਲਦੇ ਆ ਇਹਨੂੰ। ਇੱਥੋਂ ਹੀ ਦੁਬਾਰੇ ਆਪਾਂ ਕਰਾਂਗੇ, ਵਿਊ 'ਚ ਵੀ ਜਾ ਕੇ ਦੇਖ ਸਕਦੇ ਹੋ। ਵਿਊ ਦੇ ਵਿੱਚ ਤਾਂ ਮੈਨੂੰ ਲੱਗਦਾ ਨਹੀਂ ਕਿਤੇ ਆਜੂ, ਇੱਥੋਂ ਪਿੰਨ ਕਰ ਸਕਦੇ ਹਾਂ ਦੁਬਾਰੇ ਆਪਾਂ, ਠੀਕ ਹੈ। Ctrl+ ਇਸ ਤਰ੍ਹਾਂ ਕਰਕੇ, ਕਲੀਅਰ ਹੋਈ ਗੱਲ। ਸੋ ਫਿਰ ਇਹਦਾ ਆਨਸਰ ਸੀਗਾ ਇਹ Ctrl+F1, ਯਾਦ ਰੱਖਣਾ, ਇਹ ਵੀ ਬੜਾ ਸੌਖਾ ਸੀ। ਅਗਲਾ ਸਵਾਲ ਕਹਿੰਦਾ ਬਟ ਡਜ਼ ਟਾਸਕ ਬਾਰ ਸ਼ੋ ਇਨ ਵਿੰਡੋ 2010। ਵਿੰਡੋ 10 ਦੇ ਵਿੱਚ ਟਾਸਕ ਬਾਰ ਸਾਨੂੰ ਕੀ ਸ਼ੋ ਕਰਦੀ ਹੈ? ਸਭ ਤੋਂ ਪਹਿਲਾਂ ਤਾਂ ਟਾਸਕ ਬਾਰ ਆਪਾਂ ਦੇਖਦੇ ਹਾਂ ਕੀ ਹੈ। ਹੁਣ ਜਿਹੜੀ ਇਹ ਸਭ ਤੋਂ ਨੀਚੇ ਦਿਖ ਰਹੀ ਹੈ, ਜਿਵੇਂ ਇੱਥੇ ਸਟਾਰਟ ਬਟਨ ਹੈ, ਇੱਥੇ ਫਿਰ ਸਾਡੇ ਕੋਲੇ ਬਰਾਊਜ਼ਰ ਪਿਆ, ਫਿਰ ਫੋਲਡਰ ਪਏ ਨੇ, ਫਿਰ ਮਾਈ ਕੰਪਿਊਟਰ ਆ, ਫਿਰ ਪਾਵਰ ਪੁਆਇੰਟ ਪਿਆ, ਐਕਸਲ ਪਿਆ, ਹੋਰ 2 ਬਰਾਊਜ਼ਰ ਖੁੱਲੇ ਹੋਏ ਨੇ, ਕੀਬੋਰਡ ਖੁੱਲਿਆ ਹੋਇਆ, ਇਹ ਸੌਫਟਵੇਅਰ ਚੱਲ ਰਿਹਾ। ਤਾਂ ਇਹ ਟਾਸਕ ਬਾਰ ਆ, ਇਹਦੇ ਤੇ ਆਪਾਂ ਰਾਈਟ ਕਲਿੱਕ ਕਰਾਂਗੇ ਤਾਂ ਇਹ ਕਹਿ ਰਹੀ ਹੈ ਟਾਸਕ ਬਾਰ ਸੈਟਿੰਗ, ਲੌਕ ਦੀ ਟਾਸਕ ਬਾਰ, ਇਹਨੂੰ ਟਾਸਕ ਬਾਰ ਬੋਲਦੇ ਆ। ਹੁਣ ਟਾਸਕ ਬਾਰ ਤੇ ਕੀ ਪਿਆ? ਟਾਸਕ ਬਾਰ ਤੇ ਉਹ ਵਾਲੀਆਂ ਓਪਨਡ ਐਪਲੀਕੇਸ਼ਨਾਂ ਪਈਆਂ ਨੇ। ਤਾਂ ਫਿਰ ਆਪਾਂ ਦੇਖਦੇ ਹਾਂ ਵੀ ਸਵਾਲ ਹੀ ਉਹਨੇ ਬੜਾ ਸੋਹਣਾ ਪੁੱਛ ਲਿਆ, ਕਹਿੰਦਾ ਆਲ ਇੰਸਟਾਲਡ ਐਪ। ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰੀਆਂ ਇੰਸਟਾਲਡ ਨੇ ਜਿਹੜੀਆਂ ਟਾਸਕ ਬਾਰ ਤੇ ਆਉਣ। ਲਾਸਟ 2 ਓਪਨਡ ਫਾਈਲ, ਇਹ ਵੀ ਗੱਲ ਠੀਕ ਨਹੀਂ ਹੈ। ਆਲ ਕਰੰਟ ਓਪਨ ਫਾਈਲਸ, ਤਾਂ ਇਹ ਆਲ ਕਰੰਟ ਓਪਨ ਫਾਈਲ ਠੀਕ ਹੈ। ਵੈਸੇ ਆਪਾਂ ਸ਼ਾਰਟਕਟ ਵੀ ਲਾ ਸਕਦੇ ਹਾਂ, ਜਿਵੇਂ ਕਿ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗਾ ਵੀ ਜਿਹੜੀ ਆਹ ਮਾਈ ਕੰਪਿਊਟਰ ਇਹ ਆਪਾਂ ਨਹੀਂ ਖੋਲਿਆ ਹੋਇਆ,
ਤੇ ਇਹਨੂੰ ਆਪਾਂ ਐਜ਼ ਏ ਟਾਸਕ ਬਾਰ ਤੇ ਸੈੱਟ ਕਰ ਸਕਦੇ ਹਾਂ। ਜਿਵੇਂ ਕਿ ਇਹਨੂੰ ਮੈਨੂੰ ਲੱਗਦਾ ਵੀ ਆਪਾਂ ਕਰਕੇ ਦੇਖ ਲਈਏ, ਐਕਸਲ ਨੂੰ ਜੇ ਆਪਾਂ ਪਿੰਨ ਟੂ ਟਾਸਕ ਬਾਰ ਕਰ ਦਈਏ ਤਾਂ ਇਹ ਟਾਸਕ ਬਾਰ ਤੇ ਆ ਜਾਊਗਾ। ਦੇਖਦੇ ਹਾਂ ਆਉਂਦਾ ਕਿ ਨਹੀਂ, ਇਹਨੂੰ ਆਪਾਂ ਕੱਟ ਕੇ ਦੇਖ ਲੈਂਦੇ ਹਾਂ। ਟਾਸਕ ਬਾਰ ਨੂੰ ਜੇ ਆਪਾਂ ਡੋਂਟ ਸੇਵ ਕਰਦੇ, ਸੌਰੀ ਆ ਦੇਖੋ ਇਹ ਵੀ ਆ ਗਿਆ ਨਾ, ਖੁੱਲਿਆ ਤਾਂ ਹੈ ਨਹੀਂਗਾ ਇਹ, ਬਟ ਸ਼ਾਰਟਕਟ ਬਣ ਗਿਆ। ਤਾਂ ਜੇ ਉਹਨੇ ਆਪਸ਼ਨ 'ਚ ਤੁਹਾਡੇ ਪੇਪਰ ਦੇ ਵਿੱਚ ਇਹ ਨਾਲ ਇਹ ਵੀ ਪਾਤਾ ਵੀ ਆਲ ਕਰੰਟ ਓਪਨ ਫਾਈਲਸ ਐਂਡ ਪਿੰਡ ਸ਼ਾਰਟਕਟ, ਫਿਰ ਆਨਸਰ 2 ਹੋ ਜਾਣਗੇ। ਸ਼ਾਰਟਕਟ ਪਿੰਨ ਕੀਤਾ ਹੋਇਆ ਤੇ ਜਿੰਨੀਆਂ ਵੀ ਕਰੰਟ ਓਪਨਸ ਫਾਈਲ ਹੋਈਆਂ ਤੁਸੀਂ ਸ਼ਾਰਟਕਟ ਆਪਦੀ ਮਰਜ਼ੀ ਨਾਲ ਪਿੰਨ ਕਰ ਸਕਦੇ ਆ। ਤਾਂ ਫਿਰ ਇੱਥੇ ਇਹਦੇ ਹਿਸਾਬ ਨਾਲ ਆਨਸਰ ਸੀ ਸੀਗਾ। ਅਗਲਾ ਸਵਾਲ ਕਹਿੰਦਾ ਵੈਬ ਸਰ, ਉਹਨਾਂ ਨੇ ਦੱਸਿਆ ਨਹੀਂ ਸਵਾਲ, ਇਹਨਾਂ ਨੂੰ ਪਤਾ ਨਹੀਂ ਲੱਗਿਆ। ਵੈਬ ਸਰਚ ਇੰਜਨ ਦੇ ਨਾਲ ਰਿਲੇਟਡ ਸਵਾਲ ਪੁੱਛਿਆ ਹੋਇਆ ਸੀ, ਥੋੜਾ ਜਿਹਾ ਦੱਸ ਦਿੰਨਾ। ਇੱਕ ਹੁੰਦਾ ਬਰਾਊਜ਼ਰ, ਇੱਕ ਹੁੰਦਾ ਸਰਚ ਇੰਜਨ। ਬਰਾਊਜ਼ਰ ਉਹ ਹੁੰਦਾ ਜਿਹੜਾ ਸਾਡੇ ਕੰਪਿਊਟਰ ਦੇ ਵਿੱਚ, ਜਿਹੜੇ ਹੁਣੀ ਆਪਾਂ ਦੇਖੇ ਮੋਜ਼ਿਲਾ, ਫਾਇਰਫੌਕਸ, ਗੂਗਲ ਕ੍ਰੋਮ, ਇਹ ਸਾਰੇ ਕੀ ਨੇ? ਬਰਾਊਜ਼ਰ ਨੇ, ਜਿਹਦੇ ਥਰੂ ਆਪਾਂ ਇੰਟਰਨੈਟ ਤੋਂ ਡਾਟਾ ਐਕਸੈਸ ਕਰ ਸਕਦੇ ਹਾਂ। ਸਰਚ ਇੰਜਨ ਜਿਹੜਾ ਹੁੰਦਾ ਪੂਰੀ ਦੁਨੀਆ ਚੋਂ, ਵਰਲਡ ਵਾਈਡ ਵੈਬ ਚੋਂ ਸਰਚ ਕਰਕੇ ਲੈ ਕੇ ਆਉਂਦਾ, ਜਿਵੇਂ ਗੂਗਲ ਹੋ ਗਿਆ, ਯਾਹੂ ਹੋ ਗਿਆ, ਬਿੰਗ ਹੋ ਗਿਆ, ਚਾਚਾ ਡਕਡਗੋ, ਇਹ ਸਾਰੇ ਕੀ ਨੇ? ਸਰਚ ਇੰਜਨ ਨੇ। ਅਗਲਾ ਸਵਾਲ ਬੜਾ ਸੋਹਣਾ ਸਵਾਲ ਸੀ ਵੀ blueprint slide or group of slides in PowerPoint which has extension .potx is called। ਇਹ ਵੀ ਆਪਾਂ ਕਰਾਇਆ ਹੋਇਆ ਸੀ ਪਿਛਲੀ ਜਿਹੜੀ ਆਫਿਸ ਪ੍ਰੋਡਕਟਿਵਿਟੀ ਟੂਲ ਵਾਲੀ ਆਪਣੀ ਇੱਕ ਪਲੇਲਿਸਟ ਹੈ ਪੂਰੀ, ਉਹਦੇ ਵਿੱਚ ਇਹ ਐਕਸਟੈਂਸ਼ਨ ਆਪਾਂ ਕਰਾਈਆਂ ਹੋਈਆਂ ਨੇ। ਮੈਂ ਤੁਹਾਨੂੰ ਦੱਸਿਆ ਹੋਇਆ ਇੱਥੇ ਪੂਰਾ ਵੀ ਟੈਂਪਲੇਟ ਕੀ ਹੁੰਦੇ ਨੇ, ਮੈਕਰੋ ਕੀ ਹੁੰਦੇ ਨੇ। ਸੋ ਆਪਾਂ ਦੇਖਦੇ ਹਾਂ ਟੈਂਪਲੇਟ ਜਿਹੜਾ ਹੁੰਦਾ, ਜਿਵੇਂ ਸਪੋਜ਼ ਕਰੋ ਤੁਸੀਂ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ, ਜਿਵੇਂ ਲੈਟਰ ਹੈਡ ਨਹੀਂ ਹੁੰਦਾ, ਆਪਾਂ ਇੱਕ ਸਰਪੰਚ ਕੋਲੇ ਜਾਂ ਕਿਸੇ ਹੋਰ ਬੰਦੇ ਪੰਚਾਇਤ ਕੋਲੇ ਇੱਕ ਲੈਟਰ ਹੈਡ ਹੁੰਦਾ, ਉਹ ਲੈਟਰ ਹੈਡ ਤੇ ਕੀ ਹੁੰਦਾ, ਉਹ ਕੁਝ ਵੀ ਲਿਖਦੇ, ਉਹਦਾ ਉੱਪਰਲਾ ਪੋਰਸ਼ਨ ਤੇ ਨੀਚੇ ਵਾਲਾ ਪੋਰਸ਼ਨ, ਉਹਦਾ ਲੋਗੋ, ਉਹਦਾ ਨਾਮ ਕਿੱਥੋਂ ਦਾ, ਉਹ ਆਲਰੇਡੀ ਪ੍ਰਿੰਟਡ ਹੁੰਦਾ। ਤੁਹਾਨੂੰ ਸੌਖਾ ਹੋ ਜਾਂਦਾ ਨਾ, ਟਾਈਮ ਬਚ ਜਾਂਦਾ, ਫਾਲਤੂ ਕੁਝ ਲਿਖਣ ਦੀ ਲੋੜ ਨਹੀਂ, ਵਿੱਚ ਲਿਖਿਆ ਤੇ ਸਾਈਨ ਕਰੇ, ਮੋਹਰ ਬਣੀ ਹੋਈ ਆ, ਮੋਹਰ ਲੱਗੀ, ਸਟੈਂਪ ਲੱਗ ਗਈ। ਉਵੇਂ ਹੀ ਪਾਵਰ ਪੁਆਇੰਟ ਦੇ ਵਿੱਚ ਚਾਹੇ ਐਕਸਲ ਵਰਡ ਦੇ ਵਿੱਚ ਟੈਂਪਲੇਟ ਇੱਕ ਐਵੇਂ ਦੀ ਚੀਜ਼ ਹੁੰਦੀ ਹੈ, ਜਿਵੇਂ ਦੀ ਤੁਹਾਨੂੰ ਸੈਟਿੰਗ ਚਾਹੀਦੀ ਹੈ, ਕਿਹੜਾ ਸਾਈਜ਼ ਚਾਹੀਦਾ, ਕਲਰ ਚਾਹੀਦਾ, ਲੋਗੋ ਚਾਹੀਦਾ, ਉਹ ਲਾ ਕੇ ਬਣਾ ਕੇ ਰੱਖ ਲਓ। ਉਹਦੇ ਵਿੱਚ ਡੇਟਾ ਪਰ ਉਹ ਆਲਰੇਡੀ ਜਿਹੜੀਆਂ ਚੀਜ਼ਾਂ ਸੈਟਿੰਗ ਕਰਤੀਆਂ ਉਹ ਬਣੀਆਂ ਬਣਾਈਆਂ ਆ ਜਾਣਗੀਆਂ, ਉਹਨੂੰ .potx ਉਹਦੀ ਐਕਸਟੈਂਸ਼ਨ ਹੁੰਦੀ ਆ, ਹਨਾ। ਸੋ ਕਹਿੰਦਾ ਇਨ PowerPoint blueprint slide or group of slides with extension called template। ਇਹ PowerPoint templates are pre-designed set of slides। ਕਹਿੰਦਾ ਇਹ pre-designed ਹੁੰਦੀਆਂ ਨੇ that can be used as starting point for creating new presentation। ਕੋਈ ਨਵੀਂ ਪ੍ਰੈਜੈਂਟੇਸ਼ਨ ਦੇ ਲਈ ਆਲਰੇਡੀ ਬਣੀਆਂ ਚੀਜ਼ਾਂ ਹੁੰਦੀਆਂ ਨੇ। ਇਹਦਾ ਫਾਇਦਾ ਕਿੱਥੇ ਹੁੰਦਾ? ਇਹ ਟਿਪੀਕਲੀ ਇਨਕਲੂਡ ਪਲੇਸ ਹੋਲਡਰ ਫॉर ਟੈਕਸਟ, ਜਿੱਥੇ ਟੈਕਸਟ ਜਿਵੇਂ ਦੀ ਰੱਖਣੀ ਹੈ, ਫੌਂਟ ਕਿਵੇਂ ਦਾ, ਇਮੇਜ ਰੱਖਣੀ ਹੈ, ਅਦਰ ਕੰਟੈਂਟ, ਉਹ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਸੈੱਟ ਕਰਕੇ ਰੱਖਦੇ ਹਾਂ, ਡਿਜ਼ਾਈਨ ਵਗੈਰਾ, ਠੀਕ ਹੈ। ਸੇਵ ਟਾਈਮ ਕਰਦਾ ਇਹ, ਕੰਸਿਸਟੈਂਟ ਤੇ ਪ੍ਰੋਫੈਸ਼ਨਲ ਲੁੱਕ ਦਿੰਦਾ ਤੇਰਾ ਪ੍ਰੈਜੈਂਟੇਸ਼ਨ ਨੂੰ, ਕਲੀਅਰ। ਸੋ ਹੁਣ ਬਹੁਤ ਸਾਰੀਆਂ ਨਾਲ ਦੀਆਂ ਇਹਦੇ ਪੁੱਛੀਆਂ ਜਾ ਸਕਦੀਆਂ, ਜਿਵੇਂ PPTX 2007 ਤੋਂ ਸ਼ੁਰੂ ਹੋ ਗਈ ਸੀ, ਇਹ ਯਾਦ ਜ਼ਰੂਰ ਰੱਖਣਾ, 2007। ਤੇ ਇਸ ਤੋਂ ਔਨਵਰਡ ਵਾਲਿਆਂ ਦੇ ਨਾਲ ਸਾਰਿਆਂ ਦੇ ਐਕਸ ਲੱਗਦਾ। ਇਸ ਤੋਂ ਪਹਿਲਾਂ 2003 ਦੇ ਵਿੱਚ ਕੀ ਲੱਗਦਾ ਸੀ, ਇਹ ਵੀ ਮੈਂ ਗੱਲ ਬਹੁਤ ਵਾਰੀ ਦੱਸੀ ਹੋਈ ਹੈ। 2003 ਦੇ ਵਿੱਚ .ppt .xls .doc ਤੇ ਇੱਥੇ ਸਾਰਿਆਂ ਦੇ ਐਕਸ ਲੱਗ ਜਾਂਦਾ ਨਾਲ। PPTX PPTM ਕਾਹਦੇ ਲਈ ਸੀਗਾ? ਮੈਕਰੋ ਅਨੇਬਲਡ। ਮੈਕਰੋ ਕੀ ਕਰਦਾ? ਸਪੋਜ਼ ਕਰੋ ਤੁਸੀਂ ਗਰੁੱਪ ਆਫ ਐਕਸ਼ਨ ਪਰਫਾਰਮ ਕਰਨੇ ਨੇ, ਸੀਕੁਐਂਸ ਆਫ ਐਕਸ਼ਨ ਪਰਫਾਰਮ ਕਰਨੇ ਨੇ। ਫੋਰ ਐਗਜ਼ਾਮਪਲ ਮੈਂ ਪਹਿਲਾਂ ਵੀ ਦੱਸ ਚੁੱਕਿਆ ਬਹੁਤ ਵਾਰੀ, ਦੁਬਾਰੇ ਦੱਸ ਦਿੰਨਾ ਵੀ ਇਹ ਇੱਕ ਆਪਾਂ ਕਹਿ ਸਕਦੇ ਹਾਂ, ਵਰਡ ਓਪਨ ਕਰ ਲੈਂਦੇ ਹਾਂ, ਵੀਡੀਓ ਥੋੜੀ ਜਿਹੀ ਲੰਬੀ ਹੋ ਜਾਊਗੀ ਪਰ ਚੱਲ ਕੋਈ ਗੱਲ ਨਹੀਂ, ਤਸੱਲੀਆਂ ਕਰਾਉਣੀਆਂ ਜੇਕਰ, ਫਿਰ ਥੋੜੀਆਂ ਚੀਜ਼ਾਂ ਕਰਕੇ ਦਿਖਾਉਣੀਆਂ ਪੈਂਦੀਆਂ, ਹੈ ਨਾ। ਸੋ ਸਪੋਜ਼ ਕਰੋ ਮੈਂ ਇੱਥੇ ਕੋਈ ਟੈਕਸਟ ਲਿਖ ਲਿਆ, ਰੈਂਡਮ 2,3 ਰੈਂਡਮ ਲਿਖ ਲਿਆ, ਦੋ ਪੈਰਾਗ੍ਰਾਫ, ਹਰੇਕ ਦੇ ਵਿੱਚ 3 ਲੈਣਾ, ਸਿਲੈਕਟ ਕੀਤਾ। ਪਹਿਲਾਂ ਮੈਂ ਇਸ ਨੂੰ ਕੀਤਾ, ਕਹਿ ਲਓ ਵੀ ਟਾਈਮਜ਼ ਨਿਊ ਰੋਮਨ, ਫਿਰ ਜਸਟੀਫਾਈਡ ਕੰਟਰੋਲ ਜੇ ਕਰ ਸਕਦੇ ਹੋ, ਫਿਰ ਮੈਂ ਸਾਈਜ਼ ਵਧਾ ਲਿਆ ਇੱਥੋਂ ਇਸ ਤਰ੍ਹਾਂ ਕਰਕੇ। ਇਹ ਕੰਮ ਮੈਂ ਹਰੇਕ 'ਚ ਹੀ ਕਰਨਾ, ਤਾਂ ਉੱਥੇ ਮੈਨੂੰ ਫਿਰ ਇਹ ਵਾਰੀ-ਵਾਰੀ ਕਰਨ ਦੀ ਲੋੜ ਨਹੀਂ, ਤੇ ਮੈਂ ਕੀ ਰਿਕਾਰਡ ਕਰ ਸਕਦਾ, ਇੱਕ ਮੈਕਰੋ ਰਿਕਾਰਡ ਕਰ ਸਕਦਾ। ਹੁਣ ਮੈਂ ਮੈਕਰੋ ਭੁੱਲ ਗਿਆ ਕਿਹੜੀ ਟੈਬ ਸੀ, ਮੈਨੂੰ ਲੱਗਦਾ ਸ਼ਾਇਦ ਵਿਊ ਦੇ ਵਿੱਚ ਹੈਗਾ ਸੀ, ਹਾਂ। ਮੈਕਰੋ ਰਿਕਾਰਡ ਕਰ ਸਕਦੇ ਹਾਂ, ਰਿਕਾਰਡ ਮੈਕਰੋ ਤੇ ਵਿਊ ਮੈਕਰੋ। ਤਾਂ ਮੈਕਰੋ ਕੀ ਕਰਦਾ? ਸੀਕੁਐਂਸ ਆਫ ਸਟੈਪਸ ਨੂੰ ਗਰੁੱਪ ਕਰਕੇ ਇੱਕ ਬਟਨ ਬਣਾ ਦਿੰਦਾ, ਜਿਵੇਂ ਆਹ ਮੈਕਰੋ ਮੇਰਾ ਆਲਰੇਡੀ ਬਣਿਆ ਹੋਇਆ,
ਇਹ ਕੀ ਕਰਦਾ, ਇਹ ਇੱਥੇ ਮੈਂ ਇਹਨੂੰ ਲਾ ਕੇ ਸਿਲੈਕਟ ਕਰਕੇ ਆਹ ਲਾਊਂਗਾ, ਇਹ ਉਹਦੇ ਹਿਸਾਬ ਨਾਲ ਸੈੱਟ ਕਰ ਦਿੰਦਾ, ਤੇ ਮੇਰਾ ਡਿਲੀਟ ਕੀਤਾ ਹੋਇਆ ਤਾਂ ਕਰਕੇ ਤੁਹਾਨੂੰ ਇਹ ਨਹੀਂ ਦਿਖੂਗਾ। ਠੀਕ ਹੈ, ਤਾਂ ਗੱਲ ਕਲੀਅਰ ਹੋ ਗਈ ਹੋਣੀ ਆ ਵੀ ਮਾਈਕਰੋ ਕੀ ਕੰਮ ਕਰਦਾ। ਉਸ ਤੋਂ ਬਾਅਦ ਆ ਗਿਆ POTX ਪਾਵਰ ਪੁਆਇੰਟ ਟੈਂਪਲੇਟ। ਇਹ ਬਣੀ ਬਣਾਈ ਸਲਾਈਡ ਉੱਥੇ ਪਈ ਹੈ, ਜੇਕਰ ਤੁਸੀਂ ਵੀਡੀਓ ਦੇਖੀਆਂ ਹੋਣ। PPTX ਦੇਖੋ, ਡਾਇਰੈਕਟ ਸਵਾਲ ਪਿਆ, ਸਿੱਧਾ ਸਵਾਲ ਪਿਆ, ਆਪਾਂ ਪਰ ਉਹਦੀ ਮਸ਼ਹੂਰੀ ਨਹੀਂ ਕਰਦੇ ਵੀ ਦੇਖੋ ਜੀ ਸਾਰਾ ਸਾਡੇ ਚੋਂ ਆਇਆ ਨਾ। ਜਿਹੜੇ ਬੱਚਿਆਂ ਨੇ ਦੇਖਿਆ ਉਹਨਾਂ ਨੂੰ ਪਤਾ ਹੀ ਹੁੰਦਾ, ਐਵੇਂ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ। ਠੀਕ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੁੰਦਾ, ਬੱਚਿਆਂ ਨੂੰ ਐਵੇਂ ਰੌਲਾ ਪਾ ਦੱਸੀ ਜਾਣਾ। ਕੋਈ ਇੱਥੇ ਦੁਨੀਆ ਸਸਤੀ ਮਸ਼ਹੂਰੀ ਤੇ ਰੇਸ 'ਚ ਲੱਗੀ ਹੋਈ ਹੈ, ਦੇਖੋ ਜੀ ਸਾਡਾ ਵਧੀਆ, ਐਵੇਂ ਭਰਮਾਉਣਾ ਮੈਨੂੰ ਲੱਗਦਾ ਸਟੂਡੈਂਟਾਂ ਦੇ ਨਾਲ ਧੋਖਾ ਕਰਨ ਦੇ ਬਰਾਬਰ ਹੈ ਇਹ ਚੀਜ਼ਾਂ ਨੂੰ ਵਧਾ ਚੜਾ ਕੇ ਨਹੀਂ ਦੱਸਣਾ ਚਾਹੀਦਾ। ਹਾਂ, ਆਪਦੀ ਸਕਸੈਸ ਸਟੋਰੀ ਜ਼ਰੂਰ ਦੱਸਣੀ ਚਾਹੀਦੀ ਹੈ। ਬੱਚੇ ਕੁਆਲੀਫਾਈ ਕਰ ਗਏ ਹਨਾ, ਐਵੇਂ ਸਕਰੀਨਸ਼ਾਟ ਲੈ ਪਾਈ ਜਾਣੇ। ਹੁਣ ਮੈਨੂੰ ਬੱਚੇ ਕਮੈਂਟ ਕਰਦੇ ਨੇ ਪਰਸਨਲੀ, WhatsApp ਨੰਬਰ ਵੀ ਆਪਾਂ ਟੀਮ ਦਾ ਦਿੱਤਾ ਹੋਇਆ ਹਨਾ, ਤਾਂ ਕਮੈਂਟ ਆ ਜਾਂਦੇ ਨੇ, ਮੈਨੂੰ ਬੱਚੇ ਬੋਲਦੇ ਆ ਵੀ ਸਰ ਸਕਰੀਨਸ਼ਾਟ ਨਾ ਪਾਇਓ। ਤੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਇਸ ਚੀਜ਼ ਤੇ, ਮੈਨੂੰ ਬੜਾ ਹੈਰਾਨੀ ਜੀ ਹੋਈ ਯਾਰ ਵੀ ਸਕਰੀਨਸ਼ਾਟ ਵੀ ਪੈਂਦੇ ਹੁੰਦੇ ਨੇ। ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਚੀਜ਼ ਦਾ ਵੀ ਅਗਰ ਸਪੋਜ਼ ਕਰੋ ਤੁਹਾਨੂੰ ਕੋਈ ਪ੍ਰੇਜ਼ ਕਰ ਰਿਹਾ ਵੀ ਸਰ ਤੁਹਾਡਾ ਕੰਟੈਂਟ ਵਧੀਆ, ਸਾਰੇ ਤੁਸੀਂ ਕਹਿੰਦੇ ਹੋ, ਚਲੋ ਜੇ ਤੁਸੀਂ ਕਹਿੰਦੇ ਹੋ ਇਹਨਾਂ ਚੀਜ਼ਾਂ ਦੇ ਲਈ ਵੀ ਤੁਹਾਡਾ ਕੰਟੈਂਟ ਵਧੀਆ, ਤਾਂ ਉਹ ਸਾਡੇ ਲਈ ਇੱਕ એનર્ਜੀ ਵਰਡ ਦੀ ਤਰ੍ਹਾਂ ਕੰਮ ਕਰਦੇ ਨੇ। ਤਾਂ ਆਪਾਂ ਨੂੰ ਲੱਗਦਾ ਵੀ ਠੀਕ ਹੈ, ਜੋ ਅਸੀਂ ਕੰਮ ਕਰ ਰਹੇ ਹਾਂ ਉਹਦਾ ਮੁੱਲ ਪੈ ਰਿਹਾ, ਮੁੱਲ ਇਨ ਦਾ ਸੈਂਸ ਕਿ ਤੁਹਾਨੂੰ ਵਧੀਆ ਲੱਗ ਰਿਹਾ, ਤਾਂ ਅੰਦਰੋਂ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਆ, ਤਾਂ ਫਿਰ ਮਿਹਨਤ ਕਰਨ ਨੂੰ ਮਨ ਕਰਦਾ, ਫਿਰ ਬੰਦਾ ਅੱਕਦਾ ਥੱਕਦਾ ਹੀ ਨਹੀਂ ਕੰਮ ਕਰਦਾ, ਫਿਰ ਪਤਾ ਹੀ ਨਹੀਂ ਲੱਗਦਾ ਵੀ ਦਿਨ ਕਦੋਂ ਹੋ ਗਿਆ ਤੇ ਰਾਤ ਕਦੋਂ ਹੋ ਗਈ। ਕਿਉਂ? ਕਿਉਂਕਿ ਉਹ ਚੀਜ਼ਾਂ એનર્ਜੀ ਹੀ ਇੰਨੀ ਦਿੰਦੀਆਂ ਨੇ ਕਿ ਵਧੀਆ ਲੱਗਦਾ। ਤੇ ਇਹ ਵੀ ਪਤਾ ਲੱਗ ਜਾਂਦਾ ਵੀ ਕਿਹੜੇ ਬੰਦੇ ਦਿਲੋਂ ਕਰ ਰਹੇ ਆ ਤੇ ਕਿਹੜੇ ਬੰਦੇ ਸਿਰਫ ਕਹਿਣ ਨੂੰ ਹੀ ਕਹਿ ਰਹੇ ਨੇ ਹਨਾ। ਹਰ ਇੱਕ ਦਾ ਪਤਾ ਲੱਗਦਾ, ਤੁਹਾਨੂੰ ਵੀ ਪਤਾ ਲੱਗਦਾ, ਜ਼ਿੰਦਗੀ ਦੇਖੀ ਹੈ ਤੁਸੀਂ ਵੀ ਹਨਾ। ਸੋ ਅਸੀਂ ਵੀ ਬਥੇਰਾ ਟਾਈਮ ਹੋ ਗਿਆ, 9-10 ਸਾਲ ਹੋ ਗਏ ਪੜਾਉਂਦਿਆਂ ਨੂੰ, ਇਹਨਾਂ ਚੀਜ਼ਾਂ ਦੇ ਵਿੱਚ ਹੀ ਰਹੇ ਆ, ਪਤਾ ਲੱਗ ਜਾਂਦਾ। ਪਰ ਫਾਲਤੂ ਫੋਕੀ ਮਸ਼ਹੂਰੀ ਨਾ ਤਾਂ ਅੱਜ ਤੱਕ ਕਰੀ ਹੈ, ਨਾ ਕਰਨੀ ਹੈ। ਠੀਕ ਹੈ, ਕੋਈ ਗੱਲ ਨਹੀਂ, ਗਰੋ ਨਹੀਂ ਵੀ ਕਰਾਂਗੇ ਉਹ ਮਨਜ਼ੂਰ ਆ, ਪਰ ਫਾਲਤੂ ਹਵਾਬਾਜੀ ਨਹੀਂ ਕਰਨੀ। ਠੀਕ ਹੈ, ਸੋ ਹਵਾਬਾਜੀ ਕਰਕੇ ਕੀ ਹੈ, ਕੱਢਣ ਪਾਉਣ ਨੂੰ ਵਿੱਚ ਕੁਝ ਹੋਵੇ ਨਾ ਚੀਜ਼ਾਂ, ਐਵੇਂ ਮੈਂ ਹਿੱਕ ਥਾਪੜੀ ਜਾਵਾਂ ਵੀ ਮੈਂ ਹੀ ਕਰਾ ਸਕਦਾ, ਮੇਰੇ ਤੋਂ ਵਧੀਆ ਕਰਾ ਹੀ ਨਹੀਂ ਸਕਦਾ। ਸੋ ਇੱਥੇ ਦੁਨੀਆ ਕਹਿੰਦੇ ਆ ਵੀ ਧੀਂਗ ਤੋਂ ਧੀਂਗ ਪਈ ਆ, ਉਨੀਆਂ ਨੂੰ ਕੱਤੀ ਪਾਉਣ ਵਾਲੇ ਬਥੇਰੇ ਹੁੰਦੇ ਨੇ। ਠੀਕ ਹੈ, ਸੋ ਪੁੱਤ ਇਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਬਚ ਕੇ ਰਹਿਣਾ ਚਾਹੀਦਾ ਹੈ। ਬਾਕੀ ਸਟੂਡੈਂਟ ਦੇ ਫਿਊਚਰ ਨਾਲ ਮੈਂ ਖਿਲਵਾੜ ਇਹ ਕਹਿ ਰਿਹਾ ਵੀ ਬਹੁਤ ਸਾਰੇ ਜਿਹੜੇ ਹੈਗੇ ਹੀ ਬਿਜ਼ਨਸ ਮਾਈਂਡਡ ਬੰਦੇ ਨੇ, ਉਹਨਾਂ ਨੇ ਤਾਂ ਰੱਖੇ ਬਿਜ਼ਨਸ HR ਨੇ, ਉਹਨੂੰ ਉਹ ਦੱਸਦੇ ਨੇ ਵੀ ਤੁਸੀਂ ਇਸ ਤਰ੍ਹਾਂ ਕਰੋ, ਐਂ ਕਰੋ, ਐਂ ਕਰੋ। ਤਾਂ ਭੋਲੇ ਭਾਲੇ ਸਟੂਡੈਂਟ ਜਿਨ੍ਹਾਂ ਨੂੰ ਆਈਡੀਆ ਨਹੀਂ ਹੁੰਦਾ ਉਹ ਫਸ ਜਾਂਦੇ ਨੇ ਵਿਚਾਰੇ ਹਨਾ। ਤਾਂ ਮੈਨੂੰ ਲੱਗਦਾ ਵੀ ਟੀਚਿੰਗ ਪ੍ਰੋਫੈਸ਼ਨ ਹੀ ਹੈ ਨਹੀਂਗਾ, ਟੀਚਿੰਗ ਪ੍ਰੋਫੈਸ਼ਨ ਕਹਿ ਲਓ, ਇਸ ਦੇ ਵਿੱਚ ਜੇ ਟੀਚਰ ਇੱਕ ਬੱਚਿਆਂ ਦਾ ਦਰਦ ਨਹੀਂ ਸਮਝ ਸਕਦਾ, ਜਾਂ ਟੀਚਿੰਗ ਇੱਕ ਫੀਲਿੰਗ ਹੈ, ਮੈਨੂੰ ਇਹ ਲੱਗਦਾ ਵੀ ਜੇ ਅਸੀਂ ਬੱਚਿਆਂ ਦੀ ਉਹ ਫੀਲਿੰਗ ਨਹੀਂ ਸਮਝ ਸਕਦੇ ਤੇ ਉਹਨਾਂ ਦੇ ਨਾਲ ਆਪਾਂ ਮਤਲਬ ਇਸ ਤਰੀਕੇ ਦਾ ਉਹਨੂੰ ਫਸਾਉਣਾ, ਜਾਲ ਚਲਜਾਉਣਾ, ਤਾਂ ਮੈਨੂੰ ਲੱਗਦਾ ਵੀ ਤੁਹਾਡਾ ਕੋਈ ਫਾਇਦਾ ਨਹੀਂ। ਯੂ ਆਰ ਨਾਟ ਅ ਟੀਚਰ, ਯੂ ਆਰ ਅ ਬਿਜ਼ਨਸਮੈਨ, ਯੂ ਆਰ ਅ ਸੇਲਸਮੈਨ। ਠੀਕ ਆ, ਸੋ ਟੀਚਰ ਕਦੇ ਸੇਲਸਮੈਨ ਨਹੀਂ ਹੁੰਦਾ। ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਯਾਰ, ਕੋਰਸ ਹੁਣ ਅਸੀਂ ਵੀ ਕੋਰਸ ਸਾਡਾ ਵੀ, ਅਸੀਂ ਵੀ ਸੇਲ ਕਰਦੇ ਹਾਂ ਚੀਜ਼ਾਂ, ਐਂ ਤਾਂ ਨਹੀਂ ਹੈਗਾ ਵੀ ਆਪਦੇ ਪ੍ਰੋਡਕਟ ਸੇਲ ਕਰਨੋਂ ਹਟ ਜਾਾਂਗੇ। ਪਰ ਹਵਾਬਾਜੀ ਨਹੀਂ ਫਾਲਤੂ, ਐਵੇਂ ਉਹਨਾਂ ਦੀ ਤਰਜ਼ ਤੇ ਐਵੇਂ ਵੀ ਇਹ ਦੱਸਣਾ ਐਂ ਕਰਨਾ। ਸੋ ਟਾਈਮ ਮੈਨੂੰ ਲੱਗਦਾ ਜ਼ਿਆਦਾ ਨਾ ਲਾਈਏ, ਪੇਪਰ ਤੁਹਾਡਾ ਨੇੜੇ ਨਾ। ਪਾਵਰ ਪੁਆਇੰਟ, ਪਰ ਕਈ ਵਾਰੀ ਆਪਦੇ ਵੀ ਮਨ ਦੀ ਗੱਲ ਕਰਨ ਨੂੰ ਜੀ ਕਰਦਾ ਹੁੰਦਾ, ਤੁਸੀਂ ਆਪਣੇ ਲਈ ਤਾਂ ਤੁਹਾਡੇ ਨਾਲ ਹੀ ਕਰ ਸਕਦੇ ਆ ਨਾ, ਹੋਰ ਕਿਹਦੇ ਨਾਲ ਕਰ ਸਕਦੇ ਆ, ਤੁਹਾਡੀਆਂ ਗੱਲਾਂ ਕਰ ਰਿਹਾ ਵੀ যদি 1-2 ਮਿੰਟ ਤਾਂ ਥੋੜਾ ਜਿਹਾ ਮਾਫ ਕਰ ਲਿਆ ਕਰੋ। ਠੀਕ ਹੈ, ਪਾਵਰ ਪੁਆਇੰਟ ਟੈਂਪਲੇਟ POTM, ਤਾਂ ਮਾਈਕਰੋ ਅਨੇਬਲ ਟੈਂਪਲੇਟ। ਦੇਖੋ ਇੱਕ ਮੈਕਰੋ ਦੇ ਵਿੱਚ ਟੈਂਪਲੇਟ ਵੀ ਤਾਂ ਹੋ ਸਕਦਾ ਨਾ, PPT T ਤਾਂ ਪਹਿਲਾਂ ਹੀ ਚੱਲ ਰਿਹਾ, ਹੁਣ ਜਦੋਂ TX ਆ ਗਿਆ, PO ਆ ਗਿਆ, ਉਹ ਹੁੰਦਾ ਟੈਂਪਲੇਟ, ਫਿਰ O ਤੇ TM ਆ ਗਿਆ, O ਤੇ M ਆ ਗਿਆ, ਯਾਨੀ ਕਿ ਟੈਂਪਲੇਟ ਵੀ ਹੈ ਤੇ ਮੈਕਰੋ ਵੀ ਹੈ। ਤੇ ਜੇ PPAM ਆ ਗਿਆ ਤਾਂ ਐਡ ਨੇ, ਆਪਾਂ ਨਵੇਂ ਐਡ ਨੇ ਇੰਸਟਾਲ ਕਰ ਲੈਣੇ, ਟਾਈਮ ਲੱਗ ਜੂ, ਨਹੀਂ ਮੈਂ ਕਰਕੇ ਦਿਖਾਉਂਦਾ। PPX ਸਲਾਈਡ ਸ਼ੋ ਹੋ ਜਾਂਦਾ ਹੈ, ਤੇ PPSM ਹੋ ਜਾਂਦਾ ਮੈਕਰੋ ਅਨੇਬਲਡ ਆ। ਦੇਖੋ M ਤੇ ਹੈਗਾ ਮੈਕਰੋ, S ਤੇ ਸਲਾਈਡ ਸ਼ੋ, ਦੋਨੇ ਅਨੇਬਲਡ ਹੁੰਦੇ ਨੇ ਇਹ। ਕਲੀਅਰ ਹੋਈ ਗੱਲ? ਸੋ ਇਹਦਾ ਮਿੱਤਰੋ ਆਨਸਰ ਫਿਰ ਸੀਗਾ A। ਅਗਲਾ ਆਈਕਨ ਆਫ WhatsApp, ਬਹੁਤ ਸੌਖਾ ਸੀ, ਫੋਟੋਆਂ ਦਿੱਤੀਆਂ ਹੋਈਆਂ ਸੀ ਇਹਨਾਂ ਚ, ਦੱਸਣਾ ਤੁਹਾਨੂੰ ਪਤਾ ਹੀ ਹੈ ਕਿਹੜਾ ਹੈ ਨਾ। ਫਿਰ ਆਈਕਨ ਆਫ ਗੂਗਲ ਕਲਾਊਡ, ਇਹ ਸ਼ਾਇਦ ਹੋ ਸਕਦਾ ਬੱਚਿਆਂ ਨੂੰ ਨਾ ਪਤਾ ਹੋਵੇ, ਕਿਉਂਕਿ ਗੂਗਲ ਕਲਾਊਡ ਬਾਰੇ ਤੁਸੀਂ ਜ਼ਿਆਦਾ ਤੁਹਾਨੂੰ ਚੀਜ਼ਾਂ ਆਪਾਂ ਡੀਲ ਨਹੀਂ ਨਾ ਕੀਤਾ, ਤਾਂ ਕਰਕੇ ਗੂਗਲ ਕਲਾਊਡ ਦਾ। ਇਸ ਤੋਂ ਬਿਨਾਂ ਗੂਗਲ ਦੀਆਂ ਬਹੁਤ ਸਾਰੀਆਂ ਸਰਵਿਸ ਚੱਲਦੀਆਂ ਨੇ। ਗੂਗਲ ਕਰੋਮ ਦਾ ਬਰਾਊਜ਼ਰ ਦਾ ਇਹ ਹੁੰਦਾ, ਕਾਰਡਬੋਰਡ ਦਾ ਇਹ ਹੈ, ਕੈਲੰਡਰ ਹੈ ਗੂਗਲ ਦਾ, ਐਂਡਰੋਇਡ TV ਗੂਗਲ ਦਾ, ਐਂਡਰੋਇਡ ਵੀ ਗੂਗਲ ਕੋਲੇ ਹੈ, ਤੇ ਐਂਡਰੋਇਡ ਆਟੋ ਹੈ, ਕਰੋਮ ਵੈਬ ਸਟੋਰ ਹੈ, ਕਰੋਮ ਬੁੱਕ ਹੈਗਾ, ਕਰੋਮਕਾਸਟ, ਕਨੈਕਟਡ ਹੋਮ, ਕੰਟੈਕਟਸ, ਡੌਕਸ, ਅਰਥ, ਆ ਯਾਦ ਕਰ ਲਓ, ਜ਼ਰੂਰੀ ਇੰਪੋਰਟੈਂਟ ਲੱਗਦਾ ਮੈਨੂੰ ਥੋੜਾ। ਗੂਗਲ ਡਰਾਈਵ ਹੋ ਗਿਆ, ਜੀਮੇਲ ਦਾ ਹੋ ਗਿਆ, ਗੂਗਲ ਅਸਿਸਟੈਂਟ, ਇਹ ਵੀ ਮੈਨੂੰ ਲੱਗਦਾ ਥੋੜਾ ਜਿਹਾ ਗੱਲਬਾਤ ਹੈਗੀ ਆ। ਹੋਰ ਉਹਦੇ ਵਿੱਚੋਂ ਗੂਗਲ FI ਹੋ ਗਿਆ,
ਗੂਗਲ ਫਿਟ ਬਹੁਤ ਚੱਲਦਾ, ਦੇਖੋ ਆਹ ਚੀਜ਼ ਬਹੁਤ ਵਧੀਆ ਐਪਲੀਕੇਸ਼ਨ ਆ। ਤੁਸੀਂ ਹਰ ਬੱਚੇ ਦੇ ਫੋਨ 'ਚ ਗੂਗਲ ਫਿਟ ਹੋਣੀ ਚਾਹੀਦੀ ਆ। ਤੁਸੀਂ ਜਿਹਨੂੰ ਜਿੰਨੇ ਨੰਬਰ ਆਫ ਸਟੈਪ ਕਾਊਂਟ ਕਰੋਗੇ ਅੱਗੇ ਜਾਓਗੇ ਤੁਹਾਨੂੰ ਬੜਾ ਨਜ਼ਾਰਾ ਆਉਂਦਾ। ਸੈੱਟ ਕਰ ਲਓ ਵੀ 6000 ਸਟੈਪ ਜ਼ਰੂਰ ਚੱਲਾਂਗੇ। ਮੇਰੇ ਅੱਜ ਕੱਲ੍ਹ ਘੱਟ ਹੀ ਜਾਂਦੇ ਨੇ ਕਿਉਂਕਿ ਮੈਨੂੰ ਕੰਪਿਊਟਰ ਤੇ ਬੈਠ ਕੇ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ। ਤੁਹਾਡੇ ਕਮੈਂਟ ਮੈਨੂੰ ਲੈ ਕੇ ਬਹਿ ਜਾਂਦੇ ਨੇ, ਜਿਹੜੇ ਵਧੀਆ ਕਮੈਂਟ ਹੁੰਦੇ ਨੇ ਮੈਨੂੰ ਲੱਗਦਾ ਵੀ ਠੀਕ ਆ ਬੱਚੇ ਦੇਖ ਰਹੇ ਆ, ਹਨਾ। ਸੋ ਗੂਗਲ ਫਿਟ ਇੱਕ ਅੱਛੀ ਚੀਜ਼ ਹੈ। ਆਹ ਦੇਖੋ ਗੂਗਲ ਵਨ, ਇਹ ਹੈਗਾ ਆਨਲਾਈਨ ਆਪਾਂ ਨੂੰ ਸਪੇਸ ਦਿੰਦੇ ਨੇ, ਸਟੋਰੇਜ। ਗੂਗਲ ਮੀਟ, ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ। ਗੂਗਲ ਗਰੁੱਪ, ਗੂਗਲ ਫੌਂਟ, ਕੀ ਹੈ ਗੂਗਲ ਫੌਂਟਸ ਆ। ਇੱਕ ਇੱਥੇ ਮੈਂ ਹੋਰ ਦੱਸਣਾ, ਗੂਗਲ ਫਾਰਮ, ਇਹ ਵਾਲਾ ਮਾੜਾ ਮੋਟਾ ਅੱਖਾਂ ਦੇ ਵਿੱਚ ਦੀ ਕੱਢ ਲਓ। ਗੂਗਲ ਅਰਥ, ਜਿੰਨੇ ਕੁ ਤੁਹਾਨੂੰ ਲੱਗਦਾ ਹੋਇਆ ਵੀ ਯਾਦ ਰੱਖਣੇ ਚਾਹੀਦੇ ਨੇ ਉਨੇ ਕੁ ਅੱਖਾਂ ਦੇ ਵਿੱਚ ਦੀ ਕੱਢ ਸਕਦੇ ਹੋ ਤੁਸੀਂ। ਅੱਗੇ ਕੁਝ ਹੋਰ ਹੈਗੇ ਨੇ, ਫੇਸਬੁੱਕ ਦਾ, ਵਟਸਐਪ, ਯੂਟਿਊਬ, ਇੰਸਟਾਗ੍ਰਾਮ, ਗੂਗਲ ਪਲੱਸ, ਮੈਸੇਂਜਰ, ਸਕਾਈਪ, ਟਵਿੱਟਰ, ਐਂਡਰੋਇਡ, ਯਾਹੂ, ਵਾਈਬਰ, ਲਿੰਕਡਇਨ, ਬਲੌਗਰ, ਆ ਕੀ ਯੰਗ ਕੀ ਹੈ, ਡਰੌਪਬਾਕਸ ਇੰਪੋਰਟੈਂਟ ਹੈ ਵੀ ਕਾਫੀ, ਤੇ ਲਾਸਟ ਫਲਿਕਰ ਜਿਹੜਾ ਨਹੀਂ ਆਉਂਦਾ ਮੂੰਹ 'ਚ ਹੀ ਬੋਲ ਦੇਣਾ, ਪਿੰਟਰੈਸਟ, ਸਨੈਪਚੈਟ, ਐਪਲ, ਸਾਊਂਡ ਕਲਾਊਡ। ਸਾਊਂਡ ਕਲਾਊਡ ਦਾ ਯਾਰ ਮੈਂ ਸੁਣਿਆ ਜਿਹਾ ਲੱਗਦਾ, ਮੈਨੂੰ ਲੱਗਦਾ ਇਹਦੇ ਤਾਂ ਆਡੀਓ ਹੁੰਦੀ ਹੈ ਸਾਊਂਡ ਕਲਾਊਡ, ਹੈ ਨਾ। ਸੋ ਆਹ ਪਤਾ ਨਹੀਂ ਕੀ ਹੈ, ਹੈ ਨਾ। ਅੱਗੇ ਆ ਗਿਆ ਆਪਣੇ ਕੋਲ, ਇਹ ਬਹੁਤ ਬਰੀਕ ਜਿਹੇ ਨੇ ਪਰ ਮੈਂ ਫਿਰ ਵੀ ਐਡ ਕੀਤੀ ਹੈ ਫੋਟੋ। ਮਤਲਬ ਕਿ ਐਪਲ ਦਾ ਹੋ ਗਿਆ, ਜਿਵੇਂ ਕਿੱਕ ਹੋ ਗਿਆ, ਜੇ ਪੜ੍ਹਨੇ ਹੋਏ ਪੜ੍ਹ ਲਓ। ਹੁਣ ਪਤਾ ਨਹੀਂ ਆਪਾਂ ਨੂੰ ਕਿਹੜਾ ਪਤਾ ਕਿੱਥੋਂ ਹੋਵੇ। ਗੂਗਲ ਮੈਸੇਂਜਰ, ਡਿਗ ਹੋ ਗਿਆ, ਹੈ ਨਾ। ਜਿਹੜੇ ਠੀਕ ਲੱਗੇ, ਟਵਿੱਟਰ ਹੋ ਗਿਆ, ਜਿਵੇਂ ਸਪੋਟੀਫਾਈ ਹੋ ਗਿਆ, ਆਹ ਵੀ ਕੰਮ ਦਾ ਹੈਗਾ ਆਪਣੇ। ਸਪੋਟੀਫਾਈ ਇਹ ਦੇਖ ਲਿਓ, ਲਾਈਨ ਦੇਖ ਲਿਓ, ਤੇ ਵਿੱਚੋਂ ਵਾਈਬਰ ਦੇਖ ਲਿਓ। ਜਿੰਨੇ ਕਿ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਕਰਨੇ ਚਾਹੀਦੇ ਉਹਨੇ ਕਰ ਲਿਓ। ਹੁਣ ਆਪਾਂ ਪ੍ਰੈਡਿਕਟ ਨਹੀਂ ਨਾ ਕਰ ਸਕਦੇ ਵੀ ਕਿੱਥੋਂ ਸਵਾਲ ਆਪਾਂ ਨੂੰ ਪੁੱਛਿਆ ਜਾ ਸਕਦਾ। ਕਲੀਅਰ ਹੋਈ ਗੱਲ। ਤਾਂ ਅੱਗੇ ਬੜਾ ਸੋਹਣਾ ਸਵਾਲ ਆਇਆ ਵੀ ਮੈਂ ਬਹੁਤ ਵਾਰੀ ਕਰਾਇਆ ਕਲਾਸ ਦੇ ਵਿੱਚ, ਚਾਹੇ ਤੁਸੀਂ ਸਿਕਿਉਰਿਟੀ ਵਾਲੀਆਂ ਦੇਖੋ ਜਾ ਕੇ, ਤੇ ਬੜਾ ਜ਼ੋਰ ਲਾਇਆ ਆਪਾਂ। ਕਨਵਰਜਨ ਸਵਾਲ ਦੀ ਥੋੜੀ ਜਿਹੀ ਬਣਤਰ ਹੋਰ ਤਰ੍ਹਾਂ ਦੀ ਸੀ ਪਰ ਮੀਨਿੰਗ ਇਹਦਾ ਇਹੀ ਸੀ, ਕਨਵਰਜਨ ਆਫ ਪਲੇਨ ਟੈਕਸਟ ਟੂ ਸਾਈਫਰ ਟੈਕਸਟ ਇਜ਼ ਨੋਨ ਐਜ਼। ਪਲੇਨ ਟੈਕਸਟ ਹੁੰਦਾ, ਜਿਵੇਂ ਮੈਂ ਤੁਹਾਨੂੰ ਕਹਤਾ ਹੈਲੋ, ਇਹਨੂੰ ਆਪਾਂ ਕਨਵਰਟ ਕਰਤਾ $24@6। 5 ਅੱਖਰ ਸੀ ਨਾ, 5 ਦੇ 5 ਬਣਾ ਤੇ। ਇਹ ਪਲੇਨ ਟੈਕਸਟ ਆ, ਪਲੇਨ ਟੈਕਸਟ। ਇਹ ਹੋ ਗਿਆ ਸਾਈਫਰ ਟੈਕਸਟ। ਸਾਈਫਰ ਟੈਕਸਟ ਹੁੰਦਾ ਜਿਹੜਾ ਕਿ ਹਰ ਬੰਦਾ ਰੀਡ ਨਾ ਕਰ ਸਕੇ, ਰਸਤੇ ਦੇ ਵਿੱਚ ਕਿਸੇ ਨੂੰ ਪਤਾ ਨਾ ਲੱਗ ਸਕੇ। ਇਸ ਪ੍ਰੋਸੈਸ ਨੂੰ ਆਪਾਂ ਬੋਲ ਦਿੰਦੇ ਆ ਇਨਕ੍ਰਿਪਸ਼ਨ। ਇਨਕ੍ਰਿਪਸ਼ਨ ਬੋਲ ਸਕਦੇ ਹੋ, ਐਨਕੋਡਿੰਗ ਬੋਲ ਸਕਦੇ ਹੋ, ਜਾਂ ਇਹਨੂੰ ਸਕ੍ਰੈਂਬਲਿੰਗ, ਸਕ੍ਰੈਂਬਲਿੰਗ ਵੀ ਬੋਲਿਆ ਜਾਂਦਾ ਹੈ। ਠੀਕ ਹੈ, ਸੋ ਇਹੀ ਇਹਦਾ ਆਨਸਰ ਸੀਗਾ। ਇਹ ਆਨਸਰ ਬਣਨਾ ਸੀ ਇਨਕ੍ਰਿਪਸ਼ਨ। ਅਗਲਾ ਸਵਾਲ ਵੀ ਬੜਾ ਵਧੀਆ ਸੀ, ਵੀ ਆਪਾਂ ਪੂਰਾ ਕਹਿ ਲਓ ਵੀ ਚੱਕਰ-ਭੁੰਡੀਆਂ ਕੱਢੀਆਂ ਹੋਈਆਂ ਇਹ ਟੌਪਿਕ ਦੀਆਂ। ਇਹਦਾ ਲੈਵਲ 3 ਵੀ ਆਪਾਂ ਕਰਾਇਆ ਹੋਇਆ। ਕਹਿੰਦਾ ਇਨ ਵਿਚ ਐਲਗੋਰਿਥਮ ਸੇਮ ਕੀ ਯੂਜ਼ਡ ਇਨ ਬੋਥ ਸਾਈਡ। ਤਾਂ ਇਹ ਤੁਹਾਨੂੰ ਪਤਾ ਵੀ ਸਿਮੈਟ੍ਰਿਕ ਕੀ ਆ। ਦੇਖੋ ਧਿਆਨ ਰੱਖੋ, ਸਿਮੈਟ੍ਰੀਕਲ ਵੀ ਪਾਇਆ ਸੀ ਉੱਥੇ, ਜਲਦਬਾਜ਼ੀ ਕਰਕੇ ਸਿਮੈਟ੍ਰੀਕਲ ਨਹੀਂ ਲਾਉਣਾ ਸੀ। ਆਨਸਰ ਹੈਗਾ ਏਸਿਮੈਟ੍ਰਿਕ। ਤਾਂ ਇਹ ਮੈਂ ਬਹੁਤ ਡਿਟੇਲ 'ਚ ਕਰਾਈਆਂ ਹੋਈਆਂ ਚੀਜ਼ਾਂ ਨੇ, ਵੀਡੀਓ ਦੇਖ ਲਿਓ। ਸਿਮੈਟ੍ਰਿਕ ਕੀ ਨੂੰ ਪ੍ਰਾਈਵੇਟ ਕੀ ਜਾਂ ਸੀਕ੍ਰੇਟ ਕੀ ਵੀ ਬੋਲਦੇ ਆਪਾਂ, ਏਸਿਮੈਟ੍ਰਿਕ ਨੂੰ ਪਬਲਿਕ ਕੀ ਇਨਕ੍ਰਿਪਸ਼ਨ ਬੋਲਦੇ ਆ। ਡਿਫਰੈਂਸ ਵੀ ਮੈਂ ਤੁਹਾਨੂੰ ਕਰਾਏ ਐਲਗੋਰਿਥਮ ਦੇ ਵਿੱਚ, ਕਿਹੜੇ ਸਿਮੈਟ੍ਰਿਕ ਦੇ ਵਿੱਚ ਆਉਂਦੇ ਨੇ, ਕਿਹੜੇ ਏਸਿਮੈਟ੍ਰਿਕ ਦੇ ਵਿੱਚ। ਨੰਬਰ ਆਫ ਕੀ ਸਿਮੈਟ੍ਰਿਕ ਦੇ ਵਿੱਚ 1 ਹੁੰਦੀਆਂ ਨੇ, ਏਸਿਮੈਟ੍ਰਿਕ ਦੇ ਵਿੱਚ 2, ਪਬਲਿਕ ਹੁੰਦੀ ਹੈ ਇਨਕ੍ਰਿਪਸ਼ਨ ਦੇ ਲਈ, ਪ੍ਰਾਈਵੇਟ ਹੁੰਦੀ ਹੈ ਡੀਕ੍ਰਿਪਸ਼ਨ ਦੇ ਲਈ। ਇਹ ਸਾਰੇ ਐਲਗੋਰਿਥਮ ਨੇ ਜਿਹੜੇ ਸਿਮੈਟ੍ਰਿਕ ਤੇ ਏਸਿਮੈਟ੍ਰਿਕ ਚ ਆਉਂਦੇ ਨੇ। ਜੇ ਇਹਨਾਂ ਦੇ ਨਾਮਾਂ ਦੀ ਐਬਰੀਵੇਸ਼ਨ ਪੁੱਛ ਸਕਦਾ ਹੈ ਤਾਂ ਉਹ ਨਾਮ ਵੀ ਆਪਾਂ ਇੱਥੇ ਦਿੱਤੇ ਹੋਏ ਨੇ। ਠੀਕ ਆ, ਸੋ ਅਗਲਾ ਸਵਾਲ ਸੀਗਾ, ਇਹਦੇ ਤੇ ਵੀ ਸਵਾਲ ਅੱਗੇ ਗੱਲ ਕਰਾਂਗੇ। ਸ਼ਾਰਟਕਟ ਕੀ ਟੂ ਐਡ ਬੁੱਕਮਾਰਕ ਇਨ ਗੂਗਲ ਕਰੋਮ। ਇਹ ਵੀ ਸਵਾਲ ਕਹਿ ਲਓ ਵੀ ਵਧੀਆ ਲੈਵਲ ਦਾ ਪੁੱਛਿਆ। ਹੁਣ ਤੱਕ ਮੈਂ ਜਿਵੇਂ ਆਪਾਂ ਐਨਾਲਿਸਿਸ ਕਰਨ ਗਏ ਸੀ, ਵੀਡੀਓ ਦਾ ਐਨਾਲਿਸਿਸ ਕਰਨ ਗਏ ਸੀ, ਸੱਚ ਮੈਨੂੰ ਗੱਲ ਯਾਦ ਆ ਗਈ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਜਿਵੇਂ ਆਪਾਂ ਐਗਜ਼ਾਮੀਨੇਸ਼ਨ ਸੈਂਟਰ ਵਿਜ਼ਿਟ ਕੀਤਾ ਸੀਗਾ, ਵੀ ਬੱਚਿਆਂ ਨੂੰ ਪੁੱਛਿਆ ਜਾਵੇ ਕਿ ਕਿਹੜੇ ਕਿਹੜੇ ਸਵਾਲ ਆਏ ਨੇ। ਅਸੀਂ ਚਾਹੁੰਦੇ ਸੀਗੇ ਵੀ ਬਹੁਤ ਸਾਰੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ, ਕਮੈਂਟ ਕਰਦੇ ਨੇ ਉਹ ਵੀ ਸਰ ਸਾਨੂੰ ਕੁਝ ਦੱਸਿਆ ਜਾਵੇ। ਇੱਕ ਉਮੀਦ ਜੀ ਨਹੀਂ ਹੁੰਦੀ ਆਪਾਂ ਨੂੰ, ਐਂ ਲੱਗਦਾ ਵੀ ਇਹ ਬੰਦੇ ਕੁਛ ਨਾ ਕੁਛ ਦੱਸਣਗੇ। ਅਸੀਂ ਉਸੇ ਕਰਕੇ ਐਗਜ਼ਾਮੀਨੇਸ਼ਨ ਸੈਂਟਰ ਵਿਜ਼ਿਟ ਕੀਤਾ ਵੀ ਚਲੋ ਆਪਾਂ ਬੱਚਿਆਂ ਨੂੰ ਪੁੱਛ ਕੇ ਦੂਜੇ ਬੱਚਿਆਂ ਨੂੰ ਆਪਾਂ ਦੱਸਾਂਗੇ, ਕਿਉਂਕਿ ਬਾਕੀ ਤੇ ਨਹੀਂ ਕਰ ਰਹੇ ਸੀ ਬੰਦੇ, ਜਿਹੜੇ ਆਲਮੋਸਟ ਆਲਰੇਡੀ ਕਰਦੇ ਹੁੰਦੇ ਨੇ। ਤਾਂ ਸਾਨੂੰ ਲੱਗਿਆ ਵੀ ਚਲੋ ਅਸੀਂ ਕਰ ਲੈਂਦੇ ਹਾਂ, ਨਾਲੇ ਸਾਨੂੰ ਲੋੜ ਵੀ, ਅਸੀਂ ਗਰੋ ਨਹੀਂ ਕੀਤੇ ਆਪਾਂ ਇੰਨੇ ਲੋਕਾਂ ਤੱਕ, ਆਪਣੀ ਗੱਲ ਨਹੀਂ ਪਹੁੰਚ ਰਹੀ, ਸਰਚ ਦੇ ਵਿੱਚ ਨਹੀਂ ਆ ਰਹੇ, ਕਿਉਂਕਿ ਥੱਲੇ ਕੋਈ ਆਪਾਂ ਕਿਹੜਾ ਕੋਈ ਐਡ ਊਡ ਕਰਾ ਰਹੇ ਆ। ਆਪਾਂ ਤਾਂ ਕਹਿ ਲਓ ਵੀ ਆਰਗੈਨਿਕ ਕੰਮ ਕਰਦੇ ਹਾਂ, ਹੌਲੀ ਹੌਲੀ ਆਵਾਂਗੇ, ਗਰੋ ਕਰਾਂਗੇ। ਬਹੁਤ ਸਾਰੇ ਇਸ ਗੱਲ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਆਪਣੇ ਨਾਲ ਜੁੜੇ ਹੋਏ ਬਹੁਤ ਬੱਚੇ ਇਸ ਚੀਜ਼ ਦਾ ਕੰਸਰਨ ਆ ਉਹਨਾਂ ਨੂੰ ਵੀ ਜਿਹੜੇ ਲੈਵਲ ਦਾ ਆਪਣਾ ਗਰੋਥ ਹੋਣੀ ਚਾਹੀਦੀ ਸੀ ਉਹ ਲੈਵਲ ਦੀ ਗਰੋਥ ਨਹੀਂ ਆ। ਤਾਂ ਕੋਈ ਚੱਕਰ ਨਹੀਂ, ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਸੀਂ ਬਸ ਸਪੋਰਟ ਕਰ ਰਹੇ ਹੋ ਦਿਲੋਂ। ਅਗਰ ਤੁਹਾਨੂੰ ਇਹ ਚੀਜ਼ ਮਹਿਸੂਸ ਹੋ ਰਹੀ ਹੈ ਵੀ ਉਸ ਲੈਵਲ ਦੀ ਸਪੋਰਟ ਹੋਣੀ ਚਾਹੀਦੀ ਸੀ ਜਾਂ ਉਸ ਲੈਵਲ ਦੀ ਗਰੋਥ ਹੋਣੀ ਚਾਹੀਦੀ ਸੀ ਤੇ ਨਹੀਂ ਹੈ, ਕੋਈ ਗੱਲ ਨਹੀਂ, ਕੋਈ ਸਮਾਂ ਲੱਗੂਗਾ,
ਕੋਈ ਆਪਣਾ ਆਪਣੇ ਨੋਟਸ ਚੋਰੀ ਕਰ ਸਕਦੇ ਆ। ਜਿਵੇਂ ਬੱਚਿਆਂ ਨੇ ਮੈਨੂੰ ਕਿਹਾ ਵੀ ਸਰ PDF ਹੈ ਜਿਹੜੀਆਂ ਇਹਨਾਂ ਨੂੰ ਤੁਸੀਂ ਇਨਕ੍ਰਿਪਟ ਕਰੋ ਤੇ ਥੋੜੇ ਲੋਗੋ ਲਾਓ। ਕੋਈ ਗੱਲ ਨਹੀਂ, ਚੋਰੀ ਕਰਕੇ ਦਿਮਾਗ ਕੋਈ ਤੁਹਾਡਾ ਕ੍ਰੀਏਟਿਵ ਆਈਡੀਆ ਕੋਈ ਨਹੀਂ ਲਿਜਾ ਸਕਦਾ। ਤੇ ਨਾਲੇ ਜਿਹੜਾ ਬੰਦਾ ਚੋਰੀ ਕਰਨ ਵਾਲਾ ਉਹ ਪਤਾ ਲੱਗ ਜਾਂਦਾ ਹੁੰਦਾ ਉਹਨਾਂ ਦਾ ਵੀ ਕਿੱਥੋਂ ਇਧਰੋਂ ਚੱਕ ਚੁੱਕੇ ਆ। ਪੇਸ਼ਕਾਰੀ ਵਧੀਆ ਹੋ ਸਕਦੀ ਹੈ ਉਹਨਾਂ ਦੀ, ਜਾਂ ਥੋੜਾ ਬਹੁਤ ਵਿਊ ਲੈ ਸਕਦਾ, ਕੋਈ ਚੱਕਰ ਨਹੀਂ। ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਮੌਲੇ ਵੱਲਦਾ ਜਿਹੜੇ ਉਹ ਫਿਰ ਆਪਦੀ ਚਾਲ ਹੀ ਚੱਲਦੇ ਆ, ਤੇ ਜਿਹੜੇ ਧੁਰਲੀਆਂ ਮਾਰਨ ਵਾਲੇ ਉਹ ਥੋੜਾ ਅੱਗੇ ਤਾਂ ਟੱਪ ਜਾਂਦੇ ਆ, ਪਰ ਪਤਾ ਲੱਗ ਜਾਂਦਾ ਵੀ ਮੌਲਾ ਹੀ ਕੱਢੂਗਾ ਰੇੜੀ ਦਾ, ਹਨਾ, ਚਿੱਕੜ 'ਚ ਫਸੀ ਹੋਈ। ਤਾਂ ਉੱਥੇ ਸਾਡੇ ਨਾਲ ਅਸੀਂ ਟੀਮ ਪਹੁੰਚੀ ਸਾਰੀ। ਉੱਥੇ ਬੜਾ ਮਤਲਬ ਕਿ ਮਾਹੌਲ ਐਵੇਂ ਦਾ ਸੀਗਾ ਵੀ ਅਸੀਂ ਜਦੋਂ ਬੱਚੇ ਬਾਹਰ ਨਿਕਲੇ ਤੇ ਅਸੀਂ ਪੁੱਛਿਆ ਬੱਚਿਆਂ ਨੂੰ ਵੀ ਤੁਸੀਂ ਦੱਸੋ, ਤੇ ਜ਼ਿਆਦਾਤਰ ਬੱਚੇ ਦੱਸਣ ਲਈ ਤਿਆਰ ਨਹੀਂ ਹੁੰਦੇ ਸੀਗੇ। ਸੋ ਪਤਾ ਨਹੀਂ ਉਹਨਾਂ ਨੂੰ ਕੀ ਲੱਗਦਾ। ਕੁਝ ਬੱਚੇ ਤਾਂ ਸ਼ਰਮਾਉਂਦੇ ਸੀ, ਕੁਝ ਬੱਚਿਆਂ ਨੂੰ ਇਹ ਹੁੰਦਾ, ਕਈ ਬੱਚਿਆਂ ਦੇ ਮਨ ਦੇ ਵਿੱਚ ਇਹ ਵੀ ਹੁੰਦਾ ਵੀ ਯਾਰ ਅਸੀਂ ਨਹੀਂ ਦੱਸਣਾ ਅੱਗੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਦੂਜਿਆਂ ਦਾ ਕੰਪੀਟੀਸ਼ਨ ਵੱਧ ਜੂ ਜਾਂ ਉਹਨਾਂ ਜ਼ਿਆਦਾ ਹੈ ਨਾ। ਮੈਨੂੰ ਲੱਗਦਾ ਵੀ ਇਹ ਸਰਾਸਰ ਕੋਈ ਬਾਹਲੀ ਲੌਜੀਕਲ ਗੱਲ ਨਹੀਂ ਹੈ। ਜਿਹੜਾ ਬੰਦਾ ਸੈਲਫ ਬਾਰੇ ਸੋਚਦਾ ਉਹ ਅੱਗੇ ਨਹੀਂ ਜਾ ਸਕਦਾ ਜ਼ਿੰਦਗੀ ਦੇ ਵਿੱਚ, ਉਹ ਕਿਤੇ ਨਾ ਕਿਤੇ ਧੋਖਾ ਖਾਂਦਾ। ਕਹਿੰਦੇ ਆ ਵੀ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਜਿਹੜੇ ਬੰਦੇ ਨੂੰ ਸਿਰਫ ਆਪਣੇ ਬਾਰੇ ਆ ਵੀ ਮੈਨੂੰ ਇਨਫੋਰਮੇਸ਼ਨ ਮੇਰੇ ਕੋਲ ਤਾਂ ਸਭ ਕੁਝ ਆ ਜੇ ਪਰ ਮੈਂ ਦੂਜਿਆਂ ਨੂੰ ਨਹੀਂ ਦੱਸਣਾ, ਉਹ ਬੰਦਾ ਜ਼ਿੰਦਗੀ ਦੇ ਵਿੱਚ ਜਿੱਥੇ ਮਰਜ਼ੀ ਚਲਾ ਜਾਵੇ, ਪਹਿਲੀ ਗੱਲ ਤਾਂ ਉਹ ਸੈਟਿਸਫਾਈ ਨਹੀਂ ਹੋ ਸਕਦਾ। ਉਹ ਫਰਸਟ੍ਰੇਟ ਰਹੂਗਾ ਆਪਦੀ ਲਾਈਫ ਦੇ ਵਿੱਚ, ਕਿਹੜੀ ਮਰਜ਼ੀ ਪੋਜੀਸ਼ਨ ਤੇ ਚੱਲ ਜੇ ਫਰਸਟ੍ਰੇਟ ਰਹੂਗਾ ਬੰਦਾ, ਤੇ ਉਹਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਘਰ ਕਰ ਜਾਣਗੀਆਂ। ਅਸੀਂ ਵੀ ਐਵੇਂ ਦੇ ਸੀ, ਮੈਂ ਨਹੀਂ ਕਹਿੰਦਾ ਮੈਂ ਐਵੇਂ ਦਾ ਨਹੀਂ। ਕਿਸੇ ਟਾਈਮ ਸਕੂਲ ਟਾਈਮ ਦੇ ਵਿੱਚ ਸਾਨੂੰ ਵੀ ਐਵੇਂ ਦਾ ਹੁੰਦਾ ਸੀਗਾ ਵੀ ਸਾਨੂੰ ਪਤਾ ਲੱਗ ਗਿਆ ਸੀ ਦੂਜੇ ਨੂੰ ਨਾ ਦੱਸੀਏ। ਬੜੀਆਂ ਹਰਕਤਾਂ ਹੀ ਕੀਤੀਆਂ ਨੇ, ਪਰ ਸਮਾਂ ਪਾ ਕੇ ਕਹਿੰਦੇ ਨੇ ਨਾ ਵੀ ਬੰਦਾ ਸਿੱਖ ਜਾਂਦਾ, ਤਾਂ ਅਸੀਂ ਵੀ ਸਿੱਖੇ ਆ ਯਾਰ। ਅਸੀਂ ਕੋਈ ਅਗਰ ਤੁਹਾਡੇ ਚ ਸੁਣ ਰਿਹਾ ਵੀਡੀਓ ਕੋਈ ਐਵੇਂ ਦਾ ਹੋਵੇ ਤਾਂ ਬੁਰਾ ਨਾ ਮੰਨਿਓ, ਸੋਚ ਕੇ ਦੇਖਿਓ ਵੀ ਕੀ ਬਾਕੀ ਮੈਂ ਐਂ ਕਰ ਰਿਹਾ ਯਾਰ, ਤੇ ਇਸ ਚੀਜ਼ ਨੂੰ ਆਪਾਂ ਤੋੜਨਾ ਹੈਗਾ। ਤਾਂ ਤੁਸੀਂ ਸ਼ੇਅਰਿੰਗ ਦੇ ਨਾਲ ਅੱਗੇ ਆਓਗੇ, ਜਿੰਨਾ ਤੁਸੀਂ ਕੰਟੈਂਟ ਸ਼ੇਅਰ ਕਰੋਗੇ, ਬਾਕੀਆਂ ਨੂੰ ਦੱਸੋਗੇ, ਉਹ ਚੀਜ਼ਾਂ ਤੁਹਾਡੀ ਗਰੋਥ ਦਾ ਕਾਰਨ ਬਣਨਗੀਆਂ। ਤਾਂ ਹੁਣ ਅਸੀਂ ਗਏ, ਸਾਡੀ ਵੀ ਗਰੋਥ ਹੋਈ, ਪਲੱਸ ਜਿਹੜੇ ਬੱਚਿਆਂ ਨੂੰ ਪਤਾ ਲੱਗਿਆ ਉਹਨਾਂ ਨੇ ਪੜ੍ਹਿਆ ਉਹਨਾਂ ਦੇ 2-4 ਨੰਬਰ ਵੱਧ ਜਾਣਗੇ, ਉਹਨਾਂ ਦੀ ਵੀ ਗਰੋਥ ਹੈ। ਤਾਂ ਗਿਵ ਐਂਡ ਟੇਕ ਹੈ। ਅਸੀਂ ਤੁਹਾਨੂੰ ਕੰਟੈਂਟ ਦਿੱਤਾ, ਤੁਸੀਂ ਦੇਖਿਆ, ਤੁਸੀਂ ਸ਼ੇਅਰ ਕੀਤਾ, ਆਪਾਂ ਥੋੜੇ ਜਿਹੇ ਗਰੋ ਹੋਏ। ਤਾਂ ਮੈਂ ਇਸ ਚੀਜ਼ ਦਾ ਨਹੀਂ ਕਹਿੰਦਾ ਵੀ ਮੈਂ ਕਹਾਂ ਵੀ ਅਸੀਂ ਤਾਂ ਜੀ ਤੁਹਾਡੇ ਤੇ ਆ ਕੇ ਮੈਂ ਢਾਉਣ ਲੱਗ ਜਾ। ਦੇਖੋ ਬੱਚਿਓ, ਮੀਂਹ ਬਹੁਤ ਪੈ ਰਿਹਾ ਸੀ, ਨੋ ਡਾਊਟ ਗਰਮੀ ਬਹੁਤ ਜ਼ਿਆਦਾ, ਪਸੀਨਾ ਤੁਸੀਂ ਵੀਡੀਓ 'ਚ ਦੇਖਿਆ ਹੋਣਾ, ਤੰਗ ਅਸੀਂ ਬਹੁਤ ਜ਼ਿਆਦਾ ਹੋਏ। ਉੱਥੇ ਗਰਮੀ ਸੀ, ਬੱਚਿਆਂ ਨੂੰ ਕਹਿਣਾ ਕਰਨਾ, ਅਸੀਂ ਤੰਗ ਹੋਏ, ਪਰ ਅਸੀਂ ਤੁਹਾਡੇ ਲਈ ਨਹੀਂ ਹੋਏ। ਭੁਲੇਖੇ 'ਚ ਨਾ ਰਹੋ ਐਵੇਂ। ਅਸੀਂ ਗਏ ਸੀ ਆਪਦੇ ਲਈ, ਅਸੀਂ ਆਪਦਾ ਆਡੀਅੰਸ ਬੇਸ ਵਧਾਉਣਾ, ਕੰਮ ਕਰਨਾ, ਵਧੀਆ ਕੰਮ ਕਰਨਾ, ਲੈਵਲ ਦਾ ਕੰਮ ਕਰਨਾ, ਸਿਰੇ ਦਾ ਕੰਮ ਕਰਨਾ। ਵੀ ਕਿਉਂਕਿ ਮਾਣਾ ਬਸ ਇਹੀ ਪੜਾਉਣਾ ਵਧੀਆ ਲੱਗਦਾ। ਤਾਂ ਹੋਇਆ ਬੱਚਿਆਂ ਦਾ ਵੀ ਫਾਇਦਾ, ਦੇਖੋ ਤੁਹਾਡਾ ਵੀ ਫਾਇਦਾ ਹੋਇਆ। ਪਰ ਮੈਂ ਤੁਹਾਡੇ ਤੇ ਤਲਵਾਰ ਥੋੜਾ ਸਿੱਟਣੀ ਹੈ, ਬੱਚੋ ਤੁਹਾਡੇ ਲਈ ਮੈਂ ਕੀਤਾ ਐਂ ਕੀਤਾ, ਨਹੀਂ ਯਾਰ, ਅਸੀਂ ਤੁਹਾਡੇ ਲਈ ਨਹੀਂ ਕੀਤਾ, ਅਸੀਂ ਆਪਣੇ ਲਈ ਕੀਤਾ। ਹਾਂ, ਤੁਹਾਡੇ ਲਈ ਹੋ ਗਿਆ ਆਟੋਮੈਟਿਕਲੀ, ਕੰਮ ਤੁਹਾਡੇ ਲਈ ਹੈ। ਤਾਂ ਗਿਵਨ ਜੁੜੀਆਂ ਹੋਈਆਂ ਨੇ ਚੀਜ਼ਾਂ ਨੂੰ ਅਲੱਗ ਨਹੀਂ ਕਰ ਸਕਦੇ ਵੀ ਅਸੀਂ ਸਿਰਫ ਇਕੱਲਾ ਆਪਦੇ ਲਈ ਕਰੀਏ ਤੁਹਾਡੇ ਲਈ ਕੁਛ ਨਾ ਹੋਵੇ, ਇਹ ਨਹੀਂ ਹੋ ਸਕਦਾ। ਜਾਂ ਤੁਹਾਡੇ ਲਈ ਕਰੀਏ ਸਾਡੇ ਲਈ ਕੁਛ ਨਾ ਹੋਵੇ, ਮੈਂ ਕਿਵੇਂ ਕਹਿ ਸਕਦਾ ਵੀ ਤੁਹਾਡੇ ਲਈ ਕੰਮ ਕੀਤਾ ਸਾਡੇ ਲਈ ਕੁਛ ਨਹੀਂ, ਹੋ ਹੀ ਨਹੀਂ ਸਕਦਾ, ਹਨਾ। ਤਾਂ ਗਿਵ ਐਂਡ ਟੇਕ ਹੁੰਦਾ। ਉੱਥੇ ਜਿਹੜੀ ਘਟਨਾ ਵਾਪਰੀ ਉਹ ਦੱਸਦਾ ਵੀ ਬੱਚੇ ਅੱਗੇ ਆਉਣ ਲਈ ਤਿਆਰ ਨਹੀਂ ਸੀ ਕੈਮਰੇ ਦੇ। ਬਹੁਤ ਬੱਚੇ ਆਏ ਵੀ, ਆਈ ਐਪਰੀਸ਼ੀਏਟ, ਜੇ ਉਹ ਸੁਣ ਰਹੇ ਹੋਣਗੇ ਤਾਂ ਮੈਨੂੰ ਪਰਸਨਲੀ ਆਈ, ਸਾਨੂੰ ਵਧੀਆ ਲੱਗਿਆ। ਕੁੜੀਆਂ ਦਾ ਜ਼ਿਆਦਾਤਰ ਐਵੇਂ ਸੀ, ਮੈਂ ਜਿਹੜੇ ਬੱਚੇ ਦੇਖ ਰਿਹਾ ਗਰਲਸ, ਮੈਂ ਸਾਰਿਆਂ ਨੂੰ ਦੱਸਣਾ ਚਾਹਣਾ ਵੀ ਜਿਵੇਂ ਉੱਥੇ ਮਾਹੌਲ ਐਵੇਂ ਦਾ ਸੀਗਾ ਵੀ ਉਹ ਬੈਗ ਬੂਗ ਲੈ ਕੇ ਬਾਹਰ ਆ ਰਹੇ ਸੀ, ਹਨਾ। ਤੇ ਉੱਥੇ 5-6 ਉੱਥੇ ਪੁਲਿਸ ਵਾਲੇ ਖੜੇ ਆ, ਮੈਡਮਾਂ ਖੜੀਆਂ, ਪਤਾ ਨਹੀਂ ਹੁਣ ਆਪਾਂ ਨੂੰ ਇੰਨਾ ਪਤਾ ਨਹੀਂ ਵੀ ਕਿਹੜੇ ਰੈਂਕ ਤੇ ਸੀ ਉਹ ਸਾਰੇ। ਮਤਲਬ ਕਿ ਉਹ ਐਂ ਕਹਿ ਲਓ ਵੀ ਉਹ ਬੰਦੂਕਾਂ ਤਾਣੀ ਖੜੇ ਨੇ, ਅੱਖਾਂ ਦੀਆਂ ਕਹਿ ਲਓ ਜਾਂ ਵੈਸੇ ਹੀ ਵੀ ਉਹ ਬੰਦੂਕਾਂ ਤਾਣੀ ਖੜੇ ਨੇ ਉਧਰ ਨੂੰ, ਵੀ ਕੋਈ ਪ੍ਰੋਬਲਮ ਨਾ ਹੋ ਜੇ। ਤੇ ਅਸੀਂ ਮਤਲਬ ਕਿ ਸਾਨੂੰ ਇਹ ਸੀਗਾ ਵੀ ਮਿਕਸ ਜੇ ਰਿਵਿਊ ਹੋਣ, ਕੁੜੀਆਂ ਦੇ ਵੀ ਮੁੰਡਿਆਂ ਦੇ ਵੀ, ਨਹੀਂ ਫਿਰ ਐਂ ਹੁੰਦਾ ਵੀ ਪਾਰਸ਼ੈਲਿਟੀ ਹੋ ਜਾਂਦੀ ਹੈ। ਅਸੀਂ ਪੁੱਛਿਆ ਵੀ ਐਕਸਕਿਊਜ਼ ਮੈਮ ਥੋੜਾ ਜਿਹਾ ਤੁਸੀਂ ਵਿਊ ਦੇਣਾ, ਕੁੜੀਆਂ ਨੇ ਭੱਜ ਹੀ ਜਾਣਾ ਵੀ ਕੋਲੇ ਖੜਨਾ ਹੀ ਨਹੀਂ। ਤੇ ਉਹ ਜਿਹੜੇ ਪੁਲਿਸ ਵਾਲੇ ਸੀ ਪਹਿਲਾਂ ਬੰਦੂਕਾਂ ਐਂ ਕਰੀ ਖੜੇ, ਉਹਨਾਂ ਦੀਆਂ ਸਾਡੇ ਬੰਨੀ। ਸਾਨੂੰ ਇੰਨਾ ਕੁ ਜ਼ਿਆਦਾ ਔਕਵਰਡ ਫੀਲ ਹੋਇਆ ਵੀ ਯਾਰ ਇਹ ਬੰਦੇ ਸੋਚਣਗੇ, ਉੱਥੇ ਲਿਟਰਲੀ ਸਾਨੂੰ ਅੰਦਰੋਂ ਇਹ ਮਹਿਸੂਸ ਹੋ ਗਿਆ ਵੀ ਯਾਰ ਸਾਰੇ ਬੰਦੇ ਐਂ ਸੋਚਣਗੇ ਵੀ ਧੱਕਾ ਕਰ ਰਹੇ ਆ, ਹਨਾ, ਵੀ ਇਹ ਜਲੀਲ ਕਰ ਰਿਹਾ ਕਿਸੇ ਤਰੀਕੇ ਨਾਲ। ਅਸੀਂ ਸਿੰਪਲੀ ਕਿਹਾ ਵੀ ਐਕਸਕਿਊਜ਼ ਮੀ ਮੈਮ, ਹਨਾ। ਤਾਂ ਤੁਸੀਂ ਕਿੰਨੀ ਵੱਡੀ ਪੋਸਟ ਦੇ ਲਈ ਕਹਿ ਲਓ ਵੀ ਪੇਪਰ ਦੇਣ ਜਾ ਰਹੇ ਹੋ, ਕੱਲ ਨੂੰ SI ਲੱਗ ਜਾਓਗੇ, ਤਾਂ ਫਿਰ ਉੱਥੇ ਕੀ ਕਰੋਗੇ? ਸਾਰਾ ਕੁਝ ਕਰਨਾ ਪੈਣਾ, ਪਬਲਿਕ ਡੀਲਿੰਗ ਹੀ ਆ, ਹੋਰ ਕੀ ਹੈ। ਤਾਂ ਉੱਥੇ ਫਿਰ ਭੱਜੋਗੇ, ਆਪਾਂ ਭੱਜ ਤਾਂ ਨਹੀਂ ਸਕਦੇ। ਤਾਂ ਸਾਨੂੰ ਜੈਂਟਲੀ ਬੋਲ ਦੇਣਾ ਚਾਹੀਦਾ ਕਿ ਸਰ ਹਾਂ ਪੇਪਰ ਮੇਰਾ ਵਧੀਆ ਹੋਇਆ, ਅਗਰ ਤੁਸੀਂ ਪੁੱਛਣਾ ਤਾਂ ਤੁਸੀਂ ਲਿਖ ਲਓ ਵੀ ਮੈਂ ਬੋਲਣਾ ਨਹੀਂ, ਮੇਰਾ ਮਨ ਨਹੀਂ ਹੈ, ਬਸ ਦੈਟਸ ਇਟ। ਅਗਰ ਤੁਸੀਂ ਆਪਾਂ ਇਸ ਤਰੀਕੇ ਦੇ ਨਾਲ ਇਹ ਭੱਜਣਾ ਤਾਂ ਦੂਜੇ ਬੰਦੇ ਨੂੰ ਐਮਬੈਰਸ ਫੀਲ ਹੁੰਦਾ। ਜਿਹੜੇ ਆਸੇ ਪਾਸੇ ਖੜੇ ਆ, ਸਾਨੂੰ ਕਿੰਨਾ ਐਂ ਲੱਗਿਆ, ਸਾਨੂੰ ਇੱਕ ਅਸੀਂ ਗਰਲ ਨੂੰ ਪੁੱਛ ਕੇ ਦੂਜੇ ਨੂੰ ਸਾਡਾ ਮਨ ਹੀ ਨਹੀਂ ਕਰਦਾ, ਅਸੀਂ ਬਹੁਤ ਡਰੇ ਹੋਏ ਅੰਦਰੋਂ ਵੀ ਐਵੇਂ ਨਾ ਪੁਲਿਸ ਵਾਲੇ ਚੱਕ ਕੇ ਕੋਟ ਸਿੱਟਣ ਵੀ ਆ ਜਾਓ, ਤੁਹਾਨੂੰ ਦੱਸਦੇ ਆ ਧੱਕਾ ਕਰ ਰਹੇ ਹੋ, ਹਨਾ। ਸੋ ਇਹ ਪਰਸਨਲੀ ਵਾਪਰਿਆ ਸਾਡੇ ਦੇ ਨਾਲ। ਤੁਸੀਂ ਦੇਖਿਆ ਹੋਣਾ ਦੂਜੇ ਪਾਰਟ ਦੇ ਵਿੱਚ ਸਾਨੂੰ ਕਿਸੇ ਵੀ ਕਹਿ ਲਓ ਵੀ ਗਰਲ ਬੱਚੇ ਨੇ ਸਾਨੂੰ, ਕੁੜੀ ਨੇ ਸਾਨੂੰ ਕਿਹਾ ਹੀ ਨਹੀਂ, ਐਗਰੀ ਨਹੀਂ ਹੋਏ ਵੀ ਅਸੀਂ ਤੁਹਾਨੂੰ ਦੱਸੀਏ। ਜਿਨ੍ਹਾਂ ਨੇ ਦੱਸਿਆ ਮੈਨੂੰ ਵਧੀਆ ਲੱਗਿਆ,
ਸੋ ਆਈ ਐਪਰੀਸ਼ੀਏਟ ਵੀ ਜਿਨ੍ਹਾਂ ਨੇ ਦੱਸਿਆ ਹੈ ਨਾ। ਸੋ ਇਸ ਚੀਜ਼ਾਂ ਲਈ ਮੈਂ ਉਮੀਦ ਕਰਦਾ ਕਿ ਤੁਸੀਂ ਜਿਹੜੇ ਸਾਰੇ ਵੀਡੀਓ ਦੇਖ ਰਹੇ ਹੋ ਤੁਸੀਂ ਸਾਨੂੰ ਜ਼ਰੂਰ ਦੱਸੋਗੇ ਤੇ ਅਸੀਂ ਪਟਿਆਲਾ ਸੈਂਟਰ ਦੇ ਵਿੱਚ ਹੀ ਆਪਾਂ ਵਿਜ਼ਿਟ ਕਰਦੇ ਹਾਂ। ਅਗਰ ਤੁਸੀਂ ਪਟਿਆਲਾ ਸੈਂਟਰ ਦੇ ਵਿੱਚ ਤੁਹਾਡੇ 'ਚ ਕੋਈ ਵੀਡੀਓ ਦੇਖ ਰਿਹਾ ਹੋਇਆ ਤਾਂ ਸਾਨੂੰ ਲੱਭ ਲਿਓ, ਅਸੀਂ ਉੱਥੇ ਹੀ ਹੋਵਾਂਗੇ। ਸਾਡੇ ਕੋਲੇ ਆ ਕੇ ਜ਼ਰੂਰ ਦੱਸ ਕੇ ਜਾਇਓ। ਤੇ ਅਗਰ ਤੁਸੀਂ ਕਿਸੇ ਹੋਰ ਸੈਂਟਰ ਦੇ ਵਿੱਚ ਗਏ ਹੋਏ ਹੋ ਤੇ ਇਹ ਤੁਹਾਡੀ ਜ਼ਿੰਮੇਵਾਰੀ ਆ ਕਿ ਤੁਸੀਂ ਆਪਣੇ WhatsApp ਨੰਬਰ 94 635 90 346 ਇਸ ਨੰਬਰ ਤੇ ਜਾ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਇਹ ਤੁਹਾਡੀ ਜ਼ਿੰਮੇਵਾਰੀ ਹੈ। ਜੇ ਤੁਹਾਡਾ ਪੇਪਰ ਹੋਣ ਵਾਲੀਆਂ ਡੇਟਸ ਦੇ ਵਿੱਚ ਨਹੀਂ ਹੈਗਾ, ਤੁਹਾਡਾ ਆਉਣ ਵਾਲੀਆਂ ਸ਼ਿਫਟ ਦੇ ਵਿੱਚ ਹੈ, ਕਹਿ ਲਓ ਵੀ ਤੁਸੀਂ 9 ਨੂੰ ਹੋਣੀ ਹੈ, ਚਾਹੇ 15 ਨੂੰ, ਬਾਅਦ ਜਿੰਨੀਆਂ ਵੀ ਸ਼ਿਫਟ ਹੋਣੀਆਂ ਨੇ, ਤਾਂ ਤੁਸੀਂ ਆਪਦੇ ਦੋਸਤਾਂ ਮਿੱਤਰਾਂ ਦੇ ਜਿਹੜੇ ਤੁਹਾਡੇ ਨੇੜੇ ਤੇੜੇ ਪੇਪਰ ਦੇ ਰਹੇ ਨੇ ਪਹਿਲਾਂ, ਉਹਨਾਂ ਤੋਂ ਡਾਟਾ ਲੈ ਕੇ ਚਾਹੇ ਉਹਨਾਂ ਦੇ ਨੰਬਰ ਲੈ ਕੇ ਸਾਨੂੰ ਭੇਜੋ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ। ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ 100% ਤੁਹਾਡੇ ਲਈ ਚੀਜ਼ਾਂ ਲੈ ਕੇ ਆਵਾਂਗੇ, ਕਰਾਵਾਂਗੇ। ਪਰ ਤੁਹਾਨੂੰ ਵੀ ਕਰਨਾ ਪੈਣਾ। ਘਰੇ ਬੈਠੇ ਬਿਠਾਏ ਸਭ ਕੁਝ ਨਹੀਂ ਹੁੰਦਾ। ਅਸੀਂ ਤੁਹਾਡੇ ਫਿਰ ਗਲਤ ਬੋਲ ਗਿਆ ਸੀ, ਅਸੀਂ ਆਪਣੇ ਲਈ ਗਏ ਹਾਂ, ਤੁਸੀਂ ਆਪਣੇ ਲਈ ਕਰਨਾ। ਤੁਸੀਂ ਉਹਨਾਂ ਬੰਦਿਆਂ ਦੇ ਨੰਬਰ ਲੱਭੋ, ਸਾਨੂੰ ਮੈਸੇਜ ਕਰਵਾਓ, ਜੋੜੋ, ਟੀਮ ਵੱਡੀ ਹੋਊਗੀ ਤਾਂ ਆਪਾਂ ਤੁਹਾਡੇ ਲਈ ਹੋਰ ਲੈ ਕੇ ਆਵਾਂਗੇ, ਹੈ ਨਾ। ਸੋ ਚਲੋ ਬੜਾ ਲੰਬਾ ਹੋ ਗਿਆ ਕੰਮ ਮੈਨੂੰ ਲੱਗਦਾ। ਤਾਂ ਇਹ ਸ਼ਾਰਟਕਟ ਨੇ ਜਿਹੜੇ ਬੁੱਕਮਾਰਕ ਗੂਗਲ ਕਰੋਮ ਦੇ ਬਰਾਊਜ਼ਰ ਦੇ ਸ਼ਾਰਟਕਟ ਨੇ ਨਾ ਜਿਹੜੇ, ਇਹ ਮੈਂ TSS ਪੇਪਰ ਵਾਲੇ ਜੋ ਟੈਕਨੀਕਲ ਸਰਵਿਸ ਐਂਡ ਸਪੋਰਟ ਵਾਲੇ ਪੇਪਰ 'ਚ ਕਰਾਏ ਹੋਏ ਸੀ, ਉਹ ਪਏ ਨੇ ਪ੍ਰੀਵੀਅਸ ਈਅਰ ਐਨਾਲਿਸਿਸ, ਉੱਥੇ ਤੁਸੀਂ ਦੇਖ ਸਕਦੇ ਹੋ। ਨਹੀਂ ਆਪਾਂ ਦੱਸ ਦਿੰਦੇ ਹਾਂ, 1 ਮਿੰਟ ਲੱਗਣਾ ਹੈ। ਓਪਨ ਦਾ ਨਿਊ ਟੈਬ, ਇਹ ਹਰ ਜਗ੍ਹਾ Ctrl+N ਚੱਲਦਾ। ਜੇਕਰ ਨਿਊ ਟੈਬ ਇਨਕੋਗਨੀਟਿਵ ਮੋਡ 'ਚ ਖੋਲਣਾ, ਇਨਕੋਗਨੀਟਿਵ ਮੋਡ ਹੁੰਦਾ ਜਿਹੜਾ ਸਿਕਿਉਰ ਮੋਡ ਹੁੰਦਾ, ਜਿੱਥੇ ਸਾਨੂੰ ਟਰੇਸ ਨਹੀਂ ਕਰਦਾ ਕੋਈ। ਜਿਵੇਂ ਆਪਾਂ ਆਹ ਕਹਿ ਲਈਏ ਬਰਾਊਜ਼ਰ ਖੁੱਲਿਆ ਹੋਇਆ, Ctrl+N ਕਰ ਦਾਂਗੇ ਆਪਾਂ, ਨਵਾਂ ਬਰਾਊਜ਼ਰ ਖੁੱਲ ਗਿਆ। Ctrl+Shift+N ਕਰ ਦਾਂਗੇ ਤਾਂ ਆਹ ਦੇਖੋ, ਆਹ ਹੈਗਾ ਇਨਕੋਗਨੀਟਿਵ ਟੈਬ। ਇਨਕੋਗਨੀਟਿਵ ਦੇ ਵਿੱਚ ਹੁੰਦਾ ਵੀ ਸਾਡੀ ਹਿਸਟਰੀ ਜਿਹੜੀ ਹੈ ਉਹ ਮਤਲਬ ਕਿ ਰਿਕਾਰਡ ਨਹੀਂ ਹੁੰਦੀ। ਤਾਂ ਆਪਾਂ ਕੀ ਕਰਨਾ, ਤੁਸੀਂ ਇਹਨੂੰ ਕੈਫੇ 'ਚ ਜਾਂ ਬਾਹਰ ਕਿਤੇ ਫਾਰਮ ਭਰਨ ਜਾਂਦੇ ਹੋ ਤਾਂ ਉੱਥੇ ਤੁਸੀਂ Ctrl+Shift+N ਹੀ ਕਰਨਾ, ਤਾਂ ਤੁਹਾਡਾ ਡੇਟਾ ਹੈ ਜਾਂ ਤੁਹਾਡੀ ਹਿਸਟਰੀ ਟਰੈਕ ਰਿਕਾਰਡ ਨਾ ਹੋਵੇ। ਤਾਂ ਉਸ ਤੋਂ ਬਾਅਦ ਜੇਕਰ ਆਪਾਂ ਨਵੀਂ ਟੈਬ ਖੋਲਣੀ ਹੈ ਤਾਂ ਉਹਦੇ ਲਈ ਹੁੰਦਾ Ctrl+T। ਆਪਾਂ ਇੱਥੋਂ ਹੀ ਦੇਖ ਲੈਂਦੇ ਹਾਂ, Ctrl+T, ਆ ਦੇਖੋ Ctrl+T ਖੁੱਲ ਰਹੀ ਹੈ ਨਾ ਇੱਕ ਤੋਂ ਜ਼ਿਆਦਾ ਟੈਬ। ਤੇ ਜੇ ਆਪਾਂ ਕਰ ਦਈਏ Ctrl+W ਤਾਂ ਇਹਦੇ ਨਾਲ ਟੈਬ ਕਲੋਜ਼ ਹੋ ਰਹੀਆਂ ਨੇ। ਤੇ Ctrl+W ਐਕਸਲ ਦੇ ਵਿੱਚ ਵੀ ਕਲੋਜ਼ ਕਰਦਾ, ਵਰਡ, ਪਾਵਰ ਪੁਆਇੰਟ, Ctrl+W ਸਾਰਿਆਂ ਦੇ ਵਿੱਚ ਕੰਮ ਕਰਦਾ। ਇਹ ਬਹੁਤ ਵਾਰੀ ਸਵਾਲ ਪੁੱਛਿਆ ਵੀ ਗਿਆ, ਇਹ ਸ਼ਿਫਟ ਦੇ ਵਿੱਚ ਵੀ ਆ। ਤੇ ਜੇ ਆਪਾਂ ਗੱਲ ਕਰ ਦਈਏ Ctrl+Shift+T, ਜੇ ਮੰਨ ਲਓ ਸਪੋਜ਼ ਕਰੋ, ਮੰਨ ਲਓ ਇਹ ਟੈਬ ਸੀ, ਇੱਥੇ ਮੈਂ ਭਰਿਆ ਗੂਗਲ ਭਰਿਆ, ਹਨਾ। ਗੂਗਲ ਤਾਂ ਖੋਲ੍ਹ ਜਾ ਕੇ ਖੁੱਲਦਾ ਨਹੀਂ, ਖੁੱਲਦਾ। ਇੰਟਰਨੈਟ ਨਾਲ ਕਨੈਕਟ ਕਰੋ ਤੇ ਜੇ ਮੇਰੇ ਤੋਂ ਇਹ ਬਾਈ ਚਾਂਸ ਕੱਟਿਆ ਗਿਆ, ਡਿਲੀਟ ਹੋ ਗਿਆ, ਤੇ ਜੇ ਮੈਂ ਦੱਬ ਦਿਆਂ ਮਿੱਤਰੋ Ctrl+Shift+T ਹੈ ਨਾ, ਹਾਂ Ctrl+Shift ਤੇ T, ਤਾਂ ਪ੍ਰੀਵੀਅਸਲੀ ਦੇਖੋ ਕਿੰਨੀ ਘੈਂਟ, ਇਹ ਕਹਿ ਸਕਦੇ ਹਾਂ ਆਪਾਂ ਸ਼ਾਰਟਕਟ ਹੈ, ਕਿੰਨਾ ਘੈਂਟ ਕਮਾਂਡ ਹੈ ਜਾਂ ਸ਼ਾਰਟਕਟ ਹੈ। ਜੇ ਤੁਸੀਂ ਪ੍ਰੀਵੀਅਸਲੀ ਟੈਬ ਸੀ ਜਿਹੜੀ ਉਹ ਦੁਬਾਰੇ ਓਪਨ ਕਰਨੀ ਆ ਤਾਂ Ctrl+Shift+T, ਇਹ ਦੋਨੋਂ ਹੀ ਮੇਰੇ ਫੇਵਰੇਟ ਕਹਿ ਸਕਦੇ ਹੋ ਤੁਸੀਂ ਹੈਗੇ ਨੇ, ਠੀਕ ਹੈ। ਕੰਟਰੋਲ ਹੁਣ ਇਹ ਤੇ ਪੈਣਾ ਨਹੀਂ, ਚਲੋ ਮਾਰਕ ਜਾ ਜਦੋਂ ਇਹਦੇ 'ਚ ਕਰਾਂਗੇ ਨਾ ਫੇਰ ਪੈਣਾ, ਦੇਖਾਂਗੇ ਨਹੀਂ ਪੈਂਦਾ। ਜਦੋਂ ਆਪਾਂ ਇਸ ਨੂੰ ਸਲਾਈਡ ਸ਼ੋ ਮੋਡ 'ਚ ਖੋਲਾਂਗੇ ਫਿਰ ਪਊਗਾ। Ctrl+Shift+T ਹੁੰਦਾ ਰੀਓਪਨ ਪ੍ਰੀਵੀਅਸਲੀ ਕਲੋਜ਼ ਟੈਬ। ਜੰਪ ਕਰਦਾ ਨੈਕਸਟ ਟੈਬ ਤੇ Ctrl+Tab, Ctrl+Tab ਜਾਂ Ctrl+ ਪੇਜ ਡਾਊਨ। ਤੇ ਜੇ ਓਪਨ ਯੂਅਰ ਹੋਮ ਪੇਜ, ਆਲਟ ਹੋਮ ਕਰ ਸਕਦੇ ਹਾਂ ਆਪਾਂ। ਕਲੋਜ਼ ਕਰਨ ਦੇ ਲਈ Ctrl+W ਜਾਂ Ctrl+F4, ਠੀਕ ਹੈ। ਤੇ ਜੇ ਕਲੋਜ਼ ਕਰਨਾ ਕਰੰਟ ਵਿੰਡੋ, Ctrl+Shift+W ਜਾਂ Alt+F4। ਦੇਖੋ ਦੋਨਾਂ 'ਚ ਫਰਕ ਆ। ਜੇ ਟੈਬ ਕੰਟਰੋਲ ਕਰਨੀ ਹੈ Ctrl+W, ਜੇ ਪੂਰੇ ਦਾ ਪੂਰਾ, ਜੇ ਮੰਨ ਲਓ ਮੈਂ ਇਹ ਪੂਰੇ ਦਾ ਪੂਰਾ ਸਾਰਾ ਇਹਦੇ ਵਿੱਚ Ctrl+T ਨਾਲ ਆਪਾਂ ਟੈਬ ਕਰ ਲੈਂਦੇ ਹਾਂ, Ctrl+W ਇੱਕ ਟੈਬ ਕਰਦਾ, Ctrl+Shift+W ਕਰਦਾ ਤਾਂ ਸਾਰਾ ਕੀ ਕਰ ਦਿੰਦਾ, ਇਹ ਪੂਰੇ ਦਾ ਪੂਰਾ ਬਰਾਊਜ਼ਰ ਦੇ ਵਿੱਚ ਜਿੰਨੀਆਂ ਵੀ ਟੈਬ ਨੇ ਸਾਰਿਆਂ ਨੂੰ ਕਲੋਜ਼ ਕਰ ਦਿੰਦਾ। ਜੇ ਆਪਾਂ ਰੀਸਾਈਕਲ ਕਰਨਾ, Ctrl+Tab, ਜਿਵੇਂ ਮੰਨ ਲਓ ਮਲਟੀਪਲ ਟੈਬ ਖੋਲੀਆਂ ਨੇ ਤਾਂ Ctrl+Tab ਦੱਬਾਂਗੇ ਤਾਂ ਇਸ ਤਰ੍ਹਾਂ ਘੁੰਮਦਾ ਜਾਂਦਾ ਹੈ। ਰੀਸਾਈਕਲ ਬਣ ਗਿਆ ਨਾ ਇੱਕ ਸਾਈਕਲ, ਪਹਿਲੀ ਦੂਜੀ ਤੀਜੀ, ਪਹਿਲੀ ਦੂਜੀ ਤੀਜੀ। ਤੇ ਜੇ ਆਪਾਂ ਬੁੱਕਮਾਰਕ ਕਰਨਾ ਤਾਂ Ctrl+D, ਠੀਕ ਹੈ। Ctrl+D ਦੇ ਨਾਲ ਬੁੱਕਮਾਰਕ ਹੁੰਦਾ। ਤਾਂ ਉਹਨੇ ਪੁੱਛਿਆ ਵੀ ਮਿੱਤਰੋ ਮੈਨੂੰ ਲੱਗਦਾ ਆਪਾਂ ਨੂੰ ਬੁੱਕਮਾਰਕ ਹੀ ਹੈਗਾ, ਕਹਿੰਦਾ ਸ਼ਾਰਟਕਟ ਕੀ ਟੂ ਐਡ ਬੁੱਕਮਾਰਕ ਇਨ ਗੂਗਲ ਕਰੋਮ, ਤਾਂ ਆਨਸਰ ਮਿੱਤਰੋ ਫਿਰ Ctrl+D ਹੋ ਜਾਣਾ ਸੀਗਾ, ਠੀਕ ਹੈ। ਅਗਲਾ ਸ਼ਾਰਟਕਟ ਕੀ ਟੂ ਕੁਇਟ ਐਕਸਲ ਵਰਕਬੁੱਕ, ਇਹ ਆਪਾਂ ਪਿੱਛੇ ਵੀ ਪੜਿਆ ਵੀ ਕਲੋਜ਼ ਕਰਨ ਦੇ ਲਈ ਸਾਰੇ ਜਗ੍ਹਾ ਤੇ Ctrl+W ਜਾਂ Ctrl+F4
यूज किया जाता है तो कंट्रोल प्लस W ही ਇਹਦਾ आंसर आऊगा। अगला सवाल VOIP ਦੇ ਵਿੱਚੋਂ ਵੀ ਦੋ ਵਧੀਆ ਸਵਾਲ ਆਏ ਹੋਏ ਸੀ। ਇਹ ਟੌਪਿਕ ਵੀ ਆਪਾਂ ਚੰਗੇ ਤਰੀਕੇ ਨਾਲ ਕਰਾਏ ਹੋਏ ਨੇ। VOIP ਪਾਰਟ 1 2 3 4 ਸ਼ਾਇਦ ਮਤਲਬ 4 ਹੀ ਕਰਾਏ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਵੀਡੀਓ ਤੁਹਾਨੂੰ ਪਲੇਲਿਸਟ ਚੋਂ ਵੀ ਮਿਲ ਜਾਣਗੀਆਂ ਤੇ ਉਦਾਂ ਵੀ ਵੀਡੀਓ ਖੋਲ ਕੇ। ਕਹਿੰਦਾ ਵਿਚ ਆਫ ਦੀ ਫੋਲੋਇੰਗ ਪ੍ਰੋਟੋਕੋਲ ਯੂਜ਼ ਟੂ ਕਨੈਕਟ ਦੀ ਕਾਲ ਯੂਜ਼ਿੰਗ ਇੰਟਰਨੈਟ। ਵਰਡਿੰਗ ਥੋੜੀ ਬਹੁਤ ਚੇਂਜ ਹੋ ਸਕਦੀ ਹੈ। ਕਿਹੜੀ ਪ੍ਰੋਟੋਕੋਲ ਯੂਜ਼ ਕੀਤੀ ਜਾਂਦੀ ਹੈ ਇੰਟਰਨੈਟ ਤੇ ਕਾਲਿੰਗ ਦੇ ਲਈ? ਤਾਂ ਬੜਾ ਸੌਖਾ ਸਵਾਲ ਸੀ VOIP। ਅਗਲਾ ਸਵਾਲ ਵੀ ਸੀਗਾ, ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਐਡਵਾਂਟੇਜ ਆਫ VOIP। ਇਹ ਵੀ ਮੈਂ ਡਿਟੇਲ ਚ ਕਰਾਏ ਹੋਏ ਨੇ। ਮੋਬਿਲਿਟੀ ਐਂਡ ਫਲੈਕਸੀਬਿਲਿਟੀ ਹੁੰਦਾ, ਸਕੇਲੇਬਿਲਿਟੀ ਐਂਡ ਫਲੈਕਸੀਬਿਲਿਟੀ ਹੁੰਦਾ, ਹਾਈ ਕੁਆਲਿਟੀ ਕਾਲ ਹੁੰਦਾ, ਕਨੈਕਟ ਯੂਅਰ ਡਿਵਾਈਸ ਵਿਦ ਇੰਟਰਨੈਟ ਇਹ ਕੋਈ ਐਡਵਾਂਟੇਜ ਨਹੀਂ ਹੈਗਾ ਤਾਂ ਕਿ ਪ੍ਰੋਸੈਸ ਹੈ। ਤਾਂ ਆਂਸਰ ਫਿਰ ਇਹਦਾ ਕਹਿੰਦੇ D ਸੀਗਾ। ਅਗਲਾ ਸਵਾਲ, ਫਾਊਂਡਰ ਆਫ ਫੇਸਬੁੱਕ। ਇਹ ਆਪਾਂ ਨੂੰ ਪਤਾ ਹੀ ਹੈ ਵੀ ਚਾਚਾ ਮਾਰਕ ਜ਼ੁਕਰਬਰਗ ਚਾਚਾ। ਇਹ ਇਕੱਲੇ ਦਾ ਨਾਮ ਜਿਹੜਾ ਜੱਟ ਤੇ ਹੋਰ ਵੀ ਹੋਣਗੇ। ਜ਼ੁਕਰਬਰਗ ਚਾਚਾ ਸੀਗਾ ਜਿਹੜਾ ਇਹ ਫੇਸਬੁੱਕ ਵਾਲਾ, ਠੀਕ ਹੈ। ਇਸੇ ਦੇ ਵਿੱਚੋਂ ਹੀ ਹੈਗਾ ਇਹ ਆਂਸਰ, ਮਾਰਕ ਜ਼ੁਕਰਬਰਗ। ਸ਼ਾਰਟਕਟ ਕੀ ਟੂ ਸੈਂਟਰ ਲਾਈਨ, ਇਹ ਤਾਂ ਪੁੱਛੀ ਜਾਂਦੀ। ਉਹਦਾ ਆਂਸਰ D ਹੈ, ਕੰਟਰੋਲ E। ਅਗਲਾ, ਇਹ ਪੂਰੀ ਤਰ੍ਹਾਂ ਸਵਾਲ ਕਲੀਅਰ ਨਹੀਂ ਸੀਗਾ ਪਰ ਫਿਰ ਵੀ ਜਿੰਨਾ ਕੁ ਹੈਗਾ ਉਨੇ ਕੁ ਬੇਸਿਸ ਤੇ ਆਪਾਂ ਦੱਸ ਦਿੰਦੇ ਹਾਂ। ਕਲੈਕਸ਼ਨ ਆਫ ਵੈਬਸਾਈਟਸ ਔਰ ਵੈਬ ਸਰਵਰਸ ਵੇਅਰ ਡਿਫਰੈਂਟ ਆਰਗੇਨਾਈਜੇਸ਼ਨ ਸਟੋਰ देयर ਡੇਟਾ। ਕਹਿੰਦਾ ਉਹ ਵਾਲੀਆਂ ਵੈਬਸਾਈਟ ਜਾਂ ਸਰਵਰ ਜਿੱਥੇ ਆਰਗੇਨਾਈਜੇਸ਼ਨ ਡੇਟਾ ਸਟੋਰ ਕਰਦੀਆਂ ਨੇ, ਕਿ ਉਹ ਵੈਬਸਾਈਟ ਹੈ ਕਿ ਵਰਲਡ ਵਾਈਡ ਵੈਬ ਹੈ? ਤਾਂ ਮੈਨੂੰ ਲੱਗਦਾ ਪੂਰੀ ਜਾਣਕਾਰੀ ਤਾਂ ਨਹੀਂ ਹੈ ਸਵਾਲ ਦੀ, ਪਰ ਮੈਂ ਤੁਹਾਨੂੰ ਦੱਸਦਾ ਵੀ ਆਂਸਰ ਵਰਲਡ ਵਾਈਡ ਵੈਬ ਹੋ ਸਕਦਾ ਹੈ। ਵਰਲਡ ਵਾਈਡ ਵੈਬ ਕੀ ਹੁੰਦਾ? ਇੱਕ ਕੰਟੇਨਰ ਹੁੰਦਾ ਹੈ, ਡਿਟੇਲ 'ਚ ਆਪਾਂ ਕਰਾਇਆ ਹੋਇਆ। ਕਹਿ ਲਓ ਵੀ ਚੈਪਟਰ ਦਾ ਮੈਨੂੰ ਨਾਮ ਨਹੀਂ ਯਾਦ, ਪਰ ਇਹ ਵੈਬ ਇਹੀ ਚੈਪਟਰ ਦਾ ਨਾਮ ਹੈ, ਵਰਲਡ ਵਾਈਡ ਵੈਬ ਐਂਡ ਵੈਬ ਸਰਚ ਇੰਜਨ ਤੇ ਬਰਾਊਜ਼ਰ। ਉੱਥੇ ਆਪਾਂ ਦੱਸਿਆ ਹੋਇਆ ਵੀ ਵਰਲਡ ਵਾਈਡ ਵੈਬ ਇੱਕ ਕੰਟੇਨਰ ਹੁੰਦਾ ਜਿਹੜਾ ਸਾਰੀਆਂ ਵੈਬਸਾਈਟ ਤੇ ਵੈਬ ਸਰਵਰ ਨੂੰ ਹੋਲਡ ਕਰਕੇ ਰੱਖਦਾ। ਫਿਰ ਆਂਸਰ ਇਹੀ ਲਗਾ ਦੇਣੇ ਆਪਾਂ। ਵੈਬਸਾਈਟ ਬਾਰੇ ਪੁੱਛਿਆ ਸੀ, ਬੱਚੇ ਤੋਂ ਕਲੀਅਰ ਨਹੀਂ ਦੱਸਿਆ ਗਿਆ ਕਿਵੇਂ ਸੀ। ਅਗਲਾ ਸਵਾਲ ਬੜਾ ਵਧੀਆ ਸਵਾਲ ਸੀ ਇਹ, ਹਿਸਟਰੀ ਐਂਡ ਜਨਰੇਸ਼ਨ ਦੇ ਵਿੱਚੋਂ। ਜਨਰੇਸ਼ਨ ਕਿਹੜੀ ਹੈ? ਟੈਕਨੋਲੋਜੀ। ਫਸਟ ਜਨਰੇਸ਼ਨ, ਸੈਕੰਡ, ਥਰਡ, ਫੋਰਥ। IC, VLSI, ਟ੍ਰਾਂਜਿਸਟਰ ਤੇ ਵੈਕਿਊਮ ਟਿਊਬ। ਪਹਿਲੀ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬ ਸੀ। ਪਹਿਲੇ ਦਾ ਚੌਥਾ, ਪਹਿਲੇ ਦਾ ਚੌਥਾ, ਇੱਕ 'ਚ ਹੀ ਆਂਸਰ B ਲੱਗਦਾ। ਦੂਜਾ ਸੀਗਾ ਸੈਕੰਡ ਜਨਰੇਸ਼ਨ ਦੇ ਵਿੱਚ ਟ੍ਰਾਂਜਿਸਟਰ, ਦੂਜੇ ਦਾ ਤੀਸਰਾ। ਥਰਡ ਜਨਰੇਸ਼ਨ ਦੇ ਵਿੱਚ IC ਪਹਿਲਾ, ਫੋਰਥ ਜਨਰੇਸ਼ਨ ਦੇ ਵਿੱਚ VLSI ਦੂਸਰਾ। ਤਾਂ ਆਂਸਰ B ਹੀ ਬਣਨਾ ਚਾਹੀਦਾ ਸੀ, B ਆਂਸਰ ਹੈ। ਅਗਲਾ ਸਵਾਲ ਆ ਦੇਖੋ, ਪਹਿਲੀ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬ, ਟ੍ਰਾਂਜਿਸਟਰ, ਇੰਟੀਗ੍ਰੇਟਡ ਸਰਕਟ, VLSI ਤੇ ULSI AI। ਤਾਂ ਇਹ ਬੜਾ ਇਹਦੇ ਵਿੱਚ ਬੈਚ ਆਪਰੇਟਿੰਗ ਸਿਸਟਮ ਜੇ ਆਪਾਂ ਨੂੰ ਪੁੱਛ ਲੇ ਤਾਂ ਸੈਕਿੰਡ ਜਨਰੇਸ਼ਨ ਹੁੰਦੀ ਹੈ ਬੈਚ ਆਪਰੇਟਿੰਗ ਸਿਸਟਮ। ਤਾਂ ULSA। ਅਗਲਾ ਸਵਾਲ ਸੀਗਾ ਜਿਹੜਾ ਇਹ ਮਿੱਤਰੋ ਆਪਣਾ ਕੀ ਹੋ ਗਿਆ, ਅੱਗੇ ਕਿਉਂ ਨਹੀਂ ਜਾ ਰਿਹਾ? ਹਾਂ ਅਗਲਾ ਸਵਾਲ ਸੀ ਕਹਿੰਦਾ ਜਿਹੜਾ ਇਨ 5th ਜਨਰੇਸ਼ਨ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਵਿਚ ਆਫ ਦੀ ਫੋਲੋਇੰਗ ਟੈਕਨੋਲੋਜੀ। ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ 5th ਜਨਰੇਸ਼ਨ 'ਚ ਥੋੜਾ ਬਹੁਤ ਸਵਾਲ ਅੱਗੇ ਪਿੱਛੇ ਹੋ ਸਕਦਾ ਹੈ, ਬਟ ਆਪਸ਼ਨਾਂ ਕਹਿੰਦੇ ਇਹੀ ਸੀ। ਤਾਂ ਇਹਦਾ ਆਂਸਰ ਫਿਰ ਸੀਗਾ A, ULSI। ਸੋ ਇਹ ਸੀਗਾ, ਇੰਨੇ ਕੁ ਸਵਾਲ ਆਪਾਂ ਨੂੰ ਮਿਲੇ ਨੇ ਜਿੰਨੇ ਕੁ ਬੱਚਿਆਂ ਨੇ ਭੇਜੇ ਨੇ। 30 ਦੇ ਵਿੱਚੋਂ ਕਹਿੰਦੇ 21 ਸਵਾਲ ਆਪਾਂ ਨੂੰ ਮਿਲ ਗਏ, ਵੀ ਬਹੁਤ ਵੱਡੀ ਗੱਲ ਹੈ। ਤਾਂ ਮੈਂ ਰਿਪੀਟ ਕਰ ਦੇਣਾ ਦੁਬਾਰੇ ਕਿ ਜੇਕਰ ਤੁਹਾਡੇ ਫਰੈਂਡ ਕੋਈ ਹੋਰ ਪੇਪਰ ਦੇਣ ਜਾ ਰਹੇ ਨੇ ਉਸ ਤੋਂ ਪਹਿਲਾਂ ਵਾਲੀਆਂ ਸ਼ਿਫਟ ਦੇ ਲਈ, ਤਾਂ ਤੁਸੀਂ ਸਾਨੂੰ ਮੈਸੇਜ ਕਰੋ, ਉਹਨਾਂ ਦਾ ਨੰਬਰ ਦਿਓ, ਚਾਹੇ ਉਹਨਾਂ ਨੂੰ ਕਹੋ ਵੀ ਸਾਡੇ ਨਾਲ ਕੰਟੈਕਟ ਕਰੋ, ਚਾਹੇ ਸਾਨੂੰ ਦਿਓ, ਅਸੀਂ ਕੰਟੈਕਟ ਕਰ ਲਾਂਗੇ। ਤਾਂ ਆਉਣ ਵਾਲੀਆਂ ਸ਼ਿਫਟਾਂ ਦੇ ਵਿੱਚੋਂ ਵੀ ਆਪਾਂ ਇਸੇ ਤਰ੍ਹਾਂ ਹੀ ਸਵਾਲ ਨੇ ਜਿਹੜੇ ਇਕੱਠੇ ਕਰਕੇ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਵਾਂਗੇ, ਹਾਜ਼ਰ ਹੋਵਾਂਗੇ। ਜਿਹੜੇ ਪਟਿਆਲਾ ਸੈਂਟਰ ਦੇ ਵਿੱਚ ਪਹੁੰਚਣਗੇ 1 ਤਰੀਕ ਨੂੰ, ਉਹ ਸਾਨੂੰ ਰਿਵਿਊ ਜ਼ਰੂਰ ਦੇ ਕੇ ਜਾਇਓ। ਅਸੀਂ ਉੱਥੇ ਖੜੇ ਹੋਵਾਂਗੇ, ਭੱਜਿਓ ਨਾ, ਦੱਸ ਕੇ ਜਾਇਓ, ਠੀਕ ਹੈ। ਸੋ ਇਹ ਮੌਕਾ ਹੁੰਦਾ ਕੈਮਰੇ ਅੱਗੇ ਆ ਕੇ ਬੋਲਣ ਦਾ, ਇੱਕ ਕੌਨਫੀਡੈਂਸ ਜਾਗਦਾ ਹੈ ਨਾ। ਸੋ ਆਪਾਂ ਬਾਕੀਆਂ ਦੀ ਹੈਲਪ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ। ਆਪਣੇ ਲੋਗੋ ਦੇ ਵਿੱਚ ਹੀ ਕਲੀਅਰ ਹੈਗਾ ਕਿ ਆਪਾਂ ਬਾਕੀਆਂ ਦੀ ਹੈਲਪ ਕਰਨਾ ਹੀ ਆਪਣਾ ਮੇਨ ਮੋਟਿਵ ਹੈ, ਠੀਕ ਹੈ। ਬੇਸ਼ੱਕ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕ ਕੰਮ ਦੇ ਵਿੱਚ ਜੇ ਸਾਨੂੰ ਅਰਨਿੰਗ ਹੋ ਰਹੀ ਹੈ, ਅਸੀਂ ਫਿਰ ਹੀ ਉਹ ਕੰਮ ਵਧੀਆ ਕਰ ਸਕਦੇ ਹਾਂ। ਅਦਰਵਾਈਜ਼ ਤਾਂ ਜ਼ਿੰਦਗੀ ਦੀਆਂ ਲੋੜਾਂ ਨੇ। ਜੇਕਰ ਮੈਨੂੰ ਇਸ ਕੰਮ 'ਚੋਂ ਅਰਨਿੰਗ ਨਹੀਂ ਹੋਊਗੀ ਤਾਂ ਮੈਂ ਛੱਡ ਕੇ ਜੌਬ ਲੱਗੂਗਾ, ਤੁਹਾਡੇ ਵਾਂਗੂ ਮੈਂ ਵੀ ਜੌਬ ਪੇਪਰ ਕਲੀਅਰ ਕਰੂੰਗਾ। ਅਗਰ ਮੇਰਾ ਗੁਜ਼ਾਰਾ ਠੀਕ ਚੱਲੂਗਾ, ਮੇਰੀਆਂ ਡੇਲੀ ਲਾਈਫ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ, ਫਿਰ ਮੈਂ ਕੰਮ ਨੂੰ ਵਧੀਆ ਤਰੀਕੇ ਨਾਲ ਕਰੂੰਗਾ। ਤਾਂ ਉਹਨਾਂ ਚੀਜ਼ਾਂ ਦੇ ਲਈ ਪ੍ਰੋਡਕਟ ਬਹੁਤ ਸਾਰੇ ਆਪਣੇ ਕੋਲੇ ਇਨ ਫਿਊਚਰ ਆਪਾਂ ਲੈ ਕੇ ਆ ਰਹੇ ਹਾਂ। ਜਿਵੇਂ ਆਨਲਾਈਨ ਕੋਰਸ ਹੈ, ਇੱਥੋਂ ਹੀ ਆਪਾਂ ਨੂੰ ਥੋੜੀ ਬਹੁਤ ਇਨਕਮ ਹੋ ਸਕਦੀ ਹੈ। ਬਾਕੀ ਪੜ੍ਹਾਉਣ ਦਾ ਮਨ ਫ੍ਰੀ ਹੈ, ਪਰ SI ਦੇ ਲਈ ਕੋਰਸ ਹੈ ਜਿਹੜਾ ਉਹ ਆਪਾਂ ਜ਼ਰੂਰ ਆਨਲਾਈਨ ਪੇਡ ਕੋਰਸ ਲੈ ਕੇ ਆਵਾਂਗੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਹੁਣ ਜਿਵੇਂ ਤੁਸੀਂ ਕਹਿ ਦਿੰਦੇ ਹੋ ਵੀ ਸਰ ਉਹ ਕਰਾ ਦਿਓ ਐਵੇਂ, ਤਾਂ ਉੱਥੇ ਫਿਰ ਮੈਂ ਬਾਉਂਡ ਨਹੀਂ ਹੈਗਾ, ਕਿਉਂਕਿ ਅਸੀਂ ਵੀ ਬਹੁਤ ਸਾਰੇ ਕੰਮ ਕਰ ਰਹੇ ਹਾਂ। ਪਰ ਜੇਕਰ ਤੁਸੀਂ ਪੇਡ ਕੋਰਸ ਦੇ ਵਿੱਚ ਆਓਗੇ, ਉੱਥੇ ਫਿਰ ਅਸੀਂ ਬਣਾ ਕੇ ਇੱਕ ਸੀਕੁਐਂਸ ਦੇ ਵਿੱਚ ਰੱਖਾਂਗੇ।
9465390346 ਇਸ ਨੰਬਰ ਤੇ ਤੁਸੀਂ ਆਪਣੀ ਫੀਡਬੈਕ ਭੇਜ ਸਕਦੇ ਹੋ ਸਾਨੂੰ, ਚਾਹੇ ਕੰਪਿਊਟਰ ਹੋਵੇ, ਚਾਹੇ ਪੇਪਰ 1 ਰੀਜ਼ਨਿੰਗ ਹੋ ਗਿਆ, GS ਹੋ ਗਿਆ, ਕੋਈ ਵੀ ਤੁਹਾਨੂੰ ਸਵਾਲ ਯਾਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਇੱਥੇ ਭੇਜ ਸਕਦੇ ਹੋ। ਠੀਕ ਹੈ, ਉੱਥੇ 2 ਪੇਜ ਮਿਲਦੇ ਨੇ, ਇੱਕ ਪੇਜ ਤੇ ਤੁਸੀਂ ਲਿਖ ਕੇ ਵੀ ਸਵਾਲ ਲਿਆ ਸਕਦੇ ਹੋ, ਇੱਕ ਉਹਨਾਂ ਨੂੰ ਮੋੜਿਓ, ਦੂਜਾ ਕਹਿੰਦੇ ਪਤਾ ਨਹੀਂ ਕਿੱਧਰ ਗਿਆ, ਪਾੜ ਕੇ ਵੀ ਲਿਆ ਸਕਦੇ ਹੋ। ਬੜੇ ਤਰੀਕੇ ਹੈਗੇ ਨੇ, ਸਾਨੂੰ ਬੱਚਿਆਂ ਨੇ ਦੱਸੇ ਨੇ। ਠੀਕ ਹੈ, ਸੋ ਸ਼ੁਕਰੀਆ ਤੁਹਾਡਾ ਵੀਡੀਓ ਨਾਲ ਜੁੜਨ ਲਈ, ਪੂਰਾ ਦੇਖਣ ਦੇ ਲਈ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।